ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਬਲੌਕ 3 ਦਾ ਯੂਨਿਟ 7 ਕਰਾਂਗੇ ਜਿਹਦਾ ਨਾਮ ਹੈ ਥਿਊਰੀ ਆਫ ਪ੍ਰੋਡਕਸ਼ਨਸ। ਜਿਵੇਂ ਕਿ ਆਪਾਂ ਨੇ ਲਾਅ ਆਫ ਡਿਮਾਂਡ, ਲਾਅ ਆਫ ਸਪਲਾਈ ਪੜ੍ਹਿਆ ਸੀ। ਆਪਣੀ ਇਕਨੋਮੀ ਦੇ ਵਿੱਚ ਇਕੁਇਲਿਬਰੀਅਮ ਦੀ ਪੋਜੀਸ਼ਨ ਉੱਥੇ ਹੁੰਦੀ ਹੈ ਜਿੱਥੇ ਡਿਮਾਂਡ ਐਂਡ ਸਪਲਾਈ ਇਕੁਅਲ ਹੁੰਦਾ ਤੇ ਕੰਜ਼ਿਊਮਰਸ ਬਿਹੇਵੀਅਰ ਦੀ ਥਿਊਰੀ ਸਟੱਡੀ ਕੀਤੀ ਸੀ। ਹੁਣ ਉਸੇ ਤਰ੍ਹਾਂ ਹੀ ਅਸੀਂ ਥਿਊਰੀ ਆਫ ਪ੍ਰੋਡਕਸ਼ਨ ਦੇਖਾਂਗੇ क्योंकि जो कंज्यूमर्स ਦੀਆਂ ਜਿਹੜੀਆਂ ਡਿਮਾਂਡਸ ਨੇ ਉਹ ਪੂਰੀਆਂ ਹੁੰਦੀਆਂ ਨੇ ਤੇ ਕਿਸ ਦੇ ਥਰੂ ਹੁੰਦੀਆਂ ਨੇ, ਪ੍ਰੋਡਕਸ਼ਨ ਦੇ ਥਰੂ ਹੁੰਦੀਆਂ ਨੇ। ਤੇ ਪ੍ਰੋਡਕਸ਼ਨ ਕੌਣ ਕਰਦਾ ਹੈ? ਕੋਈ ਵੀ ਫਰਮ ਜਾਂ ਐਂਟਰਪ੍ਰੀਨਿਓਰ ਕਰਦਾ ਹੈ, ਠੀਕ ਹੈ, ਤਾਂ ਜਿਹਦੇ ਥਰੂ ਗੁੱਡਸ ਨੂੰ ਪ੍ਰੋਡਿਊਸ ਕੀਤਾ ਜਾਂਦਾ ਹੈ। ਤਾਂ ਆਪਾਂ ਥਿਊਰੀ ਆਫ ਪ੍ਰੋਡਕਸ਼ਨਸ ਦੇ ਵਿੱਚ ਦੇਖਾਂਗੇ ਕਿ ਪ੍ਰੋਡਕਸ਼ਨਸ ਕਿਹਨਾਂ ਫੈਕਟਰਸ ਤੇ ਡਿਪੈਂਡ ਕਰਦੀ ਆ ਤੇ ਪ੍ਰੋਡਕਸ਼ਨ ਤੇ ਨਾਲ ਜਿਹੜੇ ਰਿਲੇਟਡ ਲਾਅ ਨੇ ਉਹ ਕਿਹੜੇ ਨੇ। ਤੇ ਉਸ ਤੋਂ ਬਾਅਦ ਪ੍ਰੋਡਕਸ਼ਨਸ ਕਹਿੰਦੇ ਕਿਸ ਲੈਵਲ ਤੱਕ ਆਪਾਂ ਨੂੰ ਕਰਨੀ ਚਾਹੀਦੀ ਆ ਤੇ ਕੁਝ ਕਨਸੈਪਟਸ ਦੇਖਾਂਗੇ, ਟੋਟਲ ਪ੍ਰੋਡਕਸ਼ਨ, ਮਾਰਜਨਲ ਪ੍ਰੋਡਕਸ਼ਨ ਤੇ ਐਵਰੇਜ ਪ੍ਰੋਡਕਸ਼ਨਸ। ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਕਿ ਵਾਟ ਇਜ਼ ਪ੍ਰੋਡਕਸ਼ਨਸ। ਥਿਊਰੀ ਆਫ ਪ੍ਰੋਡਕਸ਼ਨ ਸਟਾਰਟ ਕਰਨ ਤੋਂ ਪਹਿਲਾਂ ਕਿ ਪ੍ਰੋਡਕਸ਼ਨ ਹੈ ਕੀ, ਤਾਂ ਇੱਥੇ ਸਾਨੂੰ ਪਰਿਭਾਸ਼ਾ ਦਿੱਤੀ ਹੋਈ ਹੈ। ਪਰਿਭਾਸ਼ਾ ਤੋਂ ਪਹਿਲਾਂ ਆਪਾਂ ਥੋੜੀ ਜਿਹੀ ਇੰਟਰੋ ਦੇਖ ਲੈਂਦੇ ਹਾਂ ਕਿ ਵਾਟ ਇਜ਼ ਪ੍ਰੋਡਕਸ਼ਨਸ। ਕਹਿੰਦੇ ਜਦੋਂ ਕਹਿੰਦੇ ਆ ਪ੍ਰੋਡਿਊਸਰ, ਕਹਿੰਦੇ ਇੱਕ ਜਿਹੜਾ ਪ੍ਰੋਡਿਊਸਰ ਹੈ ਉਹ ਕੰਬਾਈਨ ਕਰਦਾ ਡਿਫਰੈਂਟ ਫੈਕਟਰਸ ਫॉर ਦਾ ਪ੍ਰੋਡਕਸ਼ਨ। ਡਿਫਰੈਂਟ ਫੈਕਟਰਸ ਫॉर ਦਾ ਪ੍ਰੋਡਕਸ਼ਨ ਉਹ ਕੀ ਕਰਦਾ? ਆਪਣੇ ਇਨਪੁਟਸ ਨੂੰ ਕੰਬਾਈਨ ਕਰਦਾ। ਇਨਪੁਟਸ ਕੀ ਹੁੰਦੇ ਨੇ? ਜਿਨ੍ਹਾਂ ਦੇ ਥਰੂ ਆਪਾਂ ਆਊਟਪੁੱਟ ਕਰਦੇ ਹਾਂ। ਜਿਵੇਂ ਕਿ ਇਨਪੁਟਸ ਦੇ ਵਿੱਚ ਲੇਬਰ ਆ ਗਈ ਹੈ, ਆਪਾਂ ਪ੍ਰੋਡਕਸ਼ਨ ਕਰਨ ਦੇ ਲਈ ਲੇਬਰ ਯੂਜ਼ ਕਰਦੇ ਹਾਂ, ਰॉ ਮਟੀਰੀਅਲ ਯੂਜ਼ ਕਰਦੇ ਹਾਂ, ਇਕਵਿਪਮੈਂਟਸ ਮੀਨ ਮਸ਼ੀਨਰੀ ਯੂਜ਼ ਕਰਦੇ ਹਾਂ, ਕੈਪੀਟਲ ਯੂਜ਼ ਕਰਦੇ ਹਾਂ। ਤਾਂ ਦਿਸ ਇਜ਼ ਅ ਇਨਪੁਟਸ ਮੀਨਸ ਪ੍ਰੋਡਕਸ਼ਨਸ ਦੇ ਲਈ ਜੋ ਵੀ ਆਪਾਂ ਰਿਸੋਰਸਿਸ ਯੂਜ਼ ਕਰਦੇ ਹਾਂ ਆਪਾਂ ਉਹਨਾਂ ਨੂੰ ਕੀ ਕਹਿ ਦਿੰਦੇ ਹਾਂ? ਇਨਪੁਟ ਕਹਿੰਦੇ ਹਾਂ। ਤਾਂ ਆਪਾਂ ਪ੍ਰੋਡਿਊਸਰਸ ਕੀ ਕਰਦਾ? ਪ੍ਰੋਡਕਸ਼ਨਸ ਕਰਨ ਦੇ ਲਈ ਜਿਹੜੇ ਇਹ ਇਨਪੁਟਸ ਹੈ ਔਰ ਜਿਹਨੂੰ ਆਪਾਂ ਫੈਕਟਰ ਆਫ ਪ੍ਰੋਡਕਸ਼ਨਸ ਕਹਿੰਦੇ ਹਾਂ, ਜਿਵੇਂ ਕਿ ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੀਨਿਓਰ, 4 ਫੈਕਟਰ ਆਫ ਪ੍ਰੋਡਕਸ਼ਨਸ ਨੇ। ਕਹਿੰਦੇ ਉਹਨਾਂ ਨੂੰ ਕੀ ਕਰਦਾ? ਯੂਜ਼ ਕਰਦਾ ਟੂ ਪ੍ਰੋਡਿਊਸ ਆਊਟਪੁੱਟ ਨੂੰ ਪ੍ਰੋਡਿਊਸ ਕਰਨ ਦੇ ਲਈ। ਆਊਟਪੁੱਟ ਨੂੰ ਪ੍ਰੋਡਿਊਸ ਕਰਨ ਦੇ ਲਈ ਕੀ ਜ਼ਰੂਰੀ ਆ? ਫੈਕਟਰ ਆਫ ਪ੍ਰੋਡਕਸ਼ਨਸ ਜ਼ਰੂਰੀ ਨੇ ਤੇ ਇਨਪੁਟਸ ਜ਼ਰੂਰੀ ਨੇ, ਸੋ ਐਜ਼ ਟੂ ਮੈਕਸਿਮਾਈਜ਼ देयर प्रॉफिट, ਤਾਂ ਜੋ ਉਹ ਉਸਦਾ ਪ੍ਰੋਫਿਟ ਜ਼ਿਆਦਾ ਤੋਂ ਜ਼ਿਆਦਾ ਹੋ ਜਾਵੇ। ਤਾਂ ਉਹ ਆਪਣੇ ਜਿਹੜੇ ਇਨਪੁਟਸ ਨੇ, ਆਪਣੇ ਫੈਕਟਰ ਆਫ ਪ੍ਰੋਡਕਸ਼ਨਸ ਨੇ, ਉਹ ਇਹਨਾਂ ਨੂੰ ਇਸ ਤਰ੍ਹਾਂ ਯੂਜ਼ ਕਰੇਗਾ ਕਿ ਉਹਨਾਂ ਦੇ ਥਰੂ ਜਿਹੜੀ ਪ੍ਰੋਡਕਸ਼ਨ ਹੈ ਉਹ ਜ਼ਿਆਦਾ ਹੋ ਜਾਵੇ ਤੇ ਕਾਸਟ ਘੱਟ ਆਵੇ, ਮੀਨਸ ਉਹਦਾ ਪ੍ਰੋਫਿਟ ਹੈ ਜਿਹੜਾ ਉਹ ਜ਼ਿਆਦਾ ਹੋਵੇ। ਤਾਂ ਸਭ ਤੋਂ ਪਹਿਲਾਂ ਪ੍ਰੋਡਕਸ਼ਨਸ ਕਹਿੰਦੇ ਇਨਵੋਲਵ ਕੰਬਾਈਨਿੰਗ 2 ਔਰ ਮੋਰ ਫੈਕਟਰ ਆਫ ਪ੍ਰੋਡਕਸ਼ਨਸ ਟੂ ਪ੍ਰੋਡਿਊਸ ਆਊਟਪੁੱਟ। ਕਹਿੰਦੇ ਆਪਾਂ ਪ੍ਰੋਡਕਸ਼ਨਸ ਦੇ ਵਿੱਚ 2 ਜਾਂ ਮੋਰ ਦੈਨ 2 ਫੈਕਟਰਸ ਨੂੰ ਯੂਜ਼ ਕਰਦੇ ਆ ਆਊਟਪੁੱਟ ਦੇ ਲਈ। ਜਿਵੇਂ ਕਿ ਆਪਾਂ ਨੇ ਥਿਊਰੀ ਆਫ ਡਿਮਾਂਡ, ਥਿਊਰੀ ਆਫ ਪ੍ਰੋਡਕਸ਼ਨ ਐਨਾਲਾਈਸਿਸ ਦੇ ਵਿੱਚ ਕਹਿੰਦੇ ਹਾਊ ਅ ਪ੍ਰੋਡਿਊਸਰ, ਥਿਊਰੀ ਆਫ ਲਾਅ ਆਫ ਡਿਮਾਂਡ ਦੇ ਵਿੱਚ ਆਪਾਂ ਨੇ ਕੀ ਦੇਖਿਆ ਸੀਗਾ ਕਿ ਡਿਮਾਂਡ ਤੇ ਪ੍ਰਾਈਸ ਦਾ ਨੈਗੇਟਿਵ ਰਿਲੇਸ਼ਨਸ਼ਿਪ ਹੈ। ਇਸੇ ਤਰ੍ਹਾਂ ਹੀ ਜਿਹੜਾ ਸਾਡਾ ਪ੍ਰੋਡਕਸ਼ਨ ਹੈ ਉਹ ਪ੍ਰੋਡਕਸ਼ਨ ਕੀ ਦੱਸਦਾ ਹੈ? ਕਹਿੰਦੇ ਹਾਊ ਅ ਪ੍ਰੋਡਿਊਸਰ ਔਰ ਫਰਮ, ਕਹਿੰਦੇ ਜਿਹੜਾ ਪ੍ਰੋਡਿਊਸਰ ਅਤੇ ਫਰਮ ਹੈ ਉਹ ਬੋਥ ਆਰ ਸਪਲਾਇਰਸ। ਕਹਿੰਦੇ ਦੋਨੇ ਕੀ ਹੁੰਦੇ ਨੇ? ਸਪਲਾਇਰਸ ਹੁੰਦੇ ਨੇ, ਕਿਉਂਕਿ ਇੱਕ ਫਰਮ ਦੇ ਵਿੱਚ ਪ੍ਰੋਡਿਊਸਰ ਦੇ ਦੁਆਰਾ ਹੀ ਜਿਹੜੇ ਗੁੱਡਸ ਨੇ ਉਹ ਪ੍ਰੋਡਿਊਸ ਕੀਤੀਆਂ ਜਾਂਦੀਆਂ ਨੇ। ਤਾਂ ਬੋਥ ਆਰ ਸਪਲਾਇਰ। ਕਹਿੰਦੇ ਇਹ ਰਿਸੋਰਸਿਸ ਨੂੰ ਕਿਸ ਤਰ੍ਹਾਂ ਐਫੀਸ਼ੀਐਂਟਲੀ ਯੂਜ਼ ਕਰਨ ਤਾਂ ਜੋ ਜਿਹੜੀ ਪ੍ਰੋਡਕਸ਼ਨ ਆ ਉਹ ਮੈਕਸਿਮਮ ਹੋ ਜਾਵੇ ਤੇ ਉਹ ਮੈਕਸਿਮਮ ਪ੍ਰੋਫਿਟ ਗੇਨ ਕਰਨ। ਕਹਿੰਦੇ ਪ੍ਰੋਡਕਸ਼ਨਸ ਐਨਾਲਾਈਸਿਸ ਦੇ ਵਿੱਚ ਆਪਾਂ ਇਹ ਦੇਖਦੇ ਹਾਂ, since the producers or the firms are both suppliers, the product market and the demand in the input markets। ਕਹਿੰਦੇ ਤੇ ਜਿਹੜਾ ਆਪਣਾ ਫਰਮ ਹੈ ਤੇ ਪ੍ਰੋਡਿਊਸਰਸ ਹੈ ਇਹੀ ਸਪਲਾਇਰ ਹੁੰਦੇ ਨੇ, ਆਪਣੇ ਪ੍ਰੋਡਕਟ ਮਾਰਕੀਟ ਦੇ ਵਿੱਚ ਆਪਣੇ ਪ੍ਰੋਡਕਟਸ ਨੂੰ ਸੇਲ ਕਰਦੇ ਨੇ ਤੇ ਇਹੀ ਕੀ ਕਰਦੇ ਨੇ? ਦੂਸਰੀ ਮਾਰਕੀਟਸ ਦੇ ਵਿੱਚ ਇਨਪੁਟਸ ਨੂੰ ਬਾਏ ਕਰਦੇ ਨੇ, ਕਿਉਂਕਿ ਇਹਨਾਂ ਨੇ ਕੀ ਕਰਨੀ ਹੁੰਦੀ ਆ? ਪ੍ਰੋਡਕਸ਼ਨ ਕਰਨੀ ਹੁੰਦੀ ਆ। ਇਹ ਲੇਬਰ ਨੂੰ ਯੂਜ਼ ਕਰਦੇ ਨੇ, ਰॉ ਮਟੀਰੀਅਲ ਨੂੰ ਯੂਜ਼ ਕਰਦੇ ਨੇ। ਕਹਿੰਦੇ ਦੇ ਹੈਵ ਟੂ ਮੇਕ ਫੋਲੋਇੰਗ ਡਿਸੀਜਨਸ। ਕਹਿੰਦੇ ਜਿਹੜਾ ਪ੍ਰੋਡਿਊਸਰ ਹੈ, ਫਰਮ ਹੈ, ਉਹਨਾਂ ਨੂੰ ਮੈਕਸਿਮਮ ਪ੍ਰੋਫਿਟ ਲੈਣ ਦੇ ਲਈ ਜਿਹੜੇ ਕੁਝ ਡਿਸੀਜਨਸ ਨੇ ਜਿਹੜੇ ਉਹ ਲੈਣੇ ਪੈਂਦੇ ਨੇ। ਤਾਂ ਪ੍ਰੋਡਕਸ਼ਨ ਨਾਲ ਰਿਲੇਟਡ ਕਿਹੜੇ ਡਿਸੀਜਨਸ ਨੇ ਜਿਹੜੇ ਫਰਮ ਤੇ ਇੱਕ ਪ੍ਰੋਡਿਊਸਰ ਲੈਂਦਾ ਹੈ? ਫਸਟ ਇਜ਼ what should the firm produce। ਸਭ ਤੋਂ ਪਹਿਲਾਂ ਜਦੋਂ ਕਿਸੇ ਵੀ ਬਿਜ਼ਨਸਮੈਨ ਨੇ ਕੋਈ ਬਿਜ਼ਨਸ ਸਟਾਰਟ ਕਰਨਾ ਹੈ, ਕੋਈ ਫਰਮ ਲਗਾਉਣੀ ਆ ਕਿਸੇ ਪ੍ਰੋਡਿਊਸਰਸ ਨੇ, ਤਾਂ ਸਭ ਤੋਂ ਪਹਿਲਾਂ ਉਹਦੇ ਲਈ ਕੀ ਸਿਲੈਕਟ ਕਰਨਾ ਹੁੰਦਾ ਹੈ ਕਿ ਉਹਨੇ ਕਿਸ ਗੁੱਡ ਨੂੰ ਪ੍ਰੋਡਿਊਸ ਕਰਨਾ ਹੈ, ਕਿਸ ਗੁੱਡ ਦੀ ਮਾਰਕੀਟ ਦੇ ਵਿੱਚ ਡਿਮਾਂਡ ਜ਼ਿਆਦਾ ਹੈ, ਉਹਨੇ ਪ੍ਰੋਫਿਟ ਜ਼ਿਆਦਾ ਕਰਨਾ ਹੈ ਜਾਂ ਸੋਸ਼ਲ ਵੈਲਫੇਅਰ ਕਰਨਾ ਹੈ। ਤਾਂ ਸਭ ਤੋਂ ਪਹਿਲਾਂ ਉਹਦਾ ਕੀ ਆ? what should the firm produce, ਕਿ ਫਰਮ ਨੂੰ ਕੀ ਪ੍ਰੋਡਿਊਸ ਕਰਨਾ ਚਾਹੀਦਾ ਹੈ। ਦੈਟ ਇਜ਼ ਅ ਫਸਟ ਕੁਐਸਚਨ ਜਿਹਦਾ ਆਨਸਰ ਬਿਜ਼ਨਸਮੈਨ ਤੇ ਐਂਟਰਪ੍ਰੀਨਿਓਰ ਨੂੰ ਖੁਦ ਦੇਣਾ ਪੈਂਦਾ ਹੈ। ਡਿਸੀਜ਼ਨ ਲੈਣਾ ਕਿ ਉਹਨੇ ਕਮਰਸ਼ੀਅਲ ਗੁੱਡਸ ਨੂੰ ਪ੍ਰੋਡਿਊਸ ਕਰਨਾ ਹੈ ਜਾਂ ਫੂਡ ਗੁੱਡਸ ਨੂੰ ਪ੍ਰੋਡਿਊਸ ਕਰਨਾ ਹੈ। ਨੈਕਸਟ ਹੈ ਸੈਕਿੰਡ, ਹਾਊ ਸ਼ੁੱਡ ਦ ਫਰਮ ਪ੍ਰੋਡਿਊਸ।
इट्स आउटपुट। डिसीजन ले लिया कि हाँ मैं एक गुड्स की प्रोडक्शन करूंगा। देन सेकंड क्वेश्चन कि हाउ शुड द फर्म प्रोड्यूस, कि ਜਿਹੜੀ फर्म है ਉਹ ਇਸ ਗੁੱਡ ਦੀ ਪ੍ਰੋਡਕਸ਼ਨਸ ਕਿੱਦਾਂ ਕਰੇਗੀ। ਜਦੋਂ ਉਹਨੇ ਪ੍ਰੋਡਕਸ਼ਨਸ ਕਰਨੀ ਹੈ ਤਾਂ ਕਿਹੜੇ ਫੈਕਟਰ ਆਫ ਪ੍ਰੋਡਕਸ਼ਨਸ ਨੂੰ ਉਹ ਜ਼ਿਆਦਾ ਯੂਜ਼ ਕਰੇਗੀ। ਉਹ ਕੈਪੀਟਲ ਇੰਟੈਂਸਿਵ ਟੈਕਨੀਕ ਯੂਜ਼ ਕਰੇਗੀ ਜਾਂ ਫਿਰ ਲੇਬਰ ਇੰਟੈਂਸਿਵ ਟੈਕਨੀਕ ਯੂਜ਼ ਕਰੇਗੀ। ਨੈਕਸਟ ਕੁਐਸਚਨਸ, ਹਾਊ ਮਚ ਸ਼ੁਡ ਦ ਫਰਮ ਸੈਲ ਐਟ व्हाट प्राइस। थर्ड क्वेश्चन ਉਹਨੇ ਪ੍ਰੋਡਕਸ਼ਨਸ ਵੀ ਕਰ ਲਈ, ਇਨਪੁਟਸ ਨੂੰ ਯੂਜ਼ ਕਰਕੇ ਆਊਟਪੁੱਟ ਉਹਦੇ ਕੋਲ ਹੈ ਹੁਣ, ਤਾਂ ਉਹਦੇ ਲਈ ਕੁਐਸਚਨ ਅਰਾਈਜ਼ ਹੁੰਦਾ ਹੈ ਕਿ ਉਹਨੇ ਹਾਊ ਮਚ ਸ਼ੁਡ, ਕਿੰਨੀ ਕੁਆਂਟੀਟੀ ਹੈ ਜਿਹੜੀ ਉਹ ਮਾਰਕੀਟ ਦੇ ਵਿੱਚ ਸੇਲ ਕਰਨੀ ਹੈ, ਕਿੰਨੀ ਕੁਆਂਟੀਟੀ ਪ੍ਰੋਡਿਊਸ ਕਰਨੀ ਆ। ਉਹ ਡਿਮਾਂਡ ਨੂੰ ਦੇਖਦੇ ਹੋਈ ਕੁਆਂਟੀਟੀ ਨੂੰ ਪ੍ਰੋਡਿਊਸ ਕਰੂਗਾ ਤੇ ਉਹਦੀ ਪ੍ਰਾਈਸਿਸ ਹੈ ਜਿਹੜੀ ਉਹ ਕਿੰਨੀ ਫਿਕਸ ਰੱਖਣੀ ਹੈ ਮਾਰਕੀਟ ਦੇ ਵਿੱਚ, ਤਾਂ ਕਿ ਉਹਦੀ ਜਿਹੜੀ ਆਊਟਪੁੱਟ ਹੈ ਉਹ ਵੀ ਵਿਕ ਜਾਵੇ ਤੇ ਉਹਨੂੰ ਪ੍ਰੋਫਿਟ ਵੀ ਗੇਨ ਹੋਵੇ। ਐਂਡ ਨੈਕਸਟ ਕੁਐਸਚਨ, ਹਾਊ ਸ਼ੁਡ ਦ ਫਰਮ ਪ੍ਰਮੋਟ ਇਟਸ ਪ੍ਰੋਡਕਟਸ। ਜਿਵੇਂ ਕਿ ਮਾਰਕੀਟਿੰਗ ਆ ਗਿਆ, ਮਾਰਕੀਟਿੰਗ ਦੇ ਵਿੱਚ ਕੀ ਹੁੰਦਾ, ਆਪਾਂ ਪੈਕਿੰਗ ਕਰਕੇ ਲੇਬਲਿੰਗ ਕਰਕੇ ਹੈ ਨਾ ਸਾਰਾ ਕੁਝ ਕਰਕੇ ਕੀ ਕਰਦੇ ਆ, ਮੋਟੀਵੇਟ ਕਰਦੇ ਆ, ਮੀਨਸ ਕਸਟਮਰਸ ਨੂੰ ਆਪਣੇ ਗੁੱਡਸ ਨੂੰ ਬਾਏ ਕਰਨ ਦੇ ਲਈ। ਮੀਨਸ ਐਡਵਰਟਾਈਜ਼ਮੈਂਟ ਆ ਗਈ ਮਾਰਕੀਟਿੰਗ ਦੇ ਵਿੱਚ ਕਿ ਆਪਾਂ ਨੇ ਕਿਸ ਤਰ੍ਹਾਂ ਆਪਣੀ ਜਿਹੜੀ ਫਰਮ ਹੈ ਉਹ ਆਪਣੀ ਪ੍ਰੋਡਕਸ਼ਨ ਨੂੰ ਕਿਸ ਤਰ੍ਹਾਂ ਪ੍ਰਮੋਟ ਕਰੇਗੀ। ਉਹ ਪੈਂਪਲੇਟਸ ਯੂਜ਼ ਕਰੇਗੀ, ਨਿਊਜ਼ਪੇਪਰਸ ਦੇ ਵਿੱਚ ਐਡ ਆਪਣੀ ਐਡ ਦੇਗੀ, ਜਾਂ ਫਿਰ ਉਹ ਟੀਵੀ ਯੂਜ਼ ਕਰੇਗੀ, ਠੀਕ ਹੈ, ਰੇਡੀਓ ਤੇ ਐਡ ਦੇਗੀ। ਤਾਂ ਡਿਫਰੈਂਟ ਜਿਹੜੇ ਡਿਸੀਜਨਸ ਨੇ ਉਹਨਾਂ ਨੂੰ ਇਸ ਦੇ ਰਿਗਾਰਡਿੰਗ ਲੈਣੇ ਪੈਂਦੇ ਨੇ। ਕਹਿੰਦੇ ਇਹ ਜਿਹੜੇ ਡਿਸੀਜਨਸ ਨੇ ਕ੍ਰੂਸ਼ੀਅਲ ਜਿਹੜਾ ਰੋਲ ਹੈ ਪਲੇ ਕਰਦੇ ਨੇ ਪ੍ਰੋਡਕਸ਼ਨਸ ਦੇ ਵਿੱਚ। ਆਲ ਡਿਸੀਜਨਸ ਦਾ ਕਹਿੰਦੇ ਲੈਣ ਦਾ ਮੇਨ ਏਮ ਕੀ ਹੁੰਦਾ, ਮੈਕਸਿਮਮ ਪ੍ਰੋਫਿਟ ਗੇਨ ਕਰਨਾ। ਤਾਂ ਕਹਿੰਦੇ ਪ੍ਰੋਡਿਊਸਰਸ ਚੂਜ਼ ਕਰਦਾ ਐਪਰੋਪਰੀਏਟ ਟੈਕਨੋਲੋਜੀ ਇਸ ਦੇ ਲਈ, ਠੀਕ ਹੈ, ਤੇ ਉਹ ਆਪਣੀ ਪ੍ਰੋਡਕਸ਼ਨਸ ਨੂੰ ਜ਼ਿਆਦਾ ਤੋਂ ਜ਼ਿਆਦਾ ਕਰਨਾ ਪਸੰਦ ਕਰਦੇ ਕਿ ਇਨਪੁਟਸ ਘੱਟ ਲੱਗਣ ਤੇ ਆਊਟਪੁੱਟ ਜ਼ਿਆਦਾ ਹੋ ਜਾਵੇ। ਤਦ ਹੀ ਕਹਿੰਦੇ ਜਿਹੜੇ ਕੰਜ਼ਿਊਮਰ ਉਹ ਮੈਕਸਿਮਮ ਜਿਹੜੀ ਸੈਟਿਸਫੈਕਸ਼ਨ ਆ ਉਹਨੂੰ ਗੇਨ ਕਰ ਸਕਦਾ ਹੈ। ਤਾਂ ਪ੍ਰੋਫੈਸਰ ਫਰਗੂਸਨ ਦੀ ਡੈਫੀਨੇਸ਼ਨ ਹੈ, ਪ੍ਰੋਫੈਸਰ ਅਕੋਰਡਿੰਗ ਟੂ ਪ੍ਰੋਫੈਸਰ ਫਰਗੂਸਨ ਦੇ ਅਨੁਸਾਰ ਉਤਪਾਦਨ ਦੇ ਸਿਧਾਂਤ ਦਾ ਸੰਬੰਧ ਉਸ ਵਿਸ਼ਲੇਸ਼ਣ ਨਾਲ ਹੈ ਜਿਸ ਦੀ ਸਹਾਇਤਾ ਨਾਲ ਉਤਪਾਦਕ ਇੱਕ ਨਿਸ਼ਚਿਤ ਉਤਪਾਦਨ ਤਕਨੀਕ ਦੇ ਆਧਾਰ ਤੇ ਵੱਖਰੇ ਸਾਧਨਾਂ ਦਾ ਕੁਸ਼ਲਤਾਪੂਰਵਕ ਇਸ ਤਰ੍ਹਾਂ ਸੰਯੋਗ ਕਰਦਾ ਹੈ ਜਿਸ ਨਾਲ ਇੱਕ ਨਿਊਨਤਮ ਲਾਗਤ ਤੇ ਨਿਸ਼ਚਿਤ ਮਾਤਰਾ ਵਿੱਚ ਉਤਪਾਦਨ ਕੀਤਾ ਜਾ ਸਕੇ। ਕਹਿੰਦੇ ਜਿਹੜੀ ਇਹ ਪ੍ਰੋਡਕਸ਼ਨਸ ਥਿਊਰੀ ਹੈ ਇਹ ਕੀ ਦੱਸਦੀ ਹੈ ਸਾਨੂੰ, ਕਹਿੰਦੇ ਹਾਊ ਦਾ ਪ੍ਰੋਡਿਊਸਰਸ ਗਿਵ ਦਾ ਸਟੇਟ ਆਫ ਟੈਕਨੋਲੋਜੀ ਕੰਬਾਈਨ various inputs to produce a defined amount of output in an economically efficient manner। कि किस तरह ਜਿਹੜਾ ਇੱਕ ਪ੍ਰੋਡਿਊਸਰ ਹੈ ਆਪਣੀ ਲਿਮਿਟਡ ਇਨਕਮ ਦੇ ਨਾਲ, ਲਿਮਿਟਡ ਇਨਪੁਟਸ ਦੇ ਨਾਲ ਮੈਕਸਿਮਮ ਜਿਹੜੀ ਆਊਟਪੁੱਟ ਆ ਉਹ ਗੇਨ ਕਰੇ ਤੇ ਉਹ ਐਫੀਸ਼ੀਐਂਟਲੀ ਮੈਨਰ ਦੇ ਵਿੱਚ ਵਰਕ ਕਰੇ। ਕਹਿੰਦੇ ਆਪਾਂ ਥਿਊਰੀ ਆਫ ਪ੍ਰੋਡਕਸ਼ਨ ਦੇ ਵਿੱਚ ਇਹ ਦੇਖਦੇ ਆ। ਐਂਡ ਨਾਓ ਵਾਟ ਇਜ਼ ਦ ਥਿਊਰੀ ਆਫ ਪ੍ਰੋਡਕਸ਼ਨਸ। ਕਹਿੰਦੇ ਮੇਨ ਏਮ ਕੀ ਹੈ ਸਾਰੀਆਂ ਇਕਨੋਮਿਕ ਐਕਟੀਵਿਟੀਜ਼ ਦਾ ਆਪਣੀ ਜਿਹੜੀ ਆਊਟਪੁੱਟ ਆ ਉਹਨੂੰ ਇਨਕਰੀਜ਼ ਕਰਨਾ। ਮੀਨਸ ਕਿਉਂ ਇਨਕਰੀਜ਼ ਕਰਨਾ, ਤਾਂ ਜੋ ਜਿਹੜੀਆਂ ਹਿਊਮਨ ਵਾਂਟਸ ਨੇ ਉਹ ਨੀਡਸ ਹੋਣ, ਕਿਉਂਕਿ ਆਪਣੀ ਜਿਹੜੀ ਇਕੋਨਮੀ ਹੈ ਉਹਦੇ ਵਿੱਚ ਜਿਹੜੇ ਹੈ ਇੰਡੀਵਿਜੂਅਲਸ ਨੇ, ਕੰਜ਼ਿਊਮਰਸ ਨੇ, ਤਾਂ ਉਹਨਾਂ ਦੀ ਜਿਹੜੀਆਂ ਡਿਮਾਂਡਸ ਨੇ ਉਹਨਾਂ ਨੂੰ ਪੂਰਾ ਕਰਨਾ, ਠੀਕ ਹੈ, ਉਹ ਕਿਸ ਚੀਜ਼ ਤੇ ਡਿਪੈਂਡ ਹੈ, ਇੱਕ ਫਰਮ ਤੇ ਇੱਕ ਪ੍ਰੋਡਿਊਸਰ ਤੇ ਡਿਪੈਂਡ ਹੈ ਕਿ ਫਰਮ ਤੇ ਪ੍ਰੋਡਿਊਸਰ ਹੈ ਜਿਹੜੀ ਉਹ ਕਿੰਨੀ ਪ੍ਰੋਡਕਸ਼ਨ ਕਰਦੇ ਨੇ ਮਟੀਰੀਅਲ ਤੇ ਨਾਨ ਮਟੀਰੀਅਲ ਗੁੱਡਸ ਦੀ। ਕਹਿੰਦੇ ਹਿਊਮਨਸ ਇਹਨਾਂ ਵਾਂਟਸ ਨੂੰ ਪੂਰਾ ਕਰਕੇ ਕੀ ਆ, ਕੰਜ਼ੰਪਸ਼ਨ ਕਰਕੇ ਮਟੀਰੀਅਲ ਤੇ ਨਾਨ ਮਟੀਰੀਅਲ ਗੁੱਡਸ ਦੀ ਸੈਟਿਸਫੈਕਸ਼ਨ ਗੇਨ ਕਰਦਾ ਹੈ। ਕਹਿੰਦੇ ਕੰਜ਼ੰਪਸ਼ਨ ਇਜ਼ ਪੋਸੀਬਲ ਓਨਲੀ ਇਫ both material and non-material goods are available। ਕਹਿੰਦੇ ਕੋਈ ਵੀ ਜਿਹੜਾ ਕੰਜ਼ਿਊਮਰ ਹੈ, ਮੈਂ ਮਾਰਕੀਟ ਦੇ ਵਿੱਚ ਕੀ ਆ ਕੁਛ ਵੀ ਬਾਈ ਕਰਨਾ ਹੈ, ਬਲੈਂਕਟ ਬਾਈ ਕਰਨਾ ਹੈ, ਬਿਸਕਿਟ ਬਾਈ ਕਰਨਾ ਹੈ, ਕੋਲਡ ਡਰਿੰਕ ਬਾਈ ਕਰਨਾ ਹੈ, ਠੀਕ ਹੈ, ਤਦ ਮੈਂ ਤਦੇ ਕਰ ਸਕਦਾ ਬਾਈ, ਤਦੇ ਆਪਣੀਆਂ ਵਾਂਟਸ ਨੂੰ ਸੈਟਿਸਫਾਈ ਕਰ ਸਕਦਾ, ਲੋੜਾਂ ਪੂਰੀਆਂ ਕਰ ਸਕਦਾ ਜੇ ਉਹਨਾਂ ਦੀ ਪ੍ਰੋਡਕਸ਼ਨ ਹੈ ਜੋ ਮਾਰਕੀਟ ਦੇ ਵਿੱਚ ਸੇਲ ਹੋ ਰਹੇ ਨੇ। ਤਾਂ ਕਹਿੰਦੇ ਇਹ ਜਿਹੜੀ ਐਕਟੀਵਿਟੀ ਆ ਇਹਨੂੰ ਪੂਰਾ ਕਰਨ ਦੇ ਲਈ, ਆਪਣੀਆਂ ਵਾਂਟਸ ਨੂੰ ਪੂਰਾ ਕਰਨ ਦੇ ਲਈ ਕਹਿੰਦੇ ਵਿਚ ਮੇਕਸ ਗੁੱਡਸ ਅਵੇਲੇਬਲ ਇਜ਼ ਕਾਲਡ ਪ੍ਰੋਡਕਸ਼ਨ। ਕਹਿੰਦੇ ਜਿਹਦੇ ਥਰੂ ਗੁੱਡਸ ਸਾਡੇ ਸਾਹਮਣੇ ਵਿਕਰੀ ਦੇ ਲਈ ਪੇਸ਼ ਕੀਤੀਆਂ ਜਾਂਦੀਆਂ ਨੇ ਉਹ ਕੀ ਹੁੰਦੀ ਹੈ, ਪ੍ਰੋਡਕਸ਼ਨ ਹੁੰਦੀ ਹੈ। ਕਹਿੰਦੇ ਪ੍ਰੋਡਕਸ਼ਨ ਇਜ਼ ਦੈਟ ਰੂਟ ਥਰੂ ਵਿਚ wealth is made available for the consumption in the form of goods and services। ਠੀਕ ਹੈ, ਕਹਿੰਦੇ economic unit that conducts production activities called producer or firm। ਕਹਿੰਦੇ ਜਿਹੜੀ ਪ੍ਰੋਡਕਸ਼ਨ ਐਕਟੀਵਿਟੀਜ਼ ਨੂੰ ਕਰ ਰਿਹਾ ਹੈ ਤਾਂ ਉਹ ਕੀ ਹੈ, ਇੱਕ ਪ੍ਰੋਡਿਊਸਰ ਹੁੰਦਾ ਜਾਂ ਫਿਰ ਕੋਈ ਫਰਮ ਹੁੰਦੀ ਹੈ। ਫਰਮ ਦੇ ਥਰੂ ਜਾਂ ਪ੍ਰੋਡਿਊਸਰ ਦੇ ਥਰੂ, ਫਰਮ ਤੇ ਪ੍ਰੋਡਿਊਸਰਸ ਨੂੰ ਆਪਾਂ ਸੇਮ ਲੈਂਦੇ ਆ।
ਕਹਿੰਦੇ ਫ੍ਰੀ ਕੈਪੀਟਲਿਸਟ ਇਕਨੋਮੀ ਪੂੰਜੀਵਾਦੀ ਇਕਨੋਮੀ ਦੇ ਵਿੱਚ ਕਹਿੰਦੇ ਮੇਨ ਏਮ ਕੀ ਹੁੰਦਾ ਪ੍ਰੋਫਿਟ ਗੇਨ ਕਰਨਾ ਪ੍ਰੋਡਿਊਸਰਸ ਦਾ ਮੇਨ ਏਮ ਹੁੰਦਾ ਮੈਕਸਿਮਾਈਜ਼ ਇਟਸ ਪ੍ਰੋਫਿਟ ਕਹਿੰਦੇ ਤਦ ਪ੍ਰੋਫਿਟ ਨੂੰ ਲੈਣ ਦੇ ਲਈ ਜਿਹੜੀਆਂ ਫਰਮਸ ਨੇ ਬਹੁਤ ਤਰ੍ਹਾਂ ਦੇ ਡਿਸੀਜਨਸ ਲੈਂਦੀਆਂ ਨੇ ਕਾਸਟ ਆਫ ਪ੍ਰੋਡਕਸ਼ਨ ਨੂੰ ਲੈ ਕੇ ਮੀਨਸ ਇਨਪੁਟਸ ਦੀ ਕਾਸਟ ਨੂੰ ਲੈ ਕੇ ਤੇ ਇਨਪੁਟਸ ਦੀ ਸਿਲੈਕਸ਼ਨਸ ਦੇ ਵਿੱਚ ਤਾਂ ਜੋ ਕਹਿੰਦੇ ਉਹਨਾਂ ਦੀ ਜਿਹੜੀ ਟੋਟਲ ਸੇਲ ਹੈ ਉਹ ਜ਼ਿਆਦਾ ਹੋਵੇ ਟੋਟਲ ਪ੍ਰੋਡਕਸ਼ਨ ਜ਼ਿਆਦਾ ਹੋਵੇ ਟੋਟਲ ਇਨਕਮ ਜਿਹੜੀ ਆਪਣੀ ਕਾਸਟ ਹੈ ਉਹ ਘੱਟ production is possible with different inputs ਜਿਹੜੀ ਪ੍ਰੋਡਕਸ਼ਨ ਹੈ ਉਹ ਡਿਫਰੈਂਟ ਇਨਪੁਟਸ ਦੀ ਹੈਲਪ ਦੇ ਨਾਲ ਕੀਤੀ ਜਾਂਦੀ ਹੈ ਠੀਕ ਹੈ ਕਹਿੰਦੇ ਇਹ ਲੀਸਟ ਕਾਸਟ ਕੰਬੀਨੇਸ਼ਨਸ ਨੇ ਜਿਹੜੇ ਇਨਪੁਟ ਦੇ ਯੂਜ਼ ਕੀਤੇ ਜਾਂਦੇ ਨੇ ਤਾਂ ਜਿਹੜੇ 4 ਫੈਕਟਰ ਆਫ ਪ੍ਰੋਡਕਸ਼ਨਸ ਨੇ ਇਹ ਇੰਪੋਰਟੈਂਟ ਹੁੰਦੇ ਨੇ ਪ੍ਰੋਡਕਸ਼ਨ ਦੇ ਲਈ ਫਰਸਟ ਇਜ਼ ਦਾ ਲੈਂਡ ਸੈਕੰਡ ਇਜ਼ ਦਾ ਲੇਬਰ ਥਰਡ ਇਜ਼ ਦਾ ਕੈਪੀਟਲ ਐਂਡ ਫੋਰਥ ਇਜ਼ ਦਾ ਐਂਟਰਪ੍ਰੈਨਿਓਰਸ ਜੋ ਕਿ ਖੁਦ ਪ੍ਰੋਫਿਟ ਕਰੇਗਾ ਤੇ ਜਿਹਨੂੰ ਕੀ ਜਾਏਗਾ ਪ੍ਰੋਫਿਟ ਜਾਏਗਾ ਕਹਿੰਦੇ ਕੀ ਆ ਜਾਂ ਇੱਕ ਫਰਮ ਕੀ ਕਰਦੀ ਆ ਪ੍ਰੋਡਕਸ਼ਨ ਨਾਲ ਰਿਲੇਟਡ ਬਹੁਤ ਸਾਰੇ ਡਿਸੀਜਨਸ ਲੈਂਦੀ ਹੈ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਵੀ ਕਰਦੀ ਹੈ ਡਿਕਰੀਜ਼ ਵੀ ਕਰਦੀ ਹੈ ਉਹ ਕਿਸ ਚੀਜ਼ ਤੇ ਡਿਪੈਂਡ ਕਰਦਾ ਹੈ ਆਪਣੀ ਜੋ ਵੀ ਹੈ ਕਾਸਟ ਪ੍ਰੋਡਕਸ਼ਨ ਦੀ ਜਾਂ ਫੈਕਟਰ ਆਫ ਪ੍ਰੋਡਕਸ਼ਨ ਦੀ ਜੋ ਪੇਮੈਂਟਸ ਹੈ ਉਹਨਾਂ ਤੇ ਡਿਪੈਂਡ ਕਰਦਾ ਹੈ ਕਹਿੰਦੇ ਥਿਊਰੀ ਆਫ ਪ੍ਰੋਡਕਸ਼ਨ ਆਲਸੋ ਸੀਕਸ ਟੂ ਐਕਸਪਲੇਨ ਦਾ ਰਿਲੇਸ਼ਨਸ਼ਿਪ ਬਿਟਵੀਨ ਦਾ ਇਨਪੁਟਸ ਐਂਡ ਆਊਟਪੁੱਟ ਜਿਹੜੀ ਥਿਊਰੀ ਆਫ ਪ੍ਰੋਡਕਸ਼ਨ ਹੈ ਉਹ ਆਪਾਂ ਨੂੰ ਇਨਪੁਟਸ ਤੇ ਆਊਟਪੁੱਟ ਦੇ ਵਿੱਚ ਕੀ ਦੱਸਦੀ ਹੈ ਰਿਲੇਸ਼ਨ ਦੱਸਦੀ ਹੈ ਕਿ ਆਪਾਂ ਕਿੰਨੇ ਇਨਪੁਟਸ ਯੂਜ਼ ਕਰਾਂਗੇ ਤੇ ਸਾਡੀ ਜਿਹੜੀ ਕਿੰਨੀ ਆਊਟਪੁੱਟ ਹੈ ਉਹ ਹੋਏਗੀ ਕਹਿੰਦੇ ਪ੍ਰੋਡਕਸ਼ਨ ਥਿਊਰੀ ਦੇ ਵਿੱਚ ਮੇਨਲੀ ਕਹਿੰਦੇ 2 ਕੰਸਰਨਸ ਨੇ 2 ਥਿੰਗਸ ਨੇ ਹਨਾ ਪ੍ਰੋਡਕਸ਼ਨ ਜਿਹੜਾ ਫੰਕਸ਼ਨ ਹੈ ਉਹਦਾ ਜਿਹੜਾ ਆਪਣਾ ਸੰਬੰਧ ਹੈ ਰਿਲੇਸ਼ਨਸ ਹੈ ਇਹ 2 ਥਿੰਗਸ ਦੇ ਨਾਲ ਹੈ ਫਰਸਟ ਇਜ਼ ਪ੍ਰੋਡਕਸ਼ਨ ਫੰਕਸ਼ਨ ਐਂਡ ਸੈਕੰਡ ਇਜ਼ ਲਾਅ ਆਫ ਰਿਟਰਨਸ ਕਹਿੰਦੇ ਉਤਪਾਦਨ ਦੇ ਸਿਧਾਂਤ ਦਾ ਸੰਬੰਧ ਮੁੱਖ ਰੂਪ ਦੇ ਨਾਲ 2 ਗੱਲਾਂ ਦੇ ਨਾਲ ਹੈ ਉਤਪਾਦਨ ਫਲਨ ਪ੍ਰੋਡਕਸ਼ਨ ਫੰਕਸ਼ਨ ਐਂਡ ਲਾਅ ਆਫ ਰਿਟਰਨਸ ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਪ੍ਰੋਡਕਸ਼ਨ ਫੰਕਸ਼ਨ ਕੀ ਵਾਟ ਇਜ਼ ਪ੍ਰੋਡਕਸ਼ਨ ਫੰਕਸ਼ਨ ਹੁੰਦਾ ਕੀ ਆ ਕਹਿੰਦੇ ਪ੍ਰੋਡਕਸ਼ਨ ਫੰਕਸ਼ਨਸ ਰੈਫਰਸ ਟੂ ਦਾ ਟੈਕਨੀਕਲ ਰਿਲੇਸ਼ਨਸ਼ਿਪ ਬਿਟਵੀਨ ਦਾ ਕੁਆਂਟੀਟੀ ਆਫ ਗੁੱਡਸ ਪ੍ਰੋਡਿਊਸਡ ਮੀਨਸ ਆਊਟਪੁੱਟ ਐਂਡ ਫੈਕਟਰ ਆਫ ਪ੍ਰੋਡਕਸ਼ਨਸ which necessity to produce it ਕਹਿੰਦੇ ਇੱਕ ਤਾਂ ਆਪਣੀ ਆਊਟਪੁੱਟ ਦੇ ਨਾਲ ਹੈ ਪ੍ਰੋਡਕਸ਼ਨ ਫੰਕਸ਼ਨ ਦਾ ਰਿਲੇਸ਼ਨਸ ਮੀਨਸ ਪ੍ਰੋਡਕਸ਼ਨਸ ਦੇ ਨਾਲ ਦੂਸਰਾ ਇਨਪੁਟਸ ਦੇ ਨਾਲ ਮੀਨਸ ਜੋ ਵੀ ਫੈਕਟਰ ਆਫ ਪ੍ਰੋਡਕਸ਼ਨਸ ਆਪਾਂ ਯੂਜ਼ ਕਰ ਰਹੇ ਆ ਉਹਨਾਂ ਦਾ ਪ੍ਰੋਡਕਸ਼ਨ ਫੰਕਸ਼ਨ ਸਾਨੂੰ ਦੱਸਦਾ ਹੈ ਰਿਲੇਸ਼ਨਸ਼ਿਪ ਬਿਟਵੀਨ ਦਾ ਇਨਪੁਟਸ ਐਂਡ ਆਊਟਪੁੱਟ ਕਹਿੰਦੇ ਉਤਪਾਦਨ ਫਲਨ ਇੱਕ ਫਰਮ ਦੇ ਭੌਤਿਕ ਉਤਪਾਦਨ ਅਤੇ ਉਤਪਾਦਨ ਦੇ ਸਾਧਨਾਂ ਵਿੱਚ ਸੰਬੰਧ ਹੈ ਭੌਤਿਕ ਉਤਪਾਦਨ ਜੋ ਆਪਾਂ ਪ੍ਰੋਡਕਸ਼ਨਸ ਕਰ ਰਹੇ ਹਾਂ ਐਂਡ ਉਤਪਾਦਨ ਦੇ ਸਾਧਨਾਂ ਮੀਨਸ ਫੈਕਟਰ ਆਫ ਪ੍ਰੋਡਕਸ਼ਨਸ ਦੇ ਵਿੱਚ ਰਿਲੇਸ਼ਨਸ ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਵੀ ਦੇਖ ਸਕਦੇ ਹੋ ਕਹਿੰਦੇ ਜਿਹੜਾ ਪ੍ਰੋਡਕਸ਼ਨ ਫੰਕਸ਼ਨ y ਹੁੰਦਾ ਹੈ ਉਹ ਡਿਪੈਂਡ ਕਰਦਾ ਡਿਫਰੈਂਟ ਫੈਕਟਰ ਆਫ ਪ੍ਰੋਡਕਸ਼ਨ ਤੇ ਕਿਉਂਕਿ ਪ੍ਰੋਡਕਸ਼ਨ ਦੇ ਲਈ ਕਹਿੰਦੇ ਕਈ ਜਿਹੜੇ ਇਕਵਿਪਮੈਂਟਸ ਨੇ ਇਨਪੁਟਸ ਨੇ ਉਹ ਯੂਜ਼ ਹੁੰਦੇ ਨੇ ਜਿਵੇਂ ਕਿ ਪ੍ਰੋਡਕਸ਼ਨ ਦੇ ਲਈ ਲੈਂਡ ਲੇਬਰ ਕੈਪੀਟਲ ਐਂਡ ਐਂਟਰਪ੍ਰੈਨਿਓਰ ਇਹ 4 ਫੈਕਟਰ ਆਫ ਪ੍ਰੋਡਕਸ਼ਨਸ ਹੋਣੇ ਜ਼ਰੂਰੀ ਨੇ ਤਾਂ ਕੀ ਹੈ ਕਹਿੰਦੇ that productions is purely a technical relationship between the connects factor inputs and outputs ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਫੈਕਟਰ ਆਫ ਪ੍ਰੋਡਕਸ਼ਨ ਡਿਪੈਂਡ ਕਰਦਾ ਲੈਂਡ ਤੇ ਲੇਬਰ ਤੇ ਕੈਪੀਟਲ ਤੇ ਐਂਡ ਐਂਟਰਪ੍ਰੈਨਿਓਰ ਤੇ ਇਹ 4 ਜਿਹੜੇ ਨੇ ਫੈਕਟਰ ਆਫ ਪ੍ਰੋਡਕਸ਼ਨ ਇਹਨਾਂ ਨੂੰ ਯੂਜ਼ ਕਰਕੇ ਹੀ ਆਪਾਂ ਆਪਣੀ ਜਿਹੜੀ ਪ੍ਰੋਡਕਸ਼ਨ ਉਹਨੂੰ ਕਰ ਸਕਦੇ ਹਾਂ ਤਾਂ ਆਪਾਂ ਨੂੰ ਫੈਕਟਰ ਆਫ ਪ੍ਰੋਡਕਸ਼ਨਸ ਦੇ ਬਦਲੇ ਕੁਝ ਨਾ ਕੁਝ ਪੇਮੈਂਟਸ ਕਰਨੀਆਂ ਪੈਂਦੀਆਂ ਨੇ ਤਾਂ ਆਪਾਂ ਲੈਂਡ ਦੇ ਬਦਲੇ ਰੈਂਟ ਪੇ ਕਰਦੇ ਹਾਂ and labor ਦੇ ਬਦਲੇ wages pay ਕਰਦੇ ਆ and capital ਦੇ ਬਦਲੇ interest pay ਕਰਦੇ ਆ and entrepreneur ਨੂੰ ਕੀ ਜਾਂਦਾ ਹੈ profit ਜਾਂਦਾ ਹੈ ਤਾਂ ਕਹਿੰਦੇ ਜਿਹੜਾ ਸਰਕਲ ਹੈ ਆਪਣਾ factor of productions ਦਾ inputs ਦਾ ਕੀ ਹੁੰਦਾ ਹੈ ਚੱਲਦਾ ਰਹਿੰਦਾ ਹੈ this is the production function and ਉਸ ਤੋਂ ਬਾਅਦ ਹੈ ਆਪਣਾ assumptions of production function ਉਤਪਾਦਨ ਫਲਨ ਦੀਆਂ ਮਾਨਤਾਵਾਂ ਹਰ ਇੱਕ ਕਹਿੰਦੇ ਥਿਊਰੀ ਦੀਆਂ ਕੁਝ ਨਾ ਕੁਝ assumptions ਹੁੰਦੀਆਂ ਨੇ ਜਿਨ੍ਹਾਂ ਨੂੰ ਮੰਨ ਕੇ ਚੱਲਿਆ ਜਾਂਦਾ ਹੈ ਤਾਂ ਇਹਦੀਆਂ ਕੀ assumptions ਨੇ ਫਰਸਟ ਇਜ਼ ਤਕਨੀਕੀ ਗਿਆਨ ਦੀ ਸਥਿਰ ਸਥਿਤੀ ਕਹਿੰਦੇ ਜਿਹੜੀ ਟੈਕਨੀਕਲ ਇੰਪਰੂਵਮੈਂਟ ਹੈ ਉਹ ਕੀ ਹੈ ਕਨਸਟੈਂਟ ਹੈ ਟੈਕਨੀਕ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਚੇਂਜ ਨਹੀਂ ਹੁੰਦਾ ਉਤਪਾਦਨ ਦੀ ਆਧੁਨਿਕ ਕੁਸ਼ਲ ਤਕਨੀਕ ਦਾ ਪ੍ਰਯੋਗ ਕਹਿੰਦੇ ਮਾਡਰਨ ਵੇ ਆਫ ਪ੍ਰੋਡਕਸ਼ਨ ਦਾ ਜਿਹੜਾ ਕੀ ਆ ਯੂਜ਼ ਕੀਤਾ ਜਾਂਦਾ ਹੈ ਮਾਡਰਨ ਮੈਥਡਸ ਆਫ ਪ੍ਰੋਡਕਸ਼ਨ ਐਂਡ ਨੈਕਸਟ ਇਜ਼ ਆ ਨਿਸ਼ਚਿਤ ਸਮਾਂ ਅਵਧੀ ਕਹਿੰਦੇ ਇੱਕ ਪਾਰਟਿਕੂਲਰ ਟਾਈਮ ਪੀਰੀਅਡ ਦੇ ਵਿੱਚ ਹੀ ਜਿਹੜੀ ਪ੍ਰੋਡਕਸ਼ਨ ਹੈ ਹੋਏਗੀ ਜਿਵੇਂ ਕਿ ਸ਼ਾਰਟ ਰਨ ਤੇ ਲੌਂਗ ਰਨ 2 ਟਾਈਮ ਪੀਰੀਅਡਸ ਦੇ ਵਿੱਚ ਆਪਾਂ ਪ੍ਰੋਡਕਸ਼ਨ ਕਰਦੇ ਹੁੰਦੇ ਆ ਐਂਡ ਡੀਪਲੀ ਜੇ ਦੇਖੀਏ ਤਾਂ 4 ਟਾਈਮ ਪੀਰੀਅਡਸ ਦੇ ਵਿੱਚ ਜਿਹੜੀ ਆਪਣੀ ਪ੍ਰੋਡਕਸ਼ਨ ਹੈ ਉਹਨੂੰ ਡਿਵਾਈਡ ਕੀਤਾ ਹੋਇਆ ਹੈ ਵੈਰੀ ਸ਼ਾਰਟ
ਲੌਂਗ ਵੈਰੀ ਲੌਂਗ, ਠੀਕ ਹੈ, ਟਾਈਮ ਪੀਰੀਅਡਸ। ਐਂਡ ਉਸ ਤੋਂ ਬਾਅਦ ਹੈ ਉਤਪਾਦਨ ਦੇ ਸਾਧਨਾਂ ਦੀਆਂ ਦਿੱਤੀਆਂ ਹੋਈਆਂ ਕੀਮਤਾਂ। ਕਹਿੰਦੇ ਉਤਪਾਦਨ ਦੇ ਜਿਹੜੇ ਸਾਧਨ ਨੇ ਜਿਵੇਂ ਕਿ ਲੈਂਡ, ਲੇਬਰ, ਕੈਪੀਟਲ, ਕਹਿੰਦੇ ਇਹਨਾਂ ਦੀ ਜਿਹੜੀ ਪ੍ਰਾਈਸ ਹੈ ਉਹ ਕੀਮਤਾਂ ਨੇ ਜੋ ਆਪਾਂ ਪੇ ਕਰਦੇ ਹਾਂ। ਜਿਵੇਂ ਕਿ ਆਪਣੇ ਲੇਬਰ ਨੂੰ ਯੂਜ਼ ਕੀਤਾ ਹੈ ਪ੍ਰੋਡਕਸ਼ਨ ਦੇ ਲਈ, ਤਾਂ ਲੇਬਰ ਨੂੰ ਆਪਾਂ ਉਸ ਦੇ ਬਦਲੇ ਕੀ ਦਿੰਦੇ ਹਾਂ, ਵੇਜਿਸ ਦਿੰਦੇ ਹਾਂ। ਕਹਿੰਦੇ ਜਿਹੜੀ ਇਹ ਫੈਕਟਰਸ ਦੀ ਕਾਸਟ ਹੈ, ਕਹਿੰਦੇ ਇਹ ਕੀ ਉਤਪਾਦਨ ਦੇ ਸਾਧਨਾਂ ਦੀ ਦਿੱਤੀਆਂ ਹੋਈਆਂ ਕੀਮਤਾਂ ਨੇ ਜਿਹੜੀਆਂ ਉਤਪਾਦਨ ਦੇ ਲਈ ਆਪਾਂ ਜਿਹੜੀਆਂ ਫੈਕਟਰ ਪ੍ਰੋਡਕਸ਼ਨਸ ਯੂਜ਼ ਕਰਦੇ ਆ ਉਹਨਾਂ ਦੇ ਥਰੂ ਵੀ ਜਿਹੜੀ ਆਪਣੀ ਪ੍ਰੋਡਕਸ਼ਨ ਉਹ ਅਫੈਕਟ ਹੁੰਦੀ ਆ। ਜਿਵੇਂ ਕਿ ਲੇਬਰ, ਅਗਰ ਲੇਬਰ ਦੀ ਵੇਜਿਸ ਵੱਧ ਜਾਂਦੇ ਨੇ ਤਾਂ ਲੇਬਰ ਦੀ ਡਿਮਾਂਡ ਘਟੇਗੀ, ਜਿਹਦੇ ਥਰੂ ਪ੍ਰੋਡਕਸ਼ਨ ਵੀ ਕੀ ਆ, ਘਟੇਗੀ। ਤਾਂ ਇਸ ਤਰ੍ਹਾਂ ਸਾਧਨਾਂ ਦੇ ਥਰੂ ਵੀ ਜਿਹੜੀ ਆਪਣੀ ਪ੍ਰੋਡਕਸ਼ਨ ਉਹ 'ਤੇ ਅਫੈਕਟ ਪੈਂਦਾ ਹੈ। These are the assumptions of production function ਜੋ ਆਪਾਂ ਮੰਨ ਕੇ ਚੱਲਦੇ ਆ। ਐਂਡ the next is ਉਤਪਾਦਨ ਫਲਨ ਦੀਆਂ ਵਿਸ਼ੇਸ਼ਤਾਵਾਂ। ਕਹਿੰਦੇ ਉਤਪਾਦਨ ਫਲਨ ਦੀਆਂ ਕੀ ਵਿਸ਼ੇਸ਼ਤਾਵਾਂ ਨੇ, ਫੀਚਰਸ ਕੀ ਨੇ। ਫਸਟ ਇਸ ਪ੍ਰਤਿਸਥਾਪਨ। ਕਹਿੰਦੇ ਜਿਹੜੇ ਕੁਝ ਇਨਪੁਟਸ ਨੇ ਉਹਨਾਂ ਦੇ ਵਿੱਚ ਆਪਾਂ ਸਬਸਟੀਟਿਊਸ਼ਨਸ ਕਰ ਸਕਦੇ ਹਾਂ, ਜਿਵੇਂ ਕਿ ਆਪਣਾ ਲੇਬਰ ਐਂਡ ਕੈਪੀਟਲਸ ਹੋ ਗਿਆ। ਆਪਾਂ ਲੇਬਰ ਦੀ ਵਰਤੋਂ ਨਾ ਕਰਦੇ ਹੋਏ ਕੈਪੀਟਲਸ ਮੀਨਸ ਮਸ਼ੀਨਾਂ ਨੂੰ ਯੂਜ਼ ਕਰਕੇ ਆਪਣੀ ਜਿਹੜੀ ਪ੍ਰੋਡਕਸ਼ਨ ਉਹਨੂੰ ਇਨਕਰੀਜ਼ ਕਰ ਸਕਦੇ ਹਾਂ। ਸੈਕੰਡ ਇਜ਼ ਪੂਰਕਤਾ। ਕਹਿੰਦੇ ਕਈ ਜਿਹੜੇ ਗੁੱਡਸ ਨੇ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਪੂਰਕ ਹੁੰਦੇ ਨੇ, ਤਾਂ ਟੂ ਗੁੱਡਸ ਨੂੰ ਆਪਾਂ ਨੂੰ ਇਕੱਠੇ ਕੀ ਕਰਨਾ ਪੈਂਦਾ ਹੈ, ਪ੍ਰੋਡਿਊਸ ਕਰਨਾ ਪੈਂਦਾ ਹੈ। ਵਿਸ਼ਿਸ਼ਟਤਾ ਮੀਨਸ ਸਪੈਸ਼ਲਿਟੀ। ਕਹਿੰਦੇ ਸਪੈਸ਼ਲ ਹੋਣਾ ਜਦੋਂ ਪ੍ਰੋਡਕਸ਼ਨ ਦੀਆਂ ਟੈਕਨੀਕਸ ਜ਼ਿਆਦਾ ਮਾਡਰਨ ਹੁੰਦੀਆਂ ਨੇ ਜਾਂ ਵੇ ਆਫ ਮੈਥਡਸ ਜਿਹੜਾ ਸਹੀ ਹੁੰਦਾ ਹੈ, ਤਦ ਕਹਿੰਦੇ ਵਿਸ਼ਿਸ਼ਟਤਾ ਹੁੰਦੀ ਹੈ। ਆਪਣੀ ਜਿਹੜੀ ਪ੍ਰੋਡਕਸ਼ਨ ਹੈ ਮੀਨਸ ਇਨਪੁਟਸ ਦੇ ਨਾਲੋਂ ਜਿਹੜੀ ਆਪਣੀ ਆਊਟਪੁੱਟ ਆ ਉਹ ਕੀ ਹੁੰਦੀ ਹੈ, ਜ਼ਿਆਦਾ ਹੁੰਦੀ ਆ। ਨੈਕਸਟ ਉਤਪਾਦਨ ਫਲਨ ਕੀਮਤਾਂ ਤੋਂ ਸੁਤੰਤਰ ਹੁੰਦੇ ਹਨ। ਕਹਿੰਦੇ ਜਿਹੜੇ ਪ੍ਰੋਡਕਸ਼ਨ ਫੰਕਸ਼ਨ ਨੇ ਉਹ ਕੀ ਆ, ਕੀਮਤਾਂ ਤੋਂ ਸਥਿਰ ਹੁੰਦੇ ਨੇ। ਕੀਮਤਾਂ ਦਾ ਇਹਨਾਂ ਤੇ ਕੋਈ ਵੀ ਇਫੈਕਟ ਨਹੀਂ ਪੈਂਦਾ। ਆਪਾਂ ਜਿਹੜੀ ਆਪਣੀ ਕਿਉਂਕਿ ਸਪਲਾਈ ਉਹ ਡਿਮਾਂਡ ਤੇ ਡਿਪੈਂਡ ਕਰਦੀ ਹੈ, ਨਾ ਕਿ ਪ੍ਰਾਈਸਿਸ ਤੇ ਡਿਪੈਂਡ ਕਰਦੀ ਹੈ। ਅੱਗੇ ਹੈਗਾ ਤਕਨੀਕੀ ਗਿਆਨ ਦੀ ਸਥਿਤੀ ਦੁਆਰਾ ਉਤਪਾਦਨ ਫਲਨ ਦਾ ਨਿਰਧਾਰਨ ਹੁੰਦਾ ਹੈ। ਕਹਿੰਦੇ ਟੈਕਨੀਕਲ ਇੰਪਰੂਵਮੈਂਟ ਦੇ ਥਰੂ ਜਿਹੜਾ ਆਪਣਾ ਉਤਪਾਦਨ ਫਲਨ ਹੈ ਉਸ ਦਾ ਨਿਰਧਾਰਨ ਹੁੰਦਾ ਹੈ, ਫਿਕਸੇਸ਼ਨ ਹੁੰਦੀ ਹੈ। These are the features of production function. Next is उत्पादन फलन दे प्रकार। कहते types of production function। ਜਿਹੜੀ production functions ने ਉਹਨਾਂ ਦੇ types ਕਿੰਨੀਆਂ ਨੇ। production function ਦੀਆਂ two types ਨੇ, ਠੀਕ ਹੈ। ਇੱਕ ਤਾਂ time period ਦੇ according short run production function and second is a long run production function, ਠੀਕ ਹੈ। ਜਾਂ ਆਪਾਂ 3 ਦੇ ਵਿੱਚ ਵੀ ਡਿਵਾਈਡ ਕਰ ਸਕਦੇ ਹਾਂ। ਫਰਸਟ ਇਜ਼ ਪ੍ਰੋਡਕਸ਼ਨ ਫੰਕਸ਼ਨ ਇਨਵੋਲਵਿੰਗ ਚੇਂਜ ਇਨ ਪ੍ਰੋਪੋਰਸ਼ਨ, ਪ੍ਰੋਡਕਸ਼ਨ ਫੰਕਸ਼ਨ ਇਨਵੋਲਵਿੰਗ ਚੇਂਜ ਇਨ ਸਕੇਲ, ਪ੍ਰੋਡਕਸ਼ਨ ਫੰਕਸ਼ਨ ਇਨਵੋਲਵਿੰਗ ਚੇਂਜ ਇਨ ਪ੍ਰੋਪੋਰਸ਼ਨ ਔਰ ਸਕੇਲ। ਦੋਨੋਂ ਦਾ ਮਿਕਸਚਰ ਹੈ ਜੋ। ਤਾਂ ਫਰਸਟ ਇਜ਼ ਦਾ ਪ੍ਰੋਡਕਸ਼ਨ ਫੰਕਸ਼ਨ। ਤਾਂ ਪ੍ਰੋਡਕਸ਼ਨ ਫੰਕਸ਼ਨ ਨੂੰ ਟੂ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ, ਸ਼ਾਰਟ ਰਨ ਪ੍ਰੋਡਕਸ਼ਨ ਫੰਕਸ਼ਨ ਐਂਡ ਲੌਂਗ ਰਨ ਪ੍ਰੋਡਕਸ਼ਨ ਫੰਕਸ਼ਨ। ਕਿਉਂਕਿ ਜਿਹੜੀ ਆਪਣੀ ਸ਼ਾਰਟ ਰਨ ਤੇ ਲੌਂਗ ਰਨ ਦੀ ਜਿਹੜੀ ਪ੍ਰੋਡਕਸ਼ਨ ਹੁੰਦੀ ਹੈ ਉਹ ਅਲੱਗ-ਅਲੱਗ ਜਿਹੜੇ ਹੈ ਚੀਜ਼ਾਂ ਤੇ ਡਿਪੈਂਡ ਕਰਦੀਆਂ, ਇਹਨਾਂ ਨੂੰ ਅਲੱਗ ਚੀਜ਼ਾਂ ਅਫੈਕਟ ਕਰਦੀਆਂ ਨੇ। ਤਾਂ ਸ਼ਾਰਟ ਰਨ ਪ੍ਰੋਡਕਸ਼ਨ ਫੰਕਸ਼ਨ ਐਂਡ ਲੌਂਗ ਰਨ ਪ੍ਰੋਡਕਸ਼ਨ ਫੰਕਸ਼ਨ। ਸਭ ਤੋਂ ਪਹਿਲਾਂ ਸ਼ਾਰਟ ਰਨ ਜਿਹੜੀ ਪ੍ਰੋਡਕਸ਼ਨ ਫੰਕਸ਼ਨ ਹੈ ਉਹਦੇ ਵਿੱਚ ਆਪਾਂ ਰਿਟਰਨ ਟੂ ਅ ਫੈਕਟਰ ਪੜਾਂਗੇ ਵੀ ਵਨ ਫੈਕਟਰ ਵੇਰੀਏਬਲਸ, ਜਿਹਦੇ ਵਿੱਚ ਕਹਿੰਦੇ ਵਨ ਜਿਹੜਾ ਫੈਕਟਰਸ ਹੁੰਦਾ ਉਹ ਵੇਰੀਏਬਲ ਹੁੰਦਾ ਐਂਡ ਅਦਰ ਫੈਕਟਰ ਆਫ ਪ੍ਰੋਡਕਸ਼ਨਸ ਨੇ ਉਹ ਜਿਹੜੇ ਕੀ ਹੁੰਦੇ ਨੇ, ਫਿਕਸਡ ਹੁੰਦੇ ਨੇ। ਜਿਵੇਂ ਕਿ ਮੰਨ ਲਈਏ ਲੈਂਡ, ਲੇਬਰ, ਕੈਪੀਟਲ। ਇਹਦੇ ਵਿੱਚ ਵੀ ਲੈਂਡ ਤੇ ਲੇਬਰ ਤੇ ਕੈਪੀਟਲ ਹੈ, ਆਪਾਂ ਉਹਨੂੰ ਇਨਕਰੀਜ਼ ਕਰ ਸਕਦੇ ਹਾਂ, ਲੇਕਿਨ ਆਪਾਂ ਲੈਂਡ ਦੇ ਸਾਈਜ਼ ਨੂੰ ਇਨਕਰੀਜ਼ ਨਹੀਂ ਕਰ ਸਕਦੇ ਕਿਉਂਕਿ ਲੈਂਡ ਇਜ਼ ਅ ਫਿਕਸਡ ਰਿਸੋਰਸਿਸ। ਤਦ ਵੀ ਕਹਿੰਦੇ ਜਿਹੜੀ ਆਪਣੀ ਸ਼ਾਰਟ ਰਨ ਦੀ ਪ੍ਰੋਡਕਸ਼ਨ ਉਹ ਕੀ ਰਹਿੰਦੀ ਹੈ, ਫਿਕਸਡ ਰਹਿੰਦੀ ਹੈ। ਨੈਕਸਟ ਇਜ਼ ਸ਼ਾਰਟ ਰਨ ਐਨਾਲਾਈਸਿਸ। ਸ਼ਾਰਟ ਰਨ ਪ੍ਰੋਡਕਸ਼ਨ ਫੰਕਸ਼ਨ ਨੂੰ ਆਪਾਂ ਸ਼ਾਰਟ ਰਨ ਐਨਾਲਾਈਸਿਸ ਵੀ ਕਹਿੰਦੇ ਆ। ਥੋੜੇ ਸਮੇਂ ਦੇ ਵਿੱਚ ਜਦੋਂ ਆਪਾਂ ਨੇ ਪ੍ਰੋਡਕਸ਼ਨ ਕਰਨੀ ਹੈ ਤਾਂ ਇਹ ਉਸ ਤੇ ਡਿਪੈਂਡ ਕਰਦੀ ਹੈ। ਨੈਕਸਟ ਇਜ਼ ਲਾਅ ਆਫ ਵੇਰੀਏਬਲ ਪ੍ਰੋਪੋਰਸ਼ਨ। ਲਾਅ ਆਫ ਵੇਰੀਏਬਲ ਪ੍ਰੋਪੋਰਸ਼ਨ ਸਾਨੂੰ ਕੀ ਦੱਸਦਾ ਹੈ, ਚੇਂਜ ਦੱਸਦਾ ਹੈ, ਇਕੁਅਲ ਚੇਂਜ ਇਨ ਦਾ ਫੈਕਟਰ ਆਫ ਪ੍ਰੋਡਕਸ਼ਨਸ ਕਿ ਕਿਸ ਤਰ੍ਹਾਂ ਜਿਹੜੇ ਫੈਕਟਰ ਆਫ ਪ੍ਰੋਡਕਸ਼ਨਸ ਨੇ ਆਪਾਂ ਉਹਨਾਂ ਦੇ ਵਿੱਚ ਚੇਂਜ ਕਰਕੇ ਆਪਣੀ ਆਊਟਪੁੱਟ ਨੂੰ ਇਨਕਰੀਜ਼ ਕਰ ਸਕਦੇ ਹਾਂ। ਐਂਡ ਲੌਂਗ ਰਨ ਪ੍ਰੋਡਕਸ਼ਨ ਫੰਕਸ਼ਨ ਦੇ ਵਿੱਚ ਆਪਾਂ ਦੇਖਾਂਗੇ ਰਿਟਰਨ ਟੂ ਅ ਸਕੇਲ, ਜਿਹਦੇ ਵਿੱਚ ਜਿਹੜੇ ਸਾਰੇ ਫੈਕਟਰ ਆਫ ਪ੍ਰੋਡਕਸ਼ਨਸ ਹੁੰਦੇ ਨੇ ਉਹ ਕੀ ਹੁੰਦੇ ਨੇ, ਵੇਰੀਏਬਲ ਹੁੰਦੇ ਨੇ। ਕੋਈ ਵੀ ਫੈਕਟਰ ਫਿਕਸ ਨਹੀਂ ਰਹਿੰਦਾ। ਆਪਾਂ ਸਾਰੇ ਫੈਕਟਰਸ ਮੀਨਸ ਇਨਪੁਟਸ ਨੂੰ ਇਨਕਰੀਜ਼ ਕਰਕੇ ਆਪਣੀ ਆਊਟਪੁੱਟ ਨੂੰ ਡਿਕਰੀਜ਼ ਕਰ ਸਕਦੇ ਹਾਂ, ਇਨਪੁਟ ਨੂੰ ਡਿਕਰੀਜ਼ ਕਰਕੇ ਆਪਣੀ ਆਊਟਪੁੱਟ ਨੂੰ ਡਿਕਰੀਜ਼ ਕਰ ਸਕਦੇ ਹਾਂ। ਨੈਕਸਟ ਇਜ਼ ਦਾ ਆਲ ਫੈਕਟਰ ਵੇਰੀਏਬਲਸ। ਕਹਿੰਦੇ ਇਹਦੇ ਵਿੱਚ ਕੀ ਨੇ, ਜਿੰਨੇ ਵੀ ਫੈਕਟਰਸ ਨੇ ਉਹ ਵੇਰੀਏਬਲਸ ਹੁੰਦੇ ਨੇ, ਸਭ ਨੂੰ ਆਪਾਂ ਚੇਂਜ ਕਰ ਸਕਦੇ ਹਾਂ। ਇਹਦੇ ਵਿੱਚ ਫਿਕਸ ਫੈਕਟਰ ਕੋਈ ਵੀ ਨਹੀਂ ਹੁੰਦਾ ਹੈ। ਇਹ ਲੌਂਗ ਰਨ ਐਨਾਲਾਈਸਿਸ ਹੈ, ਇਹਨੂੰ ਲੌਂਗ ਰਨ ਐਨਾਲਾਈਸਿਸ ਵੀ ਕਹਿੰਦੇ ਆ, ਜਿਹਦੇ ਵਿੱਚ ਸਾਰੇ ਫੈਕਟਰਸ ਵੇਰੀਏਬਲ ਨੇ। ਰਿਟਰਨ ਟੂ ਸਕੇਲ ਅਪਲਾਈ ਹੁੰਦਾ ਹੈ, ਲੌਂਗ ਰਨ ਪ੍ਰੋਡਕਸ਼ਨ ਫੰਕਸ਼ਨ ਹੈ ਇਹ। ਐਂਡ ਨੈਕਸਟ ਇਜ਼ ਦਾ ਲਾਅ ਆਫ ਰਿਟਰਨ ਟੂ ਸਕੇਲ। ਕਹਿੰਦੇ ਇਹਦੇ ਵਿੱਚ ਲਾਅ ਆਫ ਰਿਟਰਨ ਟੂ ਸਕੇਲ ਅਪਲਾਈ ਹੁੰਦਾ ਹੈ, ਮੀਨਸ ਸਾਰੇ ਇਨਪੁਟਸ ਦੇ ਵਿੱਚ ਚੇਂਜ ਹੋਣ ਦੇ ਨਾਲ ਆਪਣੀ ਆਊਟਪੁੱਟ ਕਿੰਨੀ ਚੇਂਜ ਹੋਏਗੀ। ਇਹਦੇ ਵਿੱਚ ਜਿਹੜੇ ਸਾਰੇ
फैक्टर ऑफ प्रोडक्शंस ने वेरिएबल्स ਹੁੰਦੇ ਨੇ ਸਭ ਨੂੰ ਆਪਾਂ ਇਨਕਰੀਜ਼ ਕਰਕੇ ਆਪਣੀ ਪ੍ਰੋਡਕਸ਼ਨ ਨੂੰ ਕੀ ਕਰ ਸਕਦੇ ਆ ਇਨਕਰੀਜ਼ ਕਰ ਸਕਦੇ ਆ ਇਹ ਤਾਂ ਸੀਗਾ ਆਪਣਾ ਟਾਈਪਸ ਆਫ ਪ੍ਰੋਡਕਸ਼ਨ ਫੰਕਸ਼ਨ ਸ਼ਾਰਟ ਰਨ ਤੇ ਲੌਂਗ ਰਨ ਦੀ ਪ੍ਰੋਡਕਸ਼ਨ ਫੰਕਸ਼ਨਸ ਨੈਕਸਟ ਇਜ਼ ਦਾ ਸ਼ਾਰਟ ਰਨ ਪ੍ਰੋਡਕਸ਼ਨ ਫੰਕਸ਼ਨ ਕਹਿੰਦੇ ਸ਼ਾਰਟ ਰਨ ਪ੍ਰੋਡਕਸ਼ਨ ਫੰਕਸ਼ਨ ਕੀ ਹੁੰਦਾ ਹੈ थोड़े समय ਦੇ ਲਈ ਜਦੋਂ ਆਪਾਂ ਕੀ ਕਰਦੇ ਆ ਆਪਣੀ ਪ੍ਰੋਡਕਸ਼ਨ ਕਰਦੇ ਆ ਤਾਂ ਦਿਸ ਇਜ਼ ਅ ਸ਼ਾਰਟ ਰਨ ਪ੍ਰੋਡਕਸ਼ਨ ਫੰਕਸ਼ਨ ਅਲਪਕਾਲੀਨ ਉਤਪਾਦਨ ਫਲਨ ਕਹਿੰਦੇ ਅਲਪਕਾਲ ਉਹ ਸਮਾਂ ਹੈ ਜਿਸ ਵਿੱਚ ਅਸੀਂ ਕੇਵਲ ਪਰਿਵਰਤਨਸ਼ੀਲ ਸਾਧਨਾਂ ਦੀ ਮਾਤਰਾ ਨੂੰ ਘੱਟ ਜਾਂ ਜ਼ਿਆਦਾ ਕਰਕੇ ਉਤਪਾਦਨ ਦੀ ਮਾਤਰਾ ਵਿੱਚ ਪਰਿਵਰਤਨ ਕਰ ਸਕਦੇ ਹਾਂ अल्पकाल कहते वो सी में जिस ਵਿੱਚ केवल परिवर्तनशील साधन मतलब ਜਿਹੜੇ ਆਪਣੇ ਵੇਰੀਏਬਲਸ ਫੈਕਟਰਸ ਨੇ ਆਪਾਂ ਉਹਨਾਂ ਦੀ ਕੁਆਂਟੀਟੀ ਇਨਕਰੀਜ਼ ਡਿਕਰੀਜ਼ ਕਰਕੇ ਆਪਣੀ ਜਿਹੜੀ ਪ੍ਰੋਡਕਸ਼ਨ ਉਹਨੂੰ ਇਨਕਰੀਜ਼ ਡਿਕਰੀਜ਼ ਕਰ ਸਕਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਇੱਥੇ ਗੱਲ ਧਿਆਨ ਦੇਣ ਦੀ ਹੋਇਆ ਹੈ ਸਭ ਤੋਂ ਪਹਿਲਾਂ ਫਿਕਸਡ ਅਤੇ ਵੇਰੀਏਬਲ ਫੈਕਟਰਸ ਦੀ ਆਪਾਂ ਗੱਲ ਕਰਦੇ ਹਾਂ ਫਿਕਸਡ ਫੈਕਟਰ ਕਿਉਂਕਿ ਫੈਕਟਰ ਆਫ ਪ੍ਰੋਡਕਸ਼ਨ ਦੇ ਵਿੱਚ ਕੁਝ ਜਿਹੜੇ ਫੈਕਟਰਸ ਨੇ ਸ਼ਾਰਟ ਰਨ ਦੇ ਵਿੱਚ ਫਿਕਸ ਰਹਿੰਦੇ ਨੇ ਕੁਝ ਜਿਹੜੇ ਹੁੰਦੇ ਨੇ ਵੇਰੀਏਬਲਸ ਹੁੰਦੇ ਨੇ ਕੁਝ ਨੂੰ ਆਪਾਂ ਚੇਂਜ ਕਰ ਸਕਦੇ ਹਾਂ ਜਿਵੇਂ ਕਿ ਸ਼ਾਰਟ ਰਨ ਦੇ ਵਿੱਚ ਥੋੜਾ ਟਾਈਮ ਪੀਰੀਅਡਸ ਹੁੰਦਾ ਆਪਣੇ ਕੋਲ ਇੰਨੀ ਕਈ ਵਾਰ ਇਨਕਮ ਨਹੀਂ ਹੁੰਦੀ ਕਿ ਆਪਾਂ ਨਿਊ ਲੈਂਡ ਲੈ ਸਕੀਏ ਐਂਡ ਆਪਾਂ ਨਿਊ ਜਿਹੜੀ ਹੈ ਮਸ਼ੀਨਰੀ ਬਾਏ ਕਰ ਸਕੀਏ ਉਦੋਂ ਕਹਿੰਦੇ ਆਪਾਂ ਨੂੰ ਵੇਰੀਏਬਲਸ ਫੈਕਟਰਸ ਦੇ ਵਿੱਚ ਚੇਂਜ ਕਰਕੇ ਆਪਣੀ ਜਿਹੜੀ ਆਊਟਪੁੱਟ ਹੈ ਉਹਨੂੰ ਇਨਕਰੀਜ਼ ਕਰਨਾ ਹੁੰਦਾ ਹੈ ਕਹਿੰਦੇ ਤਦ ਕਹਿੰਦੇ ਆਪਾਂ ਦੇਖਦੇ ਹਾਂ ਫਿਕਸਡ ਐਂਡ ਵੇਰੀਏਬਲਸ ਫੈਕਟਰਸ ਕਿਹੜੇ ਹੁੰਦੇ ਨੇ ਫਿਕਸਡ ਇਨਪੁਟਸ ਐਂਡ ਫੈਕਟਰ ਆਫ ਪ੍ਰੋਡਕਸ਼ਨ ਤਾਂ ਫਿਕਸਡ ਫੈਕਟਰਸ ਕਿਹੜੇ ਹੁੰਦੇ ਨੇ ਆ ਫਿਕਸਡ ਇਨਪੁਟਸ ਆਫ ਫੈਕਟਰ ਆਫ ਪ੍ਰੋਡਕਸ਼ਨ ਇਜ਼ ਡਿਫਾਈਨਡ ਐਜ਼ ਵਨ the quantity of which cannot be changed in the short run as the level of output changes ਕਹਿੰਦੇ ਜਦੋਂ ਆਊਟਪੁੱਟ ਚੇਂਜ ਹੁੰਦੀ ਹੈ ਸ਼ਾਰਟ ਰਨ ਦੇ ਵਿੱਚ ਤਾਂ ਇਸ ਦੇ ਨਾਲ ਜਿਹੜੇ ਫਿਕਸਡ ਫੈਕਟਰਸ ਨੇ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਚੇਂਜ ਨਹੀਂ ਹੁੰਦਾ ਉਹ ਫਿਕਸ ਰਹਿੰਦੇ ਨੇ some examples of fixed inputs are plants major equipments buildings services of management and supply of skilled labor these are the samples of fixed inputs ਫਿਕਸਡ ਇਨਪੁਟਸ ਜਿਹੜੇ ਸ਼ਾਰਟ ਰਨ ਦੇ ਵਿੱਚ ਫਿਕਸ ਰਹਿੰਦੇ ਨੇ ਆਪਾਂ ਇੰਨੀ ਜਲਦੀ ਇਹਨਾਂ ਦੇ ਵਿੱਚ ਇਨਕਰੀਜ਼ ਨਹੀਂ ਕਰ ਸਕਦੇ ਜਿਵੇਂ ਕਿ ਕੱਲ ਮੈਨੂੰ ਆਪਣਾ ਆਰਡਰ ਆਇਆ ਕਿਸੇ ਵੀ ਨਿਊ ਗੁੱਡਸ ਦਾ ਕਿ ਮੈਂ 100 to 20 ਜਿਹੜੀ 200 ਗੁੱਡਸ ਨੂੰ ਪ੍ਰੋਡਿਊਸ ਕਰਨੀਆਂ ਨੇ ਤਾਂ ਹੁਣ ਇੱਕ ਦਿਨ ਦੇ ਵਿੱਚ ਕੀ ਆ ਮੈਂ ਇੰਨੀ ਜਲਦੀ ਨਾ ਤਾਂ ਨਵੀਂ ਮਸ਼ੀਨ ਲੈ ਕੇ ਆ ਸਕਦੀ ਹਾਂ ਠੀਕ ਹੈ ਨਾ ਮੇਰੇ ਕੋਲ ਕੈਪੀਟਲ ਹੈ ਤਦ ਮੈਂ ਕੀ ਕਰ ਸਕਦੀ ਹਾਂ ਆਪਣਾ ਰॉ ਮਟੀਰੀਅਲ ਤੇ ਲੇਬਰ ਦੀ ਕੁਆਂਟੀਟੀ ਇਨਕਰੀਜ਼ ਕਰਕੇ ਆਪਣੀ ਜਿਹੜੀ ਪ੍ਰੋਡਕਸ਼ਨ ਉਹਨੂੰ ਇਨਕਰੀਜ਼ ਕਰ ਸਕਦੀ ਹਾਂ ਤਦ ਕਹਿੰਦੇ ਜਿਹੜੇ ਫਿਕਸਡ ਇਨਪੁਟਸ ਨੇ ਉਹ ਸ਼ਾਰਟ ਟਰਮ ਦੇ ਵਿੱਚ ਫਿਕਸ ਰਹਿੰਦੇ ਨੇ ਜਿਵੇਂ ਕਿ ਲੈਂਡ ਹੋ ਗਿਆ ਲੈਂਡ ਨੂੰ ਮੈਂ ਇੱਕਦਮ ਇਨਕਰੀਜ਼ ਨਹੀਂ ਕਰ ਸਕਦੀ ਐਂਡ ਆਪਣਾ ਲੈਂਡ ਤੋਂ ਇਲਾਵਾ ਆਪਣਾ ਮਸ਼ੀਨਰੀ ਹੋ ਗਿਆ ਮਸ਼ੀਨਰੀ ਨੂੰ ਵੀ ਮੈਂ ਇੱਕਦਮ ਨਹੀਂ ਯੂਜ਼ ਕਰ ਸਕਦੀ ਲੈ ਸਕਦੀ ਤਾਂ ਬਿਲਡਿੰਗ ਦੇ ਸਾਈਜ਼ ਨੂੰ ਨਹੀਂ ਇਨਕਰੀਜ਼ ਕਰ ਸਕਦੀ ਵੱਡੇ ਇਕਵਿਪਮੈਂਟਸ ਨਹੀਂ ਲੈ ਸਕਦੀ ਤਦ ਕਹਿੰਦੇ ਉਹਨਾਂ ਦੇ ਕੇਸ ਦੇ ਵਿੱਚ ਜਿਹੜੇ ਆਪਣੇ ਸ਼ਾਰਟ ਰਨ ਦੇ ਵਿੱਚ ਫੈਕਟਰਸ ਨੇ ਕੁਝ ਜਿਹੜੇ ਹੁੰਦੇ ਨੇ ਕੀ ਰਹਿੰਦੇ ਨੇ ਫਿਕਸ ਰਹਿੰਦੇ ਨੇ ਜਿਹਨਾਂ ਦੀ ਕੁਆਂਟੀਟੀ ਮੈਂ ਇਨਕਰੀਜ਼ ਨਹੀਂ ਕਰ ਸਕਦੀ ਨਾ ਤਾਂ ਵਧਾ ਸਕਦੀ ਨਾ ਘਟਾ ਸਕਦੀ ਹਾਂ ਇਹ ਫਿਕਸ ਹੀ ਰਹਿਣਗੇ ਨੈਕਸਟ ਹੈ ਵੇਰੀਏਬਲਸ inputs or factor of productions ਹੁਣ variables inputs ਕੀ ਹੁੰਦੇ ਨੇ ਕਹਿੰਦੇ ਆ variables inputs or factor of productions is defined as one the quantity of which may be changed in the short run as the level of output changes ਕਹਿੰਦੇ ਜਦੋਂ short run ਦੇ ਵਿੱਚ level of output change ਦਾ means output increase ਹੁੰਦੀ ਆ ਤਾਂ ਆਪਣੇ ਜਿਹੜੇ producers ਨੇ firms ਨੇ ਉਹ ਵੀ ਆਪਣੇ ਜਿਹੜੇ inputs ਨੂੰ increase ਕਰਨਗੇ ਤਾਂ ਜੋ output increase ਹੋਵੇ market ਦੇ ਵਿੱਚ demand increase ਹੋਣ ਦੇ ਨਾਲ ਤਾਂ ਕੀ ਕਰਦੇ ਨੇ ਆਪਣੇ ਜਿਹੜੇ ਵੇਰੀਏਬਲਸ ਫੈਕਟਰਸ ਨੇ ਉਹਨਾਂ ਦੀ ਕੁਆਂਟੀਟੀ ਨੂੰ ਇਨਕਰੀਜ਼ ਡਿਕਰੀਜ਼ ਕਰਕੇ ਆਪਣੀ ਜਿਹੜੀ ਪ੍ਰੋਡਕਸ਼ਨ ਉਹਨੂੰ ਇਨਕਰੀਜ਼ ਕਰ ਸਕਦੇ ਨੇ ਅਗਰ ਸ਼ਾਰਟ ਰਨ ਦੇ ਵਿੱਚ ਕੀ ਹੈ ਡਿਮਾਂਡ ਜ਼ਿਆਦਾ ਹੈ ਤੇ ਸਪਲਾਈ ਘੱਟ ਹੈ ਤਦ ਆਪਾਂ ਵਿਦ ਦ ਹੈਲਪ ਆਫ ਵੇਰੀਏਬਲਸ ਫੈਕਟਰਸ ਜਿਨ੍ਹਾਂ ਨੂੰ ਚੇਂਜ ਕੀਤਾ ਜਾ ਸਕਦਾ ਹੈ ਥੋੜੇ ਸਮੇਂ ਦੇ ਵਿੱਚ ਉਹਨਾਂ ਦੀ ਕੁਆਂਟੀਟੀ ਨੂੰ ਇਨਕਰੀਜ਼ ਕਰਕੇ ਆਪਣੀ ਜਿਹੜੀ ਆਊਟਪੁੱਟ ਉਹਨੂੰ ਇਨਕਰੀਜ਼ ਕਰ ਸਕਦੇ ਹਾਂ ਤਾਂ ਫਿਕਸ ਵੇਰੀਏਬਲਸ ਫੈਕਟਰਸ ਕਿਹੜੇ ਹੁੰਦੇ ਨੇ ਜਿਵੇਂ ਕਿ ਲੇਬਰ ਹੋ ਗਿਆ ਲੇਬਰ ਦੀ ਡਿਮਾਂਡ ਮੈਂ ਇੱਕ ਦਿਨ ਦੇ ਵਿੱਚ ਕਰ ਸਕਦਾ ਐਂਡ ਲੇਬਰ ਤੋਂ ਇਲਾਵਾ ਰॉ ਮਟੀਰੀਅਲ ਹੋ ਗਿਆ ਮੈਂ ਕੱਚਾ ਮਾਲ ਵੀ ਲੈ ਸਕਦਾ ਹੈ ਤਾਂ ਕਿਉਂਕਿ ਇਹ ਫੈਕਟਰਸ ਨੇ ਜਿਹੜੇ ਵੇਰੀਏਬਲਸ ਨੇ ਇਹਨਾਂ ਨੂੰ ਘਟਾਇਆ ਵਧਾਇਆ ਜਾ ਸਕਦਾ ਤਾਂ ਇਹਨਾਂ ਦੀ ਹੈਲਪ ਦੇ ਨਾਲ ਮੈਂ ਕੀ ਕਰੂੰਗਾ ਆਪਣੀ ਜੋ ਵੀ ਹੈ ਪ੍ਰੋਡਕਸ਼ਨ ਉਹਨੂੰ ਕਰੂੰਗਾ ਆਪਣੀ ਸਪਲਾਈ ਨੂੰ ਡਿਮਾਂਡ ਦੇ ਇਕੁਅਲ ਕਰੂੰਗਾ ਪ੍ਰੋਡਕਸ਼ਨਸ ਕਰਕੇ ਜਿਵੇਂ ਕਿ ਫॉर ਐਗਜ਼ਾਮਪਲ ਵੀ ਮੈਂ ਥਰੂ ਤੁਹਾਨੂੰ ਸਮਝਾ ਦਨੀ ਆ ਫਿਕਸ ਤੇ ਵੇਰੀਏਬਲ ਇਨਪੁਟਸ ਦੇ ਵਿੱਚ ਡਿਫਰੈਂਸ ਹੈ ਜੋ ਵੀ ਕਹਿੰਦੇ ਮੰਨ ਲਓ ਸਪੋਜ਼ ਅ ਫਰਮ ਪ੍ਰਿੰਟਸ 1000 ਬੁక్స్ ਕਹਿੰਦੇ ਇੱਕ ਫਰਮ ਹੈ ਉਹ 1000 ਬੁక్స్ ਡੇਲੀ ਕੀ ਕਰਦੀ ਆ ਪ੍ਰੋਡਿਊਸ ਕਰਦੀ ਆ ਕਹਿੰਦੇ ਇਫ ਇਟ ਵਾਂਟਸ ਟੂ ਪ੍ਰਿੰਟ 2000 ਬੁక్స్ ਡੇਲੀ ਹੁਣ ਦੇਖੋ 1000 ਕੀ ਕਰਦੀ ਆ ਉਹ ਬੁక్స్ ਪ੍ਰੋਡਿਊਸ ਕਰਦੀ ਹੈ ਲੇਕਿਨ ਉਹਨੂੰ ਇੱਕ ਦਿਨ ਦੇ ਵਿੱਚ ਆਰਡਰ ਆਉਂਦਾ ਕਿ ਉਹਨੇ ਦੂਸਰੇ ਦਿਨ 2000 ਜਿਹੜੀਆਂ ਬੁక్స్ ਨੇ ਉਹ ਪ੍ਰੋਡਿਊਸ ਕਰਨੀਆਂ ਨੇ ਤਾਂ ਉਹ ਕੀ ਕਰੇਗੀ ਫਰਮ ਕਹਿੰਦੇ ਇਟ ਵਿਲ ਨਾਟ ਨੀਡ ਮੋਰ
ਤਾਂ ਉਹਨੂੰ ਕੀ ਹੈ ਮੋਰ ਫੈਕਟਰ ਆਫ ਪ੍ਰੋਡਕਸ਼ਨਸ ਚਾਹੀਦੇ ਨੇ, ਮਤਲਬ ਜਿਹੜੇ 4 ਫੈਕਟਰ ਆਫ ਪ੍ਰੋਡਕਸ਼ਨ ਨੇ लैंड लेबर कैपिटल एंड एंटरप्रेन्योर। ठीक है, एंटरप्रेन्योर ਛੱਡੋ, एंटरप्रेन्योर ਉਹ ਖੁਦ ਹੈ लैंड लेबर कैपिटल। ਹੁਣ ਉਹ ਕੀ ਕਰੇਗਾ, ਜਿਹੜੀ ਆਪਣੀ ਲੈਂਡ ਹੈ ਉਹਦੀ ਸਾਈਜ਼ ਨੂੰ ਵੀ ਇੱਕਦਮ ਇਨਕਰੀਜ਼ ਨਹੀਂ ਕਰ ਸਕਦਾ, ਕੈਪੀਟਲ ਨੂੰ ਵੀ ਨਹੀਂ ਲੈ ਕੇ ਆ ਸਕਦਾ, ਤੇ ਇਮੀਡੀਏਟਲੀ ਉਹ ਪ੍ਰਿੰਟਿੰਗ ਪ੍ਰੈਸ ਨੂੰ ਨਹੀਂ ਲੈ ਕੇ ਆ ਸਕਦਾ, ਬਿਲਡਿੰਗ ਨੂੰ ਨਹੀਂ ਇਨਕਰੀਜ਼ ਕਰ ਸਕਦਾ। ਕਹਿੰਦੇ ਇਹ ਫੈਕਟਰਸ ਕੀ ਨੇ, ਫਿਕਸ ਫੈਕਟਰਸ ਨੇ, ਇਹਨਾਂ ਦੇ ਵਿੱਚ ਆਪਾਂ ਈਜ਼ੀਲੀ ਚੇਂਜ ਨਹੀਂ ਕਰ ਸਕਦੇ ਸ਼ਾਰਟ ਰਨ ਦੇ ਵਿੱਚ। ਤਾਂ ਇਸ ਦੀ ਬਜਾਏ ਉਹ ਕੀ ਕਰੇਗਾ, ਵੇਰੀਏਬਲਸ ਫੈਕਟਰਸ ਦੇ ਵਿੱਚ ਚੇਂਜ ਕਰੇਗਾ, ਮੀਨਸ ਕੀ ਕਰੇਗਾ, ਲੇਬਰ ਨੂੰ ਯੂਜ਼ ਕਰੇਗਾ ਗੁड्स ਦੀ ਪ੍ਰੋਡਕਸ਼ਨ ਦੇ ਲਈ, ਤੇ ਉਸ ਤੋਂ ਇਲਾਵਾ ਕਹਿੰਦੇ ਦੋਜ਼ ਫੈਕਟਰਸ ਹੂ ਸਪਲਾਈ ਕੈਨ ਬੀ ਇਨਕਰੀਜ਼ ਇਮੀਡੀਏਟਲੀ ਐਜ਼ ਅ ਲੇਬਰ ਪੇਪਰ। ਕਹਿੰਦੇ ਇਹਨਾਂ ਦੀ ਸਪਲਾਈ ਇੱਕਦਮ ਕੀ ਹੁੰਦੀ ਹੈ, ਇਨਕਰੀਜ਼ ਹੁੰਦੀ ਹੈ, ਤੇ ਇਹਨਾਂ ਦੀ ਡਿਮਾਂਡ ਵੀ ਕਹਿੰਦੇ ਇਨਕਰੀਜ਼ ਹੋ ਜਾਂਦੀ ਹੈ। ਅਗਰ ਕਹਿੰਦੇ ਸ਼ਾਰਟ ਰਨ ਦੇ ਵਿੱਚ ਆਪਣੇ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨਾ ਹੈ ਤਾਂ ਲੇਬਰ ਤੇ ਪੇਪਰ ਨੂੰ ਮੈਂ ਯੂਜ਼ ਕਰੂੰਗਾ, ਤੇ ਲੇਬਰ ਤੇ ਪੇਪਰ ਨੂੰ ਯੂਜ਼ ਕਰਕੇ ਕੀ ਆ, ਪ੍ਰਿੰਟਿੰਗ ਪ੍ਰੈਸ ਤੇ ਬਿਲਡਿੰਗ ਰਿਪਰੈਜ਼ੈਂਟੇਟਿਵ ਫਿਕਸ ਨੇ, ਇਹਨਾਂ ਨੂੰ ਚੇਂਜ ਨਹੀਂ ਕਰੂੰਗਾ। ਤਾਂ ਪੇਪਰ ਤੇ ਆਪਣਾ ਜੋ ਹੈ ਲੇਬਰ, ਇਹਨੂੰ ਯੂਜ਼ ਕਰਕੇ ਮੈਂ ਜਿੰਨੀ 2000 ਗੁड्स ਦੀ ਆਪਣੇ बुक्स की प्रोडक्शन आप तो मंगी सी, मैं उन्नी प्रोडक्शंस दूसरे दिन कर दूंगा विद द हेल्प ऑफ वेरिएबल्स फैक्टर। अपने जो वेरिएबल्स फैक्टर्स ने उन्होंने चेंज करके कहते शॉर्ट रन दे विच ओनली वेरिएबल्स फैक्टर ਨੂੰ ਚੇਂਜ ਕਰਕੇ ਆਪਾਂ ਆਪਣੀ ਜਿਹੜੀ ਆਊਟਪੁੱਟ ਉਹਨੂੰ ਇਨਕਰੀਜ਼ ਕਰ ਸਕਦੇ ਹਾਂ। ਲੌਂਗ ਟਰਮ ਦੇ ਵਿੱਚ ਸਾਰੇ ਫੈਕਟਰਸ ਨੂੰ ਚੇਂਜ ਕਰਕੇ ਆਪਣੀ ਆਊਟਪੁੱਟ ਨੂੰ ਇਨਕਰੀਜ਼ ਕਰ ਸਕਦੇ ਹਾਂ। ਤਾਂ ਟਾਈਮ ਪੀਰੀਅਡ ਦੀ ਗੱਲ ਕਰੀਏ, ਕਹਿੰਦੇ ਜਿਹੜੀ ਟਾਈਮ ਪੀਰੀਅਡ ਹੈ, ਟਾਈਮ ਪੀਰੀਅਡ ਦੇ ਵਿੱਚ 2 ਟਾਈਮ ਪੀਰੀਅਡਸ ਹੁੰਦੇ ਨੇ, ਸ਼ਾਰਟ ਪੀਰੀਅਡ ਤੇ ਲੌਂਗ ਪੀਰੀਅਡ। ਜਿਵੇਂ ਕਿ ਮੈਂ ਤੁਸੀਂ ਦੇਖ ਰਹੀ ਹੈ ਸ਼ਾਰਟ ਪੀਰੀਅਡ ਜਿਹਦੇ ਵਿੱਚ ਕੁਝ ਜਿਹੜੇ ਫੈਕਟਰਸ ਹੁੰਦੇ ਨੇ ਫਿਕਸ ਹੁੰਦੇ ਨੇ ਪ੍ਰੋਡਕਸ਼ਨ ਤੇ, ਕੁਝ ਜਿਹੜੇ ਵੇਰੀਏਬਲਸ ਹੁੰਦੇ ਨੇ ਲੈਂਡ ਐਂਡ ਕੈਪੀਟਲ ਜਿਵੇਂ ਕਿ ਫਿਕਸ ਫੈਕਟਰ ਹੈ, ਲੇਬਰ ਐਂਡ ਜਿਹੜੀ ਆਪਣੀ ਲੇਬਰ ਐਂਡ ਰॉ ਮਟੀਰੀਅਲ ਹੈ, ਦਿਸ ਇਜ਼ ਅ ਵੇਰੀਏਬਲਸ ਫੈਕਟਰ। ਇਹਨਾਂ ਦੇ ਵਿੱਚ ਇਨਕਰੀਜ਼ ਕਰਕੇ ਸ਼ਾਰਟ ਟਰਮ ਦੇ ਵਿੱਚ ਆਪਾਂ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦੇ ਹਾਂ। ਲੌਂਗ ਰਨ ਦੇ ਵਿੱਚ ਸਾਰੇ ਫੈਕਟਰਸ ਦੇ ਵਿੱਚ ਚੇਂਜ ਕਰਕੇ ਮੀਨਸ ਆਪਾਂ ਲੈਂਡ ਲੇਬਰ ਕੈਪੀਟਲ ਤਿੰਨਾਂ ਦੇ ਵਿੱਚ ਚੇਂਜ ਕਰਕੇ ਆਪਣੀ ਆਊਟਪੁੱਟ ਨੂੰ ਜਿਹੜੀ ਨੂੰ ਇਨਕਰੀਜ਼ ਕਰਾਂਗੇ, ਕਿਉਂਕਿ ਸਾਰੇ ਫੈਕਟਰਸ ਨੇ ਜਿਹੜੇ ਲੌਂਗ ਪੀਰੀਅਡ ਦੇ ਵਿੱਚ ਉਹ ਕੀ ਹੁੰਦੇ ਨੇ, ਵੇਰੀਏਬਲਸ ਹੁੰਦੇ ਨੇ। ਅਗਰ ਆਪਣੇ ਕੋਲ 6-7 ਮੰਥਸ ਨੇ, 1 ਈਅਰ ਹੈ, ਤਾਂ ਆਪਾਂ ਈਜ਼ੀਲੀ ਆਪਣੀ ਬਿਲਡਿੰਗ ਦਾ ਸਾਈਜ਼ ਵੀ ਇਨਕਰੀਜ਼ ਕਰਾਂਗੇ ਤੇ ਪ੍ਰੋਡਕਸ਼ਨ ਵੀ ਇਨਕਰੀਜ਼ ਕਰ ਦੇਵਾਂਗੇ। ਨੈਕਸਟ ਹੈ ਆਪਣਾ ਸ਼ਾਰਟ ਰਨ ਪ੍ਰੋਡਕਸ਼ਨ ਫੰਕਸ਼ਨ, ਜਿਹਦੇ ਵਿੱਚ ਕੁਝ ਜਿਹੜੇ ਫੈਕਟਰ ਆਫ ਪ੍ਰੋਡਕਸ਼ਨਸ ਨੇ ਉਹ ਫਿਕਸ ਹੁੰਦੇ ਨੇ, ਕੁਝ ਜਿਹੜੇ ਹੁੰਦੇ ਨੇ ਉਹ ਕੀ ਹੁੰਦੇ ਨੇ, ਵੇਰੀਏਬਲ ਫੈਕਟਰ ਆਫ ਪ੍ਰੋਡਕਸ਼ਨਸ ਹੁੰਦੇ ਨੇ। ਕਹਿੰਦੇ ਇਨ ਦਾ ਸ਼ਾਰਟ ਰਨ ਮੋਰ ਔਰ ਲੈਸ ਯੂਨਿਟਸ ਆਫ ਵੇਰੀਏਬਲ ਫੈਕਟਰਸ ਆਰ ਅਪਲਾਈਡ। ਸ਼ਾਰਟ ਰਨ ਦੇ ਵਿੱਚ ਕੀ ਆ, ਸ਼ਾਰਟ ਰਨ ਦੇ ਵਿੱਚ ਕਹਿੰਦੇ ਆਪਾਂ ਮੋਰ ਜਾਂ ਲੈਸ ਯੂਨਿਟਸ ਨੇ ਜਿਹੜੇ ਉਹ ਵੇਰੀਏਬਲਸ ਫੈਕਟਰ ਦੇ ਯੂਜ਼ ਕਰਦੇ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨ ਦੇ ਲਈ। ਕਹਿੰਦੇ देयर आर 3 ਇੰਪੋਰਟੈਂਟ ਕਨਸੈਪਟਸ ਇਨ ਦਾ ਥਿਊਰੀ ਆਫ ਪ੍ਰੋਡਕਸ਼ਨਸ। ਕਹਿੰਦੇ ਥਿਊਰੀ ਆਫ ਪ੍ਰੋਡਕਸ਼ਨ ਦੇ ਵਿੱਚ 3 ਆਪਣੇ ਇੰਪੋਰਟੈਂਟ ਕਨਸੈਪਟਸ ਨੇ ਜਿਹਨਾਂ ਦਾ ਆਪਾਂ ਨੂੰ ਪਤਾ ਹੋਣਾ ਜ਼ਰੂਰੀ ਹੈ। ਤਾਂ ਇਹਨਾਂ ਦੇ ਵਿੱਚੋਂ ਫਰਸਟ ਹੈ ਟੋਟਲ ਪ੍ਰੋਡਕਸ਼ਨ। ਕਹਿੰਦੇ ਟੋਟਲ ਪ੍ਰੋਡਕਸ਼ਨ ਇਜ਼ ਅ ਟੀਪੀ। ਕਹਿੰਦੇ ਟੋਟਲ ਪ੍ਰੋਡਕਸ਼ਨ ਇਜ਼ ਅ ਵੇਰੀਏਬਲ ਫੈਕਟਰ ਇਜ਼ ਦਾ ਮੈਕਸਿਮਮ ਆਊਟਪੁੱਟ ਪ੍ਰੋਡਕਸ਼ਨ ਕੰਬਾਈਨਿੰਗ ਅ ਗਿਵਨ ਇਨਪੁਟਸ ਆਫ ਦੈਟ ਫੈਕਟਰ ਵਿਦ ਦੀ ਫਿਕਸ ਫੈਕਟਰਸ। ਕਹਿੰਦੇ ਕੀ ਆ, ਫਿਕਸ ਫੈਕਟਰਸ ਦੇ ਨਾਲ ਵੇਰੀਏਬਲਸ ਫੈਕਟਰ ਨੂੰ ਯੂਜ਼ ਕਰਕੇ ਜੋ ਆਪਾਂ ਟੋਟਲ ਆਊਟਪੁੱਟ ਕਰਦੇ ਹਾਂ ਤਾਂ ਟੋਟਲ ਆਊਟਪੁੱਟ ਆਪਣੀ ਕਿਉਂਕਿ ਦਿਸ ਇਜ਼ ਅ ਟੋਟਲ ਪ੍ਰੋਡਕਸ਼ਨਸ ਜੋ ਆਪਾਂ ਇਨਪੁਟਸ ਨੂੰ ਯੂਜ਼ ਕਰਕੇ ਕਰਦੇ ਹਾਂ, ਦੈਟ ਇਜ਼ ਅ TP। ਉਸ ਤੋਂ ਬਾਅਦ ਹੈ ਐਵਰੇਜ ਪ੍ਰੋਡਕਸ਼ਨ। ਐਵਰੇਜ ਪ੍ਰੋਡਕਸ਼ਨ ਕੀ ਹੁੰਦੀ ਹੈ, ਐਵਰੇਜ ਪ੍ਰੋਡਕਸ਼ਨ ਆਫ ਅ ਵੇਰੀਏਬਲ ਫੈਕਟਰ ਇਜ਼ ਸਿੰਪਲੀ the total productions of the factors divided by total units of the variables factors. It measures the average output per unit of the factors। कहते average product ਨੂੰ ਆਪਾਂ ਕੀ ਕਰ ਸਕਦੇ ਹਾਂ, average product is equal to total product divided by L, total number of variables factors means labor। ਜਦੋਂ ਆਪਾਂ ਟੋਟਲ ਪ੍ਰੋਡਕਸ਼ਨ ਨੂੰ ਲੇਬਰ ਦੇ ਨਾਲ ਡਿਵਾਈਡ ਕਰ ਦਿੰਦੇ ਆ, ਕਿਉਂਕਿ ਆਪਾਂ ਸ਼ਾਰਟ ਰਨ ਦੇ ਵਿੱਚ ਲੇਬਰ ਨੂੰ ਇਨਕਰੀਜ਼ ਕਰਕੇ ਆਪਣੀ ਜਿਹੜੀ ਪ੍ਰੋਡਕਸ਼ਨ ਉਹਨੂੰ ਇਨਕਰੀਜ਼ ਕਰਦੇ ਆ। ਜਦੋਂ ਆਪਾਂ TP ਡਿਵਾਈਡ ਬਾਈ L ਕਰਦੇ ਤਾਂ ਆਪਣੀ ਜਿਹੜੀ AP ਆ ਐਵਰੇਜ ਪ੍ਰੋਡਕਸ਼ਨਸ ਉਹ ਕੀ ਆ ਨਿਕਲ ਆਏਗੀ। ਐਂਡ ਨੈਕਸਟ ਇਜ਼ ਅ ਮਾਰਜਨਲ ਪ੍ਰੋਡਕਸ਼ਨ। ਕਹਿੰਦੇ ਮਾਰਜਨਲ ਪ੍ਰੋਡਕਸ਼ਨ ਆਫ ਦ ਵੇਰੀਏਬਲ ਫੈਕਟਰ ਇਜ਼ ਦ ਚੇਂਜ ਇਨ ਦ ਟੋਟਲ ਪ੍ਰੋਡਕਸ਼ਨ ਰਿਜ਼ਲਟਿੰਗ ਫਰਮ ਦ ਯੂਜ਼ ਆਫ one more or one less unit of variable factors in the word marginal productions measure the rate at which output changes as the variable changes। ਕਹਿੰਦੇ ਜਦੋਂ ਆਪਾਂ ਇੱਕ ਐਕਸਟਰਾ ਯੂਨਿਟ ਨੂੰ ਪ੍ਰੋਡਿਊਸ ਕਰਦੇ ਹਾਂ, ਇੱਕ ਐਕਸਟਰਾ ਯੂਨਿਟਸ ਦੀ ਪ੍ਰੋਡਕਸ਼ਨ ਕਰਦੇ ਹਾਂ, that is the marginal productions। TP ਜਿਵੇਂ ਕਿ ਕੀ ਆ 100 ਹੈ, TP 100 ਹੈ, ਤਦੋਂ ਆਪਾਂ ਲੇਬਰ 8 ਯੂਜ਼ ਕਰਦੇ ਸੀਗੇ ਸ਼ਾਰਟ ਰਨ ਦੇ ਵਿੱਚ। ਠੀਕ ਹੈ, ਹੁਣ ਕੀ ਹੈ ਮੈਂ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨਾ ਹੈ, ਮੇਰੀ TP ਤਾਂ ਉਹਦੇ ਲਈ ਮੈਂ ਕੀ ਹੈ ਲੇਬਰ ਨੂੰ ਇਨਕਰੀਜ਼ ਕਰਕੇ 9 ਕਰੂੰਗਾ। ठीक है, 8 तो 9 कर दी लेबर, तो लेबर के डिफरेंस मैं बांधता पाया 1 लेबर इंक्रीज की तो उधर मेरी प्रोडक्शन 100 तो हो गए, पहला 100 से जी कितनी होगी हुण 110 होगी, 110 होगी। तो आप जी अपनी मार्जिनल प्रोडक्शन कितना कर सकते हैं, 110 माइनस
100 जो अपनी पहला प्रोडक्शन सी दैट इज इक्वल टू 10 दैट 10 की है मेरी अपनी जो है मार्जिनल प्रोडक्शन है। अगर आप एवरेज प्रोडक्शन करनी है एवरेज प्रोडक्शन इज इक्वल टू टीपी डिवाइड बाय एल। ਮਾਰਜਨਲ ਪ੍ਰੋਡਕਸ਼ਨ ਕੱਢਣ ਦਾ ਇੱਕ ਫਾਰਮੂਲਾ ਹੋਰ ਵੀ ਹੈ ਮਾਰਜਨਲ ਪ੍ਰੋਡਕਸ਼ਨ ਪੈਰ ਦੇ ਵਿੱਚ n ਇਜ਼ ਇਕੁਅਲ ਟੂ ਮਾਰਜਨਲ ਪ੍ਰੋਡਕਸ਼ਨ ਟੋਟਲ ਪ੍ਰੋਡਕਸ਼ਨਸ n ਮਾਈਨਸ TP n ਮਾਈਨਸ 1। ਤਾਂ ਇਹਦੇ ਵਿੱਚ ਜੋ ਡਿਫਰੈਂਸ ਹੈ ਆਪਾਂ ਦੇਖ ਸਕਦੇ ਹਾਂ ਕਿ ਸ਼ਾਰਟ ਰਨ ਦੇ ਵਿੱਚ ਕੁਝ ਫੈਕਟਰਸ ਨੇ ਜਿਹੜੇ ਵੇਰੀਏਬਲਸ ਹੁੰਦੇ ਨੇ ਕੁਝ ਕੀ ਹੁੰਦੇ ਨੇ ਫਿਕਸ ਹੁੰਦੇ ਨੇ। ਤਾਂ ਆਪਾਂ ਫਿਕਸ ਫੈਕਟਰਸ ਦੇ ਨਾਲ ਜਿਵੇਂ ਕਿ ਲੈਂਡ ਦੇ ਨਾਲ ਵੇਰੀਏਬਲ ਫੈਕਟਰ ਹੈ ਜਿਹੜਾ ਲੇਬਰ ਹੈ ਉਹਦੇ ਯੂਨਿਟਸ ਨੂੰ ਜਿਵੇਂ ਜਿਵੇਂ ਵਧਾਵਾਂਗੇ ਤਾਂ ਆਪਣੀ ਪਹਿਲਾਂ ਜੋ ਹੈ ਆਊਟਪੁੱਟ ਉਹ ਵਧੇਗੀ ਤਾਂ ਇੱਕ ਲੈਵਲ ਤੇ ਆ ਕੇ ਕਾਂਸਟੈਂਟ ਹੋ ਜਾਏਗੀ ਉਸ ਤੋਂ ਬਾਅਦ ਕੀ ਹੋ ਜਾਏਗੀ ਡਿਕਰੀਜ਼ ਹੋਣੀ ਸਟਾਰਟ ਹੋ ਜਾਏਗੀ। ਦਿਸ ਇਜ਼ ਦ ਲਾ ਆਫ ਵੇਰੀਏਬਲ ਪ੍ਰਪੋਰਸ਼ਨ। ਨੈਕਸਟ ਇਜ਼ ਦ ਲਾ ਆਫ ਵੇਰੀਏਬਲ ਪ੍ਰਪੋਰਸ਼ਨ ਲਾ ਆਫ ਪ੍ਰੋਡਕਸ਼ਨਸ ਦੇ ਵਿੱਚ ਦੇਖੋ ਪ੍ਰੋਡਕਸ਼ਨ ਨਾਲ ਰਿਲੇਟਡ ਜਿਹੜੇ ਲਾ ਨੇ ਹੁਣ ਆਪਾਂ ਉਹ ਦੇਖਦੇ ਆ। ਕਹਿੰਦੇ the law of production describe the way which are technically possible to increase the level of productions। ਕਹਿੰਦੇ law of production ਦੇ ਵਿੱਚ ਆਪਾਂ ਉਹ ਤਰੀਕਾ ਦੇਖਦੇ ਜਿਸ ਵਿੱਚ ਆਪਣੀ ਪ੍ਰੋਡਕਸ਼ਨ ਕੀ ਹੋ ਜਾਵੇ ਇਨਕਰੀਜ਼ ਹੋ ਜਾਵੇ ਤਾਂ ਆਊਟਪੁੱਟ ਹੈ ਜਿਹੜੀ ਆਪਣੀ ਉਹ ਵੇਰੀਅਸ ਵੇ ਦੇ ਨਾਲ ਕੀ ਹੋ ਸਕਦੀ ਹੈ ਇਨਕਰੀਜ਼ ਹੋ ਸਕਦੀ ਆ। ਕਹਿੰਦਾ analysis the nature of production function we have discussed that short run and that output can be increased by increasing in the amount of variable factors। ਜਿਵੇਂ ਕਿ ਆਪਾਂ ਸ਼ਾਰਟ ਰਨ ਦੇ ਵਿੱਚ ਜਾਣਦੇ ਹਾਂ ਕਿ ਸ਼ਾਰਟ ਰਨ ਦੇ ਵਿੱਚ ਜਦੋਂ ਆਪਾਂ ਨੇ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨੀ ਹੁੰਦੀ ਆ ਤਾਂ ਆਪਾਂ ਜਿਹੜੇ ਸਾਰੇ ਫੈਕਟਰ ਆਫ ਪ੍ਰੋਡਕਸ਼ਨਸ ਨੇ ਉਹਨਾਂ ਨੂੰ ਇਨਕਰੀਜ਼ ਨਹੀਂ ਕਰ ਸਕਦੇ ਸਿਰਫ ਕਹਿੰਦੇ ਆਪਾਂ ਲੇਬਰ ਨੂੰ ਯੂਜ਼ ਕਰਕੇ ਆਪਣੀ ਜਿਹੜੀ ਪ੍ਰੋਡਕਸ਼ਨ ਉਹਨੂੰ ਇਨਕਰੀਜ਼ ਕਰ ਸਕਦੇ ਆ। ਕਹਿੰਦੇ this response of output to changes the amount of variable factor the amount of all factors remaining constant it is referred to the factor of return to factors। ਕਹਿੰਦੇ ਜਦੋਂ ਆਪਾਂ ਓਨਲੀ ਸ਼ਾਰਟ ਰਨ ਦੇ ਵਿੱਚ ਆਪਣੀ ਪ੍ਰੋਡਕਸ਼ਨ ਇਨਕਰੀਜ਼ ਕਰਨ ਦੇ ਲਈ ਸਿਰਫ ਵੇਰੀਏਬਲਸ ਫੈਕਟਰਸ ਦੇ ਵਿੱਚ ਇਨਕਰੀਜ਼ ਕਰਦੇ ਆ ਫਿਕਸ ਫੈਕਟਰ ਫਿਕਸ ਰਹਿੰਦੇ ਨੇ ਤਾਂ ਉਹਨੂੰ ਕੀ ਬੋਲਦੇ ਆਪਾਂ ਰਿਟਰਨ ਟੂ ਅ ਫੈਕਟਰ ਬੋਲਦੇ ਆ। ਔਨ ਦਾ ਅਦਰ ਹੈਂਡ ਕਹਿੰਦੇ ਲੌਂਗ ਰਨ ਦੇ ਵਿੱਚ ਜਦੋਂ ਆਊਟਪੁੱਟ ਨੂੰ ਇਨਕਰੀਜ਼ ਕਰਨ ਦੇ ਲਈ ਆਪਾਂ ਸਾਰੇ ਫੈਕਟਰਸ ਦੇ ਵਿੱਚ ਇਨਕਰੀਜ਼ ਕਰਦੇ ਆ ਆਲ ਫੈਕਟਰ ਆਫ ਪ੍ਰੋਡਕਸ਼ਨ ਦੇ ਵਿੱਚ ਇਨਕਰੀਜ਼ ਕਰਦੇ ਆ ਕਿਉਂਕਿ ਇੱਥੇ ਆਲ ਜਿਹੜੇ ਫੈਕਟਰ ਆਫ ਪ੍ਰੋਡਕਸ਼ਨਸ ਨੇ ਆਰ ਵੇਰੀਏਬਲਸ ਫੈਕਟਰ ਇਨ ਲੌਂਗ ਰਨ ਤਦ ਕਹਿੰਦੇ ਜਦੋਂ ਆਪਣੀ उसके थ्रू इनपुट से थ्रू आउटपुट इंक्रीज होएगी तो दैट इज अ रिटर्न टू अ स्केल उन पर रिटर्न टू अ स्केल कहने हैं। देयर आर टू लॉज ऑफ प्रोडक्शन तद कहंदे इथे दो लॉ ने प्रोडक्शन दे जेडे ਆਪਾਂ ਪੜਾਂਗੇ प्रोडक्शन ਨੂੰ ਲੈ ਕੇ ਸ਼ਾਰਟ ਰਨ ਤੇ ਲੌਂਗ ਰਨ ਦੀ प्रोडक्शन ਨੂੰ ਲੈ ਕੇ ਫਿਕਸ ਫੈਕਟਰ ਐਂਡ ਵੇਰੀਏਬਲਸ ਫੈਕਟਰਸ ਦੀ ਹੈਲਪ ਦੇ ਨਾਲ। ਤਾਂ देयर आर टू लॉज ऑफ प्रोडक्शन फर्स्ट इज लॉ ऑफ वेरिएबल प्रोपोर्शन और ਜਿਹਨੂੰ रिटर्न टू अ फैक्टर बोलते हैं सेकंड इज द लॉ ऑफ रिटर्न टू स्केल। ठीक है फर्स्ट इज द लॉ ऑफ वेरिएबल प्रोपोर्शन सेकंड इज द लॉ ऑफ रिटर्न टू स्केल ਜਿਹਨੂੰ ਆਪਾਂ ਕੀ ਕਹਿੰਦੇ ਆ लॉ ऑफ रिटर्न टू स्केल एंड ਉਸ ਤੋਂ ਬਾਅਦ ਦੇਖੋ ਅਜ਼ੰਪਸ਼ਨਸ ਕੀ ਨੇ ਸ਼ਾਰਟ ਰਨ ਐਨਾਲਿਸਿਸ ਦੀਆਂ लॉ ऑफ वेरिएबल प्रोपोर्शन ਦੀਆਂ ਜਿਹੜੀਆਂ ਕੀ ਅਜ਼ੰਪਸ਼ਨ ਆਪਣੀਆਂ ਅਜ਼ੰਪਸ਼ਨਸ ਨੇ ਉਹਨਾਂ ਨੂੰ ਦੇਖਦੇ ਆਪਾਂ। फर्स्ट इज स्थिर तकनीक ਕਹਿੰਦੇ ਜਿਹੜੀ ਆਪਣੀ ਤਕਨੀਕ ਹੁੰਦੀ ਆ ਪ੍ਰੋਡਕਸ਼ਨਸ ਦੀ ਉਹ ਕੀ ਰਹਿੰਦੀ ਆ ਸਥਿਰ ਰਹਿੰਦੀ ਆ। ਤਕਨੀਕ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਚੇਂਜ ਨਹੀਂ ਆਉਂਦਾ ਸਾਧਨਾਂ ਦਾ ਬਦਲਦਾ ਅਨੁਪਾਤ ਜਿਹੜੇ ਸਾਧਨਸ ਨੇ ਉਹਨਾਂ ਨੂੰ ਉਹਨਾਂ ਵਿੱਚ ਐਕਸਚੇਂਜ ਹੁੰਦੀ ਹੈ ਸਾਧਨ ਨੇ ਜਿਹੜੇ ਉਹਨਾਂ ਦੀ ਕੁਆਂਟੀਟੀ ਬਦਲਦੀ ਰਹਿੰਦੀ ਆ। ਸਮਰੂਪ ਸਾਧਨ ਇਕਾਈਆਂ ਕਹਿੰਦੇ ਇੱਕ ਤੋਂ ਇੱਕ ਬਾਅਦ ਜਦੋਂ ਆਪਾਂ ਲੇਬਰ ਨੂੰ ਇਨਕਰੀਜ਼ ਕਰਦੇ ਆ ਵੇਰੀਏਬਲਸ ਫੈਕਟਰ ਨੂੰ ਇਨਕਰੀਜ਼ ਕਰਦੇ ਆ ਤਦ ਕਹਿੰਦੇ ਉਹਨਾਂ ਦੀ ਜਿੰਨੀਆਂ ਵੀ ਇਕਾਈਆਂ ਆਪਾਂ ਇਨਕਰੀਜ਼ ਕਰਾਂਗੇ ਉਹਨਾਂ ਦੀ ਜਿਹੜੀਆਂ ਸਾਰੀਆਂ ਇਕਾਈਆਂ ਨੇ ਉਹ ਸਮਰੂਪ ਹੋਣਗੀਆਂ ਲੇਬਰ ਦੀ ਜਿਹੜੀ ਸਕਿੱਲ ਹੈ ਉਹ ਵੀ ਕੀ ਰਹੇਗੀ ਸੇਮ ਹੀ ਰਹੇਗੀ। ਐਂਡ ਅਲਕਾਲ ਕਹਿੰਦੇ ਸ਼ਾਰਟ ਰਨ ਦੇ ਵਿੱਚ ਜਿਹੜਾ ਹੈ ਇਹ ਆਪਣਾ ਲॉ ਆਫ ਵੇਰੀਏਬਲ ਪ੍ਰਪੋਰਸ਼ਨ ਅਪਲਾਈ ਹੁੰਦਾ ਹੈ ਕਿਉਂਕਿ ਸ਼ਾਰਟ ਰਨ ਦੇ ਵਿੱਚ ਆਪਾਂ ਸਾਰੇ ਫੈਕਟਰ ਆਫ ਪ੍ਰੋਡਕਸ਼ਨਸ ਨੂੰ ਇਨਕਰੀਜ਼ ਨਹੀਂ ਕਰ ਸਕਦੇ ਓਨਲੀ ਜਿਹੜੇ ਵੇਰੀਏਬਲਸ ਫੈਕਟਰਸ ਨੇ ਉਹਨਾਂ ਨੂੰ ਇਨਕਰੀਜ਼ ਕਰਕੇ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦੇ ਹਾਂ। ਤਾਂ ਲॉ ਆਫ ਵੇਰੀਏਬਲ ਪ੍ਰਪੋਰਸ਼ਨ ਦੇਖੋ ਕਹਿੰਦੇ ਇਨ ਦਾ ਸ਼ਾਰਟ ਪੀਰੀਅਡ when the output of a product is sought to be increased by way of additional application of variables factors to a given quantity of fixed factor ਕਹਿੰਦੇ ਜਦੋਂ ਆਪਣੇ ਜਿਹੜੇ ਗਿਵਨ ਫਿਕਸ ਫੈਕਟਰਸ ਨੇ ਫੈਕਟਰ ਆਫ ਪ੍ਰੋਡਕਸ਼ਨ ਦੇ ਵਿੱਚ ਉਹਨਾਂ ਦੇ ਨਾਲ ਜਦੋਂ ਆਪਾਂ ਵੇਰੀਏਬਲਸ ਫੈਕਟਰਸ ਦੀ ਕੁਆਂਟੀਟੀ ਨੂੰ ਆਪਰੇਟ ਕਰਦੇ ਆ ਇਨਕਰੀਜ਼ ਕਰਦੇ ਆ ਤਦ ਕਹਿੰਦੇ ਜਿਹੜੇ ਲਾ ਆਫ ਵੇਰੀਏਬਲ ਪ੍ਰਪੋਰਸ਼ਨ ਅਪਲਾਈ ਹੁੰਦਾ ਹੈ। ਦ ਲਾ ਆਫ ਵੇਰੀਏਬਲ ਪ੍ਰਪੋਰਸ਼ਨਸ ਇਜ਼ ਦੈਟ ਇਨ the key in the law of variable proportion is that the law which predicts the consequence of varying the proportionate in which the fixed and variables factor of productions ਕਹਿੰਦੇ when the number of one factor is increased here all other factors remains constant। ਇੱਥੇ one variables factors ਦੀ ਗੱਲ ਕਰ ਰਹੇ ਹਾਂ ਕਿ ਜਦੋਂ ਆਪਾਂ ਸਿਰਫ ਇੱਕ variables factors ਦੇ ਵਿੱਚ ਚੇਂਜ ਕਰਕੇ ਆਪਣੀ ਜਿਹੜੀ ਇਨਕਮ ਆਊਟਪੁੱਟ ਹੈ ਪ੍ਰੋਡਕਸ਼ਨ ਹੈ ਉਹਨੂੰ ਇਨਕਰੀਜ਼ ਕਰਦੇ ਹਾਂ ਤਦ ਉਹਨੂੰ ਕੀ ਬੋਲਦੇ ਆ ਲਾ ਆਫ ਵੇਰੀਏਬਲ ਪ੍ਰਪੋਰਸ਼ਨ ਬੋਲਦੇ ਆ।
ਕਹਿੰਦੇ ਜਿਵੇਂ ਕਿ ਫੋਰ ਐਗਜ਼ਾਮਪਲ ਟੂ ਫੈਕਟਰ ਆਫ ਪ੍ਰੋਡਕਸ਼ਨਸ ਨੇ, ਇੱਕ ਲੈਂਡ ਹੈ ਇੱਕ ਲੇਬਰ ਹੈ, ਇੱਕ ਲੈਂਡ ਹੈ ਤੇ ਇੱਕ ਲੇਬਰ ਹੈ। ਲੈਂਡ ਇਜ਼ ਅ ਫਿਕਸ ਫੈਕਟਰ ਐਂਡ ਲੇਬਰ ਇਜ਼ ਅ ਵੇਰੀਏਬਲ ਫੈਕਟਰ। ਤਾਂ ਕਹਿੰਦੇ ਆਪਾਂ ਸ਼ਾਰਟ ਰਨ ਦੇ ਵਿੱਚ ਫਿਕਸ ਫੈਕਟਰ ਨੂੰ ਚੇਂਜ ਨਹੀਂ ਕਰ ਸਕਦੇ, ਓਨਲੀ ਵੇਰੀਏਬਲ ਫੈਕਟਰ ਨੂੰ ਚੇਂਜ ਕਰ ਸਕਦੇ ਆ। ਤਾਂ ਕਹਿੰਦੇ ਅਗਰ ਮੈਂ ਆਪਣੀ ਜਿਹੜੀ ਹੈ ਪ੍ਰੋਡਕਸ਼ਨ ਇਨਕਰੀਜ਼ ਕਰਨੀ ਆ ਤਦ ਮੈਂ ਕਿਸ ਚੀਜ਼ ਦੇ ਵਿੱਚ ਇਨਕਰੀਜ਼ ਕਰਕੇ ਕਰ ਸਕਦਾ, ਓਨਲੀ ਲੇਬਰ ਦੀ ਕੁਆਂਟੀਟੀ ਨੂੰ ਇਨਕਰੀਜ਼ ਕਰਕੇ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦਾ ਹੈ। कहते जिमें कि tomatoes on it with the help of labor accordingly the proportion between the labor and land will be। जिमें कि पहला मैं 2 एकड़ लैंड ते सिर्फ 1 ਜਿਹੜੀ ਹੈ ਲੇਬਰ ਯੂਜ਼ ਕਰਦਾ ਸੀ, ਹੁਣ 2 एकड़ लैंड ਤੇ ਮੈਂ 2 ਲੇਬਰ ਯੂਜ਼ ਕਰਨ ਲੱਗ ਗਿਆ, ਤਦ ਮੈਂ ਲੇਬਰ ਦੀ ਇੱਥੇ ਕੁਆਂਟੀਟੀ ਇਨਕਰੀਜ਼ ਕੀਤੀ ਆ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨ ਦੇ ਲਈ। ਲੇਬਰ ਇਜ਼ ਅ ਵੇਰੀਏਬਲ ਫੈਕਟਰਸ। ਕਹਿੰਦੇ ਇੱਥੇ ਕੀ ਹੈ, ਲਾ ਆਫ ਵੇਰੀਏਬਲ ਪ੍ਰੋਪੋਰਸ਼ਨ ਹੈ ਜਿਹੜਾ ਅਪਲਾਈ ਹੁੰਦਾ ਹੈ। ਦਾ ਲਾ ਆਫ ਵੇਰੀਏਬਲ ਪ੍ਰੋਪੋਰਸ਼ਨ ਸਟੇਟਸ ਦੈਟ ਐਜ਼ ਦਾ ਪ੍ਰੋਪੋਰਸ਼ਨ ਆਫ ਫੈਕਟਰ ਇਜ਼ ਚੇਂਜਡ total productions as first increase more than proportionally, the equal proportionally and finally less than proportional। ਤਾਂ ਕਿ ਜਿਹੜਾ ਲਾ ਆਫ ਵੇਰੀਏਬਲ ਪ੍ਰੋਪੋਰਸ਼ਨ ਹੈ ਇਹਦੇ ਵਿੱਚ ਲਾ ਆਫ ਡਿਮਿਨਿਸ਼ਿੰਗ ਰਿਟਰਨਸ ਨੇ ਜਿਹੜੇ ਅਪਲਾਈ ਹੁੰਦੇ ਨੇ। ਲਾ ਆਫ ਡਿਮਿਨਿਸ਼ਿੰਗ ਰਿਟਰਨ ਕਿਵੇਂ ਅਪਲਾਈ ਹੁੰਦੇ ਨੇ ਆਪਾਂ ਇਹ ਦੇਖਾਂਗੇ। ਲਾ ਆਫ ਡਿਮਿਨਿਸ਼ਿੰਗ ਜਿਹੜੇ ਲਾ ਆਫ ਡਿਮਿਨਿਸ਼ਿੰਗ ਰਿਟਰਨਸ ਨੇ ਉਹ ਕਿਉਂ ਅਪਲਾਈ ਹੁੰਦੇ ਨੇ, ਕਿਉਂਕਿ ਲਾ ਆਫ ਡਿਮਿਨਿਸ਼ਿੰਗ ਮਾਰਜਨਲ प्रोडक्ट है जो वो पाया जाता है, डिमिनिशिंग मार्जिनल रिटर्न्स पाए जाते हैं। क्यों कहते घटने लगते हैं अपने रिटर्न्स, अपनी प्रोडक्शन क्यों घटन लगती है जो आप एक फैक्टर्स ਨੂੰ ਇਨਕਰੀਜ਼ ਕਰਦੇ ਆ, ਵੇਰੀਏਬਲਸ ਫੈਕਟਰ ਨੂੰ ਸ਼ਾਰਟ ਟਰਮ ਦੇ ਵਿੱਚ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨ ਦੇ ਲਈ। ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਲਾ ਆਫ ਵੇਰੀਏਬਲ ਪ੍ਰੋਪੋਰਸ਼ਨ ਆਪਾਂ ਕਰ ਰਹੇ ਆ ਚੇਂਜ ਇਨ ਅ ਵਨ ਵੇਰੀਏਬਲਸ ਸ਼ਾਰਟ ਟਰਮ ਦੇ ਵਿੱਚ ਜਦੋਂ ਆਪਾਂ ਵਨ ਵੇਰੀਏਬਲ ਦੇ ਵਿੱਚ ਚੇਂਜ ਕਰਕੇ ਆਪਣੀ ਪ੍ਰੋਡਕਸ਼ਨ ਇਨਕਰੀਜ਼ ਕਰਦੇ ਆ। ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਡੈਫੀਨੇਸ਼ਨਸ ਵੀ ਦਿੱਤੀ ਹੋਈ ਹੈ ਐਂਡ ਅਜ਼ੰਪਸ਼ਨਸ ਵੀ ਤੁਸੀਂ ਦੇਖ ਲਈਆਂ ਨੇ। ਟੈਕਨੀਕਸ ਦੇ ਵਿੱਚ ਕੋਈ ਚੇਂਜ ਨਹੀਂਗਾ, ਵੇਰੀਏਬਲਸ ਫੈਕਟਰਸ ਨੇ ਜਿਹੜੇ ਉਹ ਹੋਮੋਜੀਨੀਅਸ ਨੇ, ਠੀਕ ਹੈ। ਐਂਡ ਲੇਬਰ ਇਜ਼ ਦਾ ਵੇਰੀਏਬਲਸ ਫੈਕਟਰ ਐਂਡ ਲੈਂਡ ਇਜ਼ ਦਾ ਫਿਕਸਡ ਫੈਕਟਰਸ। ਹੁਣ 3 ਸਟੇजेस ਨੇ ਕਹਿੰਦੇ ਪ੍ਰੋਡਕਸ਼ਨ ਦੀਆਂ, ਜਿਹਨੂੰ ਆਪਾਂ ਦੇਖਾਂਗੇ ਫਸਟ ਸੈਕੰਡ ਐਂਡ 3 ਸਟੇजेस, ਠੀਕ ਹੈ। ਇਸ ਟੇਬਲ ਦੇ ਵਿੱਚ ਵੀ ਦੇਖ ਲਈਆਂ ਨੇ। ਸਭ ਤੋਂ ਪਹਿਲਾਂ ਆਪਾਂ ਟੈਬੂਲਰ ਫਾਰਮ ਦੇ ਵਿੱਚ ਦੇਖਦੇ ਹਾਂ law of variable proportions, ठीक है। मींस वन वेरिएबल ਦੇ ਵਿੱਚ ਚੇਂਜ ਸ਼ਾਰਟ ਰਨ ਦੇ ਵਿੱਚ ਦੇਖੋ, ਸ਼ਾਰਟ ਰਨ ਕੀ ਹੈ, ਬਹੁਤ ਥੋੜਾ ਸਮਾਂ ਹੈ ਜਿਹਦੇ ਵਿੱਚ ਜਦੋਂ ਆਪਾਂ ਨੇ ਪ੍ਰੋਡਕਸ਼ਨ ਇਨਕਰੀਜ਼ ਕਰਨੀ ਹੈ ਜਾਂ ਪ੍ਰੋਡਿਊਸਰਸ ਨੇ ਜਾਂ ਫਰਮ ਨੇ ਆਪਣੀ ਪ੍ਰੋਡਕਸ਼ਨਸ ਵੀ ਸਪਲਾਈ ਆਊਟਪੁੱਟ ਇਨਕਰੀਜ਼ ਕਰਨੀ ਹੈ, ਗੁੱਡਸ ਨੂੰ ਜ਼ਿਆਦਾ ਬਣਾਉਣਾ ਹੈ, ਤਦ ਉਹ ਜਿਹੜੇ ਸਾਰੇ ਫੈਕਟਰ ਆਫ ਪ੍ਰੋਡਕਸ਼ਨਸ ਨੇ ਲੈਂਡ ਲੇਬਰ ਕੈਪੀਟਲ ਉਹਨਾਂ ਨੂੰ ਚੇਂਜ ਨਹੀਂ ਕਰ ਸਕਦੇ, ਕਿਉਂਕਿ ਉਹ ਐਨੇ ਥੋੜੇ ਸਮੇਂ ਦੇ ਵਿੱਚ ਨਾ ਤਾਂ ਐਨੀ ਜ਼ਿਆਦਾ ਕੈਪੀਟਲ ਲਿਆ ਕੇ ਮਸ਼ੀਨਾਂ ਖਰੀਦ ਸਕਦੇ ਨੇ, ਨਾ ਹੀ ਉਹ ਐਨੀ ਜ਼ਿਆਦਾ ਲੈਂਡ ਮੁੱਲ ਲੈ ਕੇ ਆਪਣੀ ਬਿਲਡਿੰਗ ਕਰ ਸਕਦੇ ਨੇ। ਤਦ ਪ੍ਰੋਡਕਸ਼ਨ ਇਨਕਰੀਜ਼ ਕਰਨ ਲਈ ਉਹਨਾਂ ਨੂੰ ਕੀ ਕਰਨਾ ਪੈਂਦਾ, ਨਾਰਮਲੀ ਜਿਹੜੇ ਵੇਰੀਏਬਲਸ ਫੈਕਟਰਸ ਨੇ ਜਿਨ੍ਹਾਂ ਨੂੰ ਉਹ ਈਜ਼ੀ ਲੈ ਸਕਦੇ ਨੇ, ਜਿਨ੍ਹਾਂ ਦੀ ਸਪਲਾਈ ਜ਼ਿਆਦਾ ਹੈ, ਜਿਵੇਂ ਕਿ ਲੇਬਰ ਹੋ ਗਿਆ, ਰॉ ਮਟੀਰੀਅਲ ਹੋ ਗਿਆ, ਤਾਂ ਉਹਨਾਂ ਦੀ ਕੁਆਂਟੀਟੀ ਨੂੰ ਇਨਕਰੀਜ਼ ਕਰਕੇ ਆਪਣੀ ਜਿਹੜੀ ਪ੍ਰੋਡਕਸ਼ਨ ਆ ਇਨਕਰੀਜ਼ ਕਰਦੇ ਨੇ। ਤਾਂ ਫਿਕਸ ਫੈਕਟਰਸ ਦੇ ਨਾਲ ਵੇਰੀਏਬਲਸ ਫੈਕਟਰ ਦੀ ਕੁਆਂਟੀਟੀ ਨੂੰ ਇਨਕਰੀਜ਼ ਕਰਕੇ ਆਪਣੀ ਪ੍ਰੋਡਕਸ਼ਨ ਨੂੰ ਸ਼ਾਰਟ ਰਨ ਦੇ ਵਿੱਚ ਉਹ ਕੀ ਕਰਨਗੇ, ਇਨਕਰੀਜ਼ ਕਰਨਗੇ। ਤਾਂ ਤੁਸੀਂ ਇੱਥੇ ਦੇਖਿਆ ਸੀ 3 ਕਨਸੈਪਟ, ਟੋਟਲ ਪ੍ਰੋਡਕਸ਼ਨ, ਐਵਰੇਜ ਪ੍ਰੋਡਕਸ਼ਨ ਐਂਡ ਮਾਰਜਨਲ ਪ੍ਰੋਡਕਸ਼ਨ, ਜੋ ਇਸ ਟੇਬਲ ਦੇ ਵਿੱਚ ਦਿਖਾਈ ਗਈ ਆ। ਟੋਟਲ ਪ੍ਰੋਡਕਸ਼ਨਸ ਕੀ ਹੈ, ਮੀਨਸ ਟੋਟਲ ਜਿਹੜੀਆਂ ਆਪਣੇ ਯੂਨਿਟਸ ਨੇ ਲੇਬਰ ਦੇ ਯੂਜ਼ ਕਰਕੇ ਉਹਨਾਂ ਦੇ ਥਰੂ ਕਿੰਨੀ ਟੋਟਲ ਪ੍ਰੋਡਕਸ਼ਨ ਹੋਈ ਹੈ। ਐਂਡ ਐਵਰੇਜ ਪ੍ਰੋਡਕਸ਼ਨ ਮੀਨਸ ਪਰ यूनिट लेबर ਦੀ ਕਿੰਨੀ ਪ੍ਰੋਡਕਸ਼ਨ ਹੈ। ਐਂਡ ਉਸ ਤੋਂ ਬਾਅਦ ਮਾਰਜਨਲ ਪ੍ਰੋਡਕਸ਼ਨਸ ਮੀਨਸ ਇੱਕ ਐਕਸਟਰਾ ਲੇਬਰ ਯੂਜ਼ ਕਰਨ ਦੇ ਨਾਲ, ਵੇਰੀਏਬਲਸ ਫੈਕਟਰਸ ਯੂਜ਼ ਕਰਨ ਦੇ ਨਾਲ ਕੀ ਹੈ, ਜੋ ਆਪਣੀ ਮਾਰਜਨਲ ਪ੍ਰੋਡਕਸ਼ਨ ਉਹਦੇ ਵਿੱਚ ਕਿੰਨਾ ਚੇਂਜ ਹੋ ਰਿਹਾ, ਆਪਣੀ ਪ੍ਰੋਡਕਸ਼ਨ ਦੇ ਵਿੱਚ ਜੋ ਚੇਂਜ ਹੈ ਦੈਟ ਇਜ਼ ਅ ਮਾਰਜਨਲ ਪ੍ਰੋਡਕਸ਼ਨ। ਜਿਵੇਂ ਕਿ ਤੁਸੀਂ ਇਸ ਟੇਬਲ ਦੇ ਵਿੱਚ ਦੇਖ ਸਕਦੇ ਹੋ ਸ਼ਾਰਟ ਰਨ ਦੀ ਪ੍ਰੋਡਕਸ਼ਨ ਜਿਹੜੀ ਹੈ ਕਰਵ ਸ਼ਾਰਟ ਰਨ ਦੀ ਪ੍ਰੋਡਕਸ਼ਨ ਦਿਖਾ ਰਿਹਾ ਹੈ, ਜਿਹਦੇ ਵਿੱਚ ਇੱਕ ਆਪਾਂ ਜਿਹੜਾ ਫੈਕਟਰ ਹੈ ਉਹਨੂੰ ਚੇਂਜ ਕਰਕੇ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਰਹੇ ਹਾਂ ਫਿਕਸ ਫੈਕਟਰਸ ਦੇ ਨਾਲ। ਇਹਦੇ ਫਸਟ ਕਾਲਮ ਦੇ ਵਿੱਚ ਯੂਨਿਟਸ ਆਫ ਲੈਂਡ ਦਿੱਤੇ ਹੋਏ ਨੇ। ਯੂਨਿਟਸ ਆਫ ਲੈਂਡ 10 ਏਕੜ ਹੈ। 10 ਏਕੜ ਮੀਨਸ ਜੋ ਫਿਕਸ ਹੈ ਇਹਦੀ ਦਿਸ ਇਜ਼ ਅ ਫਿਕਸ ਫੈਕਟਰ, ਜਿਹਨੂੰ ਆਪਾਂ ਸ਼ਾਰਟ ਰਨ ਦੇ ਵਿੱਚ ਇਨਕਰੀਜ਼ ਨਹੀਂ ਕਰ ਸਕਦੇ। ਲੈਂਡ ਆਪਣੇ ਕੋਲ 10 ਏਕੜ ਹੀ ਰਹੇਗੀ। ਐਂਡ ਨੈਕਸਟ ਇਜ਼ ਅ ਯੂਨਿਟਸ ਆਫ ਲੇਬਰ, ਜਿਹਨਾਂ ਦੀ ਕੁਆਂਟੀਟੀ ਇਨਕਰੀਜ਼ ਹੋ ਰਹੀ ਹੈ ਕਿਉਂਕਿ ਮੈਂ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨਾ, ਹੁਣ ਲੈਂਡ ਨੂੰ ਇਨਕਰੀਜ਼ ਕਰਕੇ ਨਹੀਂ ਕਰ ਸਕਦੀ, ਤਦ ਕਹਿੰਦੇ ਲੇਬਰ ਨੂੰ ਇਨਕਰੀਜ਼ ਕਰਕੇ ਆਪਣੀ ਜਿਹੜੀ ਪ੍ਰੋਡਕਸ਼ਨ ਉਹਨੂੰ ਇਨਕਰੀਜ਼ ਕਰੂੰਗੀ। ਐਂਡ ਦੈਟ ਇਜ਼ ਅ ਟੋਟਲ ਪ੍ਰੋਡਕਸ਼ਨ, ਐਵਰੇਜ ਪ੍ਰੋਡਕਸ਼ਨ ਐਂਡ ਮਾਰਜਨਲ ਪ੍ਰੋਡਕਸ਼ਨ। ਸਭ ਤੋਂ ਪਹਿਲਾਂ ਦੇਖੋ 10 ਏਕੜ ਲੈਂਡ ਲਿੱਤੀ ਹੈ ਐਂਡ ਲੇਬਰ ਉਦੋਂ ਉਹ 0 ਯੂਜ਼ ਕਰਦਾ, ਤਾਂ ਟੋਟਲ ਪ੍ਰੋਡਕਸ਼ਨ ਵੀ 0 ਹੋਏਗੀ, ਐਵਰੇਜ ਪ੍ਰੋਡਕਸ਼ਨ ਵੀ 0 ਹੋਏਗੀ ਕਿਉਂਕਿ ਕਿਸੇ ਵੀ ਗੁੱਡ ਨੂੰ ਨਹੀਂ ਪ੍ਰੋਡਿਊਸ ਕਰ ਰਿਹਾ, ਮਾਰਜਨਲ ਪ੍ਰੋਡਕਸ਼ਨ ਵੀ 0 ਹੀ ਹੋਏਗੀ। ਐਂਡ ਉਸ ਤੋਂ ਬਾਅਦ ਫਿਰ 10 ਏਕੜ ਲੈਂਡ ਤੇ ਉਹਨੇ ਇੱਕ ਲੇਬਰ ਯੂਜ਼ ਕੀਤੀ, ਤਾਂ ਆਪਣੀ ਜਿਹੜੀ ਟੋਟਲ ਪ੍ਰੋਡਕਸ਼ਨ ਹੈ ਉਹ 20 ਹੈ ਉੱਥੇ, ਠੀਕ ਹੈ। ਐਂਡ ਉਸ ਤੋਂ ਬਾਅਦ ਐਵਰੇਜ ਪ੍ਰੋਡਕਸ਼ਨ ਵੀ 20 ਹੈ ਐਂਡ ਮਾਰਜਨਲ ਪ੍ਰੋਡਕਸ਼ਨ ਵੀ 20 ਹੈ। ਤਾਂ ਇੱਥੇ ਇੱਕ ਲੇਬਰ ਯੂਜ਼ ਕਰਨ ਦੇ ਨਾਲ 10 ਏਕੜ ਤੇ ਜਦੋਂ ਇੱਕ ਲੇਬਰ ਲਗਾਈ ਉਹਨੇ ਤਾਂ ਪ੍ਰੋਡਕਸ਼ਨ ਕਿੰਨੀ ਹੋਈ ਸਾਡੀ
20 20 20 ਹੋਈ ਆ। ਉਸ ਤੋਂ ਬਾਅਦ ਉਹਨੇ ਸ਼ਾਰਟ ਰਨ ਦੇ ਵਿੱਚ ਪ੍ਰੋਡਕਸ਼ਨ ਇਨਕਰੀਜ਼ ਕਰਨ ਦੇ ਲਈ ਇੱਕ ਜਿਹੜਾ ਲੇਬਰ ਦਾ ਯੂਨਿਟ ਹੈ ਉਹ ਇਨਕਰੀਜ਼ ਕੀਤਾ, ਵੇਰੀਏਬਲ ਫੈਕਟਰ ਇਨਕਰੀਜ਼ ਕੀਤਾ अपना फिक्स फैक्टर्स के नाल 10 एकड़ लैंड ते लेबर नु वधा के 2 कर दिता, जिदे नाल जेडी टोटल प्रोडक्शन है वो कितनी होगी 22 इंक्रीज होके 50 होगी। जेडी एवरेज प्रोडक्शन है मींस एक यूनिट एक्स्ट्रा प्रोड्यूस करने दे नाल साडी कितनी एवरेज प्रोडक्शन हुई है ता दैट इज 25। उस तो बाद किया अपना जो मार्जिनल प्रोडक्शन है, मार्जिनल प्रोडक्शन मींस चेंज जो टोटल प्रोडक्शन दे विच एक एक्स्ट्रा यूनिट ऑफ लेबर दे नाल जो चेंज हुंदा दैट इज अ मार्जिनल प्रोडक्शन। पहला जिमें कि प्रोडक्शन 50 सीगी 20 सीगी ते हुण प्रोडक्शन एक लेबर होर लगाउण दे नाल 50 होगी तां मार्जिनल प्रोडक्शन कितनी होगी मींस कितना सैकंड लेबर ने प्रोड्यूस किया, कितना ओदा प्रोडक्शन है एफिशिएंसी दैट इज अ 50 माइनस 20 इज इक्वल टू 30। 30 इज द मार्जिनल प्रोडक्शन। इस तो बाद कहते फिक्स फैक्टर्स के नाल 10 एकड़ लैंड के नाल फिर मैं एक लेबर 10 एकड़ लैंड ते लगाई, थर्ड लेबर लगाई, एक यूनिट लेबर दा होर तेरा टोटल प्रोडक्शन होर इंक्रीज 90 होगी एंड एवरेज प्रोडक्शन इथे किया 30 है एंड जेडी अपनी मार्जिनल प्रोडक्शन है 90 मींस थर्ड इकाई लगाने दे नाल ते 12 इकाई लगाने दे नाल कितनी सीगी लेबर दी 50 ता दोनों दा गैप किया 30 ता 30 इज द मार्जिन 40 इज द मार्जिनल प्रोडक्शन। ठीक है 90 माइनस 50 ਤੇ ਉਸ ਤੋਂ ਬਾਅਦ ਇੱਕ ਲੇਬਰ ਨੂੰ ਹੋਰ ਯੂਜ਼ ਕੀਤਾ ਫਿਕਸ ਫੈਕਟਰਸ ਦੇ ਨਾਲ ਤਾਂ ਲੇਬਰ ਫੋਰਥ ਲਿੱਤੀ, ਇੱਕ ਚੌਥੀ ਲੇਬਰ ਲਿੱਤੀ ਤਾਂ ਉਹਦੇ ਨਾਲ ਟੋਟਲ ਪ੍ਰੋਡਕਸ਼ਨ ਇਨਕਰੀਜ਼ ਹੋ ਕੇ 120 ਐਂਡ ਜਿਹੜੀ ਆਪਣੀ ਐਵਰੇਜ ਪ੍ਰੋਡਕਸ਼ਨ ਹੈ ਇੱਥੇ 30 ਹੈ। ਜਦੋਂ ਆਪਾਂ ਟੋਟਲ ਪ੍ਰੋਡਕਸ਼ਨ ਨੂੰ ਨੰਬਰ ਆਫ ਲੇਬਰ ਦੇ ਨਾਲ ਡਿਵਾਈਡ ਕਰਾਂਗੇ ਮੀਨਸ 120 ਡਿਵਾਈਡ ਬਾਈ 4 ਤਾਂ ਜਿਹੜੀ ਐਵਰੇਜ ਪ੍ਰੋਡਕਸ਼ਨ ਹੈ ਉਹ ਸਾਡੀ ਕਿੰਨੀ ਨਿਕਲੀ ਹੈ 30 ਨਿਕਲੀ ਹੈ। एंड मार्जिनल प्रोडक्शन जो आप टोटल जिन्नी अपनी प्रोडक्शन है उसके विचों पिछली वाली प्रोडक्शन माइनस करिए जिवें कि 4 इकाइयां ते 120 प्रोडक्शन हुई है, अगर मैं पिछली देखिए प्रोडक्शन दा दैट इज अ 90 120 माइनस 90 इज इक्वल टू 30 तो 30 इज अ मार्जिनल प्रोडक्शन। कहते फिर मैं अपनी प्रोडक्शन इंक्रीज किया 5 लेबर यूज की उत्थे मेरी टोटल प्रोडक्शन इंक्रीज होके 140 होगी, एवरेज प्रोडक्शन मेरी घट गई 28 एंड मेरी मार्जिनल प्रोडक्शन भी घट के कितनी होगी 20 होगी एंड 6 लेबर लगाई तो इतने कहते अपनी प्रोडक्शन क्यों घटनी स्टार्ट होगी क्योंकि कहते इतने की ओवर यूटिलाइजेशन ऑफ रिसोर्सिस होने लग गई मीनस आप लेबर की ज्यादा यूज करते हैं उन्नी उत्थे 10 एकड़ जमीन की ओदी लोड़ नहीं हैगी तो इतने कॉस्ट बढ़ेगी तो लेबर की प्रोडक्शन घटेगी। ठीक है तो बाद 6 लेबर ते 150 टोटल प्रोडक्शन एंड एवरेज प्रोडक्शन 25 एंड मार्जिनल प्रोडक्शन 10 ਤਾਂ ਇੱਥੇ ਜਿਹੜੀ ਹੈ TP 6 ਤੇ ਆਪਣੀ ਜਿਹੜੀ 6 ਲੇਬਰ ਯੂਜ਼ ਹੋ ਰਹੀ ਹੈ 6 ਯੂਨਿਟ ਆਫ ਲੇਬਰ ਉੱਥੇ TP ਕੀ ਆਪਣੀ ਮੈਕਸਿਮਮ ਹੈ। ਉਸ ਤੋਂ ਬਾਅਦ ਮੈਂ ਇੱਕ ਯੂਨਿਟ ਲੇਬਰ ਦਾ ਹੋਰ ਲਿੱਤਾ 7 ਤਾਂ ਉਹਦੇ ਥਰੂ ਜਿਹੜੀ ਟੋਟਲ ਪ੍ਰੋਡਕਸ਼ਨ ਉਹਦੇ ਵਿੱਚ ਕੋਈ ਵੀ ਚੇਂਜ ਨਹੀਂ ਆਇਆ ਕਿਉਂਕਿ ਇੱਥੇ ਕੀ ਆ ਪ੍ਰੋਪਰ ਯੂਟਿਲਾਈਜੇਸ਼ਨ ਆਫ ਰਿਸੋਰਸਿਸ ਦੀ ਹੋ ਚੁੱਕੀ ਆ ਕਿ ਜਿੰਨਾ ਕੰਬੀਨੇਸ਼ਨਸ ਮੈਨੂੰ ਫਿਕਸ ਤੇ ਵੇਰੀਏਬਲ ਫੈਕਟਰ ਦਾ ਚਾਹੀਦਾ ਸੀ ਜਿੰਨੀ ਮੈਨੂੰ 10 ਏਕੜ लैंड ते लेबर चाहिए सी उन्नी लेबर मैं लै चुकी हाँ तो इत्थे मेरी प्रोडक्शन दे विच कोई भी इंक्रीज नहीं आएगा जो मैं अपनी एक लेबर नूं होर लवांगी तो मेरी प्रोडक्शन पहला जिन्नी ही है 150 ते एवरेज प्रोडक्शन मेरी घट के कितनी होगी 21.3 एंड मार्जिनल प्रोडक्शन मेरी की है 0 है। जिथे टीपी मैक्सिमम है उत्थे मेरी मार्जिनल प्रोडक्शन की होएगी 0 होएगी एंड उस तो बाद 8 लेबर यूज की टोटल प्रोडक्शन है वो डिक्रीज होगी 140 जब टोटल प्रोडक्शन डिक्रीज होएगी तो एवरेज प्रोडक्शन भी डिक्रीज होएगी 17.5 एंड मार्जिनल प्रोडक्शन माइनस 10 तो अपनी जो अपनी टीपी इंक्रीज होंदी है तो अपनी एवरेज प्रोडक्शन भी पहला इंक्रीज होंदी है एंड मार्जिनल प्रोडक्शन भी इंक्रीज होंदी है। फिर उस तो बाद जो टीपी डिक्रीजिंग रेट के नाल इंक्रीज होंदी है तो एवरेज प्रोडक्शन अपनी डिक्रीज होंदी है एंड मार्जिनल प्रोडक्शन भी अपनी डिक्रीज होंदी है पर पॉजिटिव होंदी है। ते थर्ड स्टेज दे विच जो अपनी टीपी घटेगी उदों अपनी एवरेज प्रोडक्शन भी घटेगी ते एमपी अपनी नेगेटिव दे विच होनी स्टार्ट हो जाएगी। दिस इज द 3 स्टेजेस ता मार्जिनल प्रोडक्शन से थ्रू देख रहे हो जिथे अपनी मार्जिनल प्रोडक्शन 20 30 40 है मीन जिथे एमपी इंक्रीज हो रही है एमपी ग्रेटर देन एपी है दिस इज द फर्स्ट स्टेज एंड जिथे कहते 30 30 एपी ते एमपी इक्वल है दिस इज द इक्विलिब्रियम स्टेज एंड उस तो बाद सैकेंड स्टेज जिथे कहते अपनी मार्जिनल प्रोडक्शन लैस देन एवरेज प्रोडक्शन है सैकेंड स्टेज दे विच एंड उस तो बाद एमपी 0 टीपी मैक्सिमम एंड माइनस 10 मींस एमपी अपनी नेगेटिव होनी स्टार्ट होगी लैस देन 0 होनी स्टार्ट होगी जिथे अपनी टीपी डिक्रीज होनी स्टार्ट होगी एपी भी डिक्रीज हो रही। दिस इज द रिलेशनशिप बिटवीन द टीपी एपी एंड एमपी एंड वन फैक्टर्स के थ्रू आप इतना अपनी
ਚੇਂਜ ਕਰਕੇ ਆਪਣੀ ਜਿਹੜੀ ਪ੍ਰੋਡਕਸ਼ਨ ਸ਼ਾਰਟ ਟਰਮ ਦੇ ਵਿੱਚੋਂ ਇਨਕਰੀਜ਼ ਕਰ ਸਕਦੇ ਆ। ਹੁਣ ਥਰੂ ਦਾ ਡਾਇਗਰਾਮਸ ਆਪਾਂ ਦੇਖਦੇ ਹਾਂ ਇਹਨਾਂ ਦੇ ਵਿੱਚ ਰਿਲੇਸ਼ਨਸ਼ਿਪ ਕਿ ਕਿਸ ਤਰ੍ਹਾਂ ਵਨ ਫੈਕਟਰਸ ਦੇ ਵਿੱਚ ਚੇਂਜ ਦੇ ਨਾਲ ਔਨ ਲੇਬਰ ਦੇ ਵਿੱਚ ਚੇਂਜ ਦੇ ਨਾਲ ਆਪਣੀ ਟੀਪੀ ਕਿਸ ਦੀ ਸ਼ੇਪ ਕਿਸ ਤਰ੍ਹਾਂ ਦੀ ਹੋਏਗੀ ਤੇ ਐਮਪੀ ਦੀ ਸ਼ੇਪ ਕਿਸ ਤਰ੍ਹਾਂ ਦੀ ਹੋਏਗੀ। ਇੱਥੇ ਰਿਲੇਸ਼ਨਸ਼ਿਪ ਬਿਟਵੀਨ ਦਾ ਟੀਪੀ ਐਂਡ ਐਮਪੀ ਹੈ ਤੇ 3 ਸਟੇजेस ਦੱਸੀਆਂ ਹੋਈਆਂ ਨੇ। ਤਾਂ ਉੱਪਰ ਵਾਲੇ ਡਾਇਗਰਾਮਸ ਦੇ ਵਿੱਚ ਕੀ ਆ ਉਹ ਐਕਸ ਅਕਸ਼ ਤੇ ਆਪਣੇ ਯੂਨਿਟਸ ਆਫ वेरिएबल फैक्टर लेते हुए मींस इनपुट लेते हुए ने ओ वाई ते टोटल प्रोडक्शन लिखी हुई है एंड नीचे ओ एक्स ते यूनिट्स ऑफ लेबर वेरिएबल फैक्टर एंड ओ वाई ते मार्जिनल प्रोडक्शन इन यूनिट्स लिखी हुई है। ऊपर टोटल प्रोडक्शन शो होएगी नीचे मार्जिनल प्रोडक्शन शो होएगी। टोटल प्रोडक्शन कितनी हो रही है फर्म्स से इंडस्ट्री के थ्रू तो ਤੁਸੀਂ ਫਰਸਟ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ। ਪਹਿਲਾਂ ਜਦੋਂ ਆਪਣੀ 1 यूनिट ऑफ वेरिएबल फैक्टर्स मींस 1 लेबर यूज हो रही है तब अपनी प्रोडक्शन कितनी है 8 है। उस तो बाद जब 2 लेबर यूज हुई तब अपनी प्रोडक्शन होर इंक्रीज होगी। 3 लेबर यूज हुई प्रोडक्शन टीपी होर इंक्रीज एंड 4 यूनिट ऑफ लेबर लिता एक वेरिएबल फैक्टर ਨੂੰ ਹੋਰ ਜ਼ਿਆਦਾ ਲਿੱਤਾ ਤਾਂ ਆਪਣੀ ਪ੍ਰੋਡਕਸ਼ਨ ਕੀ ਆ ਫਿਰ ਇਨਕਰੀਜ਼ ਹੋ ਰਹੀ ਹੈ। ਤਾਂ ਤੁਸੀਂ ਕਿਊ ਪੁਆਇੰਟ ਤੱਕ ਦੇਖ ਸਕਦੇ ਹੋ ਉਹ ਤੋਂ ਕਿਊ ਪੁਆਇੰਟ ਤੱਕ ਇੱਥੇ ਜਿਹੜੀ ਆਪਣੀ ਟੀਪੀ ਹੈ ਉਹ ਇਨਕਰੀਜ਼ਿੰਗ ਰੇਟ ਦੇ ਨਾਲ ਇਨਕਰੀਜ਼ ਹੋ ਰਹੀ ਹੈ ਜਿੱਥੇ ਫਰਸਟ ਤੇ ਸੈਕੰਡ ਯੂਨਿਟ ਆਫ ਆਪਾਂ ਲੇਬਰ ਯੂਜ਼ ਕਰ ਰਹੇ ਹਾਂ। ਇਹ ਕਿਉਂਕਿ ਉਹਦੀ ਐਫੀਸ਼ੀਐਂਸੀ ਜ਼ਿਆਦਾ ਹੈ ਉਹਨਾਂ ਦੀ ਵਰਕਿੰਗ ਪਾਵਰ ਜ਼ਿਆਦਾ ਹੈ ਲੇਬਰ ਦੀ ਤਦ ਕਦੇ ਉਹ ਪ੍ਰੋਡਕਟਿਵਿਟੀ ਕੀ ਹੋਏਗੀ ਜ਼ਿਆਦਾ ਹੋਏਗੀ ਤਾਂ ਟੀਪੀ ਆਪਣੀ ਇਨਕਰੀਜ਼ਿੰਗ ਰੇਟ ਦੇ ਨਾਲ ਇੱਥੇ ਕੀ ਹੋ ਰਹੀ ਹੈ ਇਨਕਰੀਜ਼ ਹੋ ਰਹੀ ਹੈ। ਤੇ ਉਸ ਤੋਂ ਬਾਅਦ ਜਦੋਂ ਆਪਾਂ 3 4th ਐਂਡ 5th ਲੇਬਰ ਯੂਜ਼ ਕਰਦੇ ਆ ਉਹਨਾਂ ਦੀ ਕੁਆਂਟੀਟੀ 1 ਯੂਨਿਟ ਇਨਕਰੀਜ਼ ਕਰਦੇ ਆ ਕਿਊ ਤੋਂ ਐਮ ਪੁਆਇੰਟ ਤੱਕ ਆਪਣੀ ਟੀਪੀ ਫਿਰ ਇਨਕਰੀਜ਼ ਹੋ ਰਹੀ ਹੈ ਬਟ ਡਿਕਰੀਜ਼ਿੰਗ ਰੇਟ ਦੇ ਨਾਲ ਹੋ ਰਹੀ ਹੈ। ਉਨੀ ਨਹੀਂ ਹੋ ਰਹੀ ਜਿੰਨੀ ਉਹ ਤੋਂ ਕਿਊ ਇਨਕਰੀਜ਼ਿੰਗ ਰੇਟ ਦੇ ਨਾਲ ਹੁੰਦੀ ਸੀ। ਹੁਣ ਡਿਕਰੀਜ਼ਿੰਗ ਰੇਟ ਦੇ ਨਾਲ ਐਮਪੀ ਆਪਣੀ ਕੀ ਹੁੰਦੀ ਆ ਟੀਪੀ ਆਪਣੀ ਇਨਕਰੀਜ਼ ਹੁੰਦੀ ਆ ਐਂਡ ਜਿੱਥੇ ਆਪਾਂ 5 ਯੂਨਿਟਸ ਆਫ ਲੇਬਰ ਯੂਜ਼ ਕਰਦੇ ਆ ਤਾਂ ਉੱਥੇ ਆਪਣੀ ਟੀਪੀ ਕੀ ਹੁੰਦੀ ਆ ਮੈਕਸਿਮਮ ਹੁੰਦੀ ਆ ਮੀਨਸ ਉੱਥੇ ਤੱਕ ਆਪਾਂ ਆਪਣੇ ਰਿਸੋਰਸਿਸ ਦੀ ਪ੍ਰੋਪਰ ਯੂਟਿਲਾਈਜੇਸ਼ਨ ਕਰ ਚੁੱਕੇ ਹੁੰਦੇ ਆ। ठीक है उस तो बाद अगर आप होर लेबर यूज करांगे फिक्स्ड फैक्टर्स से तब अपनी जी टीपी है वो घटनी स्टार्ट हो जाएगी टीपी डिक्रीज होनी स्टार्ट हो जाएगी। एम पॉइंट तो बाद अपनी टीपी की हो रही है डिक्रीज हो रही है तो एम पॉइंट ते मैक्सिमम है। उस तो बाद अगर आप एमपी ਨੂੰ देखिए मार्जिनल प्रोडक्शन ਨੂੰ देखिए पहला जो आप फर्स्ट ते सैकंड लेबर ऑफ ਜਿਹੜਾ है लेबर ऑफ यूनिट यूज कर रहे हैं तब अपनी जी एमपी है वो इंक्रीज हो रही है ओपी ओपी है दैट इज अ इंक्रीजिंग एमपी इंक्रीज हो रही है ओ तो पी तक ते उस तो बाद जो मैं थर्ड यूनिट यूज किया और क्वांटिटी इंक्रीज की लेबर दी तब मेरी एमपी की हो रही है डिक्रीज हो रही है तब मेरी एमपी डिक्रीज होना स्टार्ट होगी। अगर मैं 5th लेबर यूज करता एक और ज्यादा लेबर तब कहते जी मेरी एमपी है उत्थे की है 0 है मतलब कोई भी प्रोडक्शन 5th लेबर नहीं कर रही ਤੇ 6 ਲੇਬਰ ਯੂਜ਼ ਕਰਦਾ ਤਾਂ ਮੇਰੀ ਐਮਪੀ ਹੈ ਜਿਹੜੀ ਉਹ ਨੈਗੇਟਿਵ ਸਟਾਰਟ ਹੋਣਾ ਸਟਾਰਟ ਹੋ ਗਈ। ਮਾਰਜਨਲ ਪ੍ਰੋਡਕਟਿਵਿਟੀ ਹੈ ਜਿਹੜੀ 6 ਲੇਬਰ ਦੀ ਉਹ ਕੀ ਆ ਨੈਗੇਟਿਵ ਹੈ। ਤਾਂ ਰਿਲੇਸ਼ਨਸ਼ਿਪ ਕੀ ਹੈ ਦੋਨਾਂ ਦੇ ਫਰਸਟ ਸਟੇਜ ਆਪਣੀ ਕਿਹੜੀ ਹੋਏਗੀ ਉੱਪਰ ਟੀਪੀ ਤੋਂ ਉਹ ਤੋਂ ਕਿਊ ਤੱਕ ਜਿੱਥੇ ਟੀਪੀ ਇਨਕਰੀਜ਼ਿੰਗ ਰੇਟ ਨਾਲ ਵਧ ਰਿਹਾ ਹੈ ਐਂਡ ਓਪੀ ਉੱਥੇ ਐਮਪੀ ਕੀ ਆ ਉੱਥੇ इंक्रीज हो रहा है। तो दिस इज द फर्स्ट स्टेज एमपी ओ तो पी तक इंक्रीज हो रहा है ਤੇ ਟੀਪੀ ਆਪਣੀ ਜਿਹੜੀ ਉਹ ਤੋਂ ਕਿਊ ਤੱਕ ਇਨਕਰੀਜ਼ਿੰਗ ਰੇਟ ਦੇ ਨਾਲ ਇਨਕਰੀਜ਼ ਹੋ ਰਹੀ ਹੈ ਤੇ ਐਮਪੀ ਤੇ ਟੀਪੀ ਦੋਨੇ ਕਿਨੇ ਇਨਕਰੀਜ਼ ਹੋ ਰਹੇ ਨੇ। ਦਿਸ ਇਜ਼ ਦਾ ਫਰਸਟ ਸਟੇਜ ਐਂਡ ਸੈਕੰਡ ਸਟੇਜ ਕੀ ਆ ਜਿੱਥੇ ਕਿਊ ਤੋਂ ਐਮ ਤੱਕ ਤੇ ਟੀਪੀ ਕੀ ਹੈ ਡਿਕਰੀਜ਼ਿੰਗ ਰੇਟ ਦੇ ਨਾਲ ਇਨਕਰੀਜ਼ ਹੋ ਰਹੀ ਹੈ ਜਦੋਂ ਆਪਾਂ ਨੰਬਰ ਆਫ ਵੇਰੀਏਬਲਸ ਫੈਕਟਰਸ ਜ਼ਿਆਦਾ ਕਰ ਰਹੇ ਆ ਅਤੇ ਜਿਹੜੀ ਐਮਪੀ ਹੈ ਉਹ ਆਪਣੀ ਡਿਕਰੀਜ਼ ਹੋ ਰਹੀ ਹੈ। ਜਦੋਂ 2 ਤੋਂ 5 ਮੈਂ ਲੇਬਰ ਯੂਜ਼ ਕਰਦਾ ਤਾਂ ਐਮਪੀ ਮੇਰੀ ਕੀ ਹੈ ਡਿਕਰੀਜ਼ ਹੋ ਰਹੀ ਹੈ ਤੇ ਟੀਪੀ ਇਨਕਰੀਜ਼ਿੰਗ ਰੇਟ ਦੇ ਨਾਲ ਇਨਕਰੀਜ਼ ਹੋ ਰਹੀ ਹੈ। ਐਂਡ ਉਸ ਤੋਂ ਬਾਅਦ ਜਿੱਥੋਂ ਮੇਰੀ 5th ਲੇਬਰ ਤੋਂ ਬਾਅਦ 6 ਲੇਬਰ ਜਦ ਮੈਂ ਯੂਜ਼ ਕੀਤੀ ਤਾਂ ਮੇਰੀ ਟੀਪੀ ਡਿਕਰੀਜ਼ ਹੋਣਾ ਸਟਾਰਟ ਹੋ ਗਈ ਤੇ ਐਮਪੀ ਮੇਰੀ ਨੈਗੇਟਿਵ ਹੋਣਾ ਸਟਾਰਟ ਹੋ ਗਈ ਮੀਨਸ ਇੱਥੇ ਕੋਈ ਵੀ ਪ੍ਰੋਡਕਸ਼ਨਸ ਨਹੀਂ ਹੋ ਰਹੀ। ਦਿਸ ਇਜ਼ ਦ ਰਿਲੇਸ਼ਨਸ਼ਿਪ ਬਿਟਵੀਨ ਦ ਟੀਪੀ ਐਂਡ ਐਮਪੀ। ਜਿੱਥੇ ਟੀਪੀ ਮੈਕਸਿਮਮ ਹੋਏਗੀ ਤਾਂ ਉੱਥੇ ਐਮਪੀ ਕੀ ਹੋਏਗੀ 0 ਹੋਏਗੀ ਮੀਨਸ ਉਸ 5 ਪੁਆਇੰਟ ਤੇ ਜਿੱਥੇ ਆਪਾਂ 5 ਲੇਬਰ ਯੂਨਿਟਸ ਤੇ ਯੂਜ਼ ਕਰ ਰਹੇ ਹਾਂ ਉੱਥੇ ਟੀਪੀ ਆਪਣੀ ਕੀ ਆ ਮੈਕਸਿਮਮ ਹੈ ਐਂਡ ਐਮਪੀ ਆਪਣੀ ਕੀ ਆ ਉੱਥੇ 0 ਹੈ। ਉਸ ਤੋਂ ਬਾਅਦ ਟੀਪੀ ਡਿਕਰੀਜ਼ ਐਂਡ ਐਮਪੀ ਨੈਗੇਟਿਵ ਹੋਣੀ ਸਟਾਰਟ ਹੋਗੀ। ਦਿਸ ਇਜ਼ ਦ ਰਿਲੇਸ਼ਨਸ਼ਿਪ ਬਿਟਵੀਨ ਦ ਟੀਪੀ ਐਂਡ ਐਮਪੀ। ਤਾਂ ਇੱਥੇ ਕੀ ਆ ਉਤਪਾਦਨ ਦੇ ਘਟਦੇ ਵੱਧਦੇ ਨਿਯਮ ਦੇ ਲਾਗੂ ਹੋਣ ਦੇ ਕਾਰਨ ਤੇ ਉਤਪਾਦਨ ਦੇ ਜਿਹੜੇ ਨਿਯਮ ਨੇ ਲਾਅ ਆਫ ਵੇਰੀਏਬਲ ਪ੍ਰਪੋਰਸ਼ਨ ਉਹ ਕਿਉਂ ਅਪਲਾਈ ਹੁੰਦਾ ਹੈ
ਤਾਂ ਉਹਦੇ ਕਈ ਰੀਜ਼ਨਸ ਨੇ ਜਿਹੜਾ ਲਾ ਆਫ ਵੇਰੀਏਬਲ ਪ੍ਰੋਪੋਰਸ਼ਨ ਅਪਲਾਈ ਹੁੰਦਾ ਹੈ। ਕਹਿੰਦੇ ਕਿਉਂਕਿ ਲਾ ਆਫ ਡਿਮਿਨਿਸ਼ਿੰਗ ਮਾਰਜਨਲ ਜਿਹੜਾ ਹੈ ਪ੍ਰੋਡਕਸ਼ਨ ਅਪਲਾਈ ਹੁੰਦਾ ਹੈ। ਜਿਵੇਂ ਜਿਵੇਂ ਆਪਾਂ ਨੰਬਰ ਆਫ ਲੇਬਰ ਜਿਵੇਂ ਜਿਵੇਂ ਲੇਬਰ ਦੀਆਂ ਕੁਆਂਟੀਟੀਜ਼ ਆਪਾਂ ਇੰਕਰੀਜ਼ ਕਰਦੇ ਜਾਵਾਂਗੇ ਫਿਕਸ ਫੈਕਟਰਸ ਦੇ ਨਾਲ, ਤਾਂ ਉਵੇਂ ਉਵੇਂ ਪਹਿਲਾਂ ਤਾਂ ਆਪਣੀ ਜਿਹੜੀ ਆਊਟਪੁੱਟ ਉਹ ਇੰਕਰੀਜ਼ ਹੋਏਗੀ। ਜਦੋਂ ਨੰਬਰ ਆਫ ਯੂਨਿਟਸ ਜਿਹੜੇ ਲੇਬਰ ਦੇ ਵਧਾਵਾਂਗੇ ਫਿਰ ਇੱਕ ਪੁਆਇੰਟ ਤੇ ਆ ਕੇ ਡਿਕਰੀਜ਼ਿੰਗ ਰੇਟ ਦੇ ਨਾਲ ਇੰਕਰੀਜ਼ ਹੋਏਗੀ, ਪੁਆਇੰਟ ਤੇ ਆ ਕੇ कांस्टेंट हो जाएगी। उस तो बाद मेरी जी है प्रोडक्शन वो कटनी स्टार्ट हो जाएगी अगर मैं ओवरडोज ऑफ लेबर लूंगा, लेबर ਨੂੰ ਜ਼ਿਆਦਾ ਤੋਂ ਜ਼ਿਆਦਾ ਲੂੰਗਾ। ਕਹਿੰਦੇ ਉਤਪਾਦਨ ਦੇ ਘਟਦੇ ਵੱਧਦੇ ਨਿਯਮ ਦੇ ਲਾਗੂ ਹੋਣ ਦੇ ਕਾਰਨ ਫਰਸਟ ਹੈ ਉਤਪਾਦਨ ਦੇ ਸਥਿਰ ਸਾਧਨ। ਕਹਿੰਦੇ ਜਿਹੜੇ ਉਤਪਾਦਨ ਦੇ ਸਾਧਨ ਨੇ ਉਹ ਸਥਿਰ ਰਹਿੰਦੇ ਨੇ, ਉਹਨਾਂ ਦੇ ਵਿੱਚ ਕੋਈ ਵੀ ਚੇਂਜ ਨਹੀਂ ਹੁੰਦਾ ਹੈ। ਐਂਡ ਸਾਧਨ ਦੀ ਅਵੰਡ ਸਾਧਨਾਂ ਨੂੰ ਕਹਿੰਦੇ ਵੰਡਿਆ ਨਹੀਂ ਜਾ ਸਕਦਾ। ਐਂਡ ਸਾਧਨਾਂ ਦਾ ਪ੍ਰਤਿਸਥਾਪਨ ਨਾ ਹੋਣਾ, ਇੱਕ ਸਾਧਨ ਦੀ ਜਗ੍ਹਾ ਤੇ ਮੈਂ ਦੂਸਰੇ ਸਾਧਨ ਨੂੰ ਨਹੀਂ ਯੂਜ਼ ਕਰ ਸਕਦਾ। ਤਾਂ ਕਹਿੰਦੇ ਜਿਹੜਾ ਉਹ ਹੈ ਲਾ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਜਿਹੜਾ ਡਿਮਿਨਿਸ਼ਿੰਗ ਹੁੰਦਾ ਅਪਲਾਈ ਹੁੰਦਾ ਹੈ, ਪ੍ਰੋਡਕਸ਼ਨ ਆਪਣੀ ਡਿਕਰੀਜ਼ ਹੁੰਦੀ ਆ। ਐਂਡ ਨੈਕਸਟ ਇਸ ਪ੍ਰਕਿਰਤੀ ਦੀ ਦੁਰਲਭਤਾ, ਕਹਿੰਦੇ ਰॉ ਮਟੀਰੀਅਲ ਨੇ ਉਹ ਮੋਸਟਲੀ ਉਹਨਾਂ ਦੀ ਸਕਾਰਸਿਟੀ ਹੈ। ਕਈ ਕਹਿੰਦੇ ਆਪਣੇ ਇਦਾਂ ਦੇ ਪ੍ਰੋਡਕਟਸ ਨੇ ਜਿਨ੍ਹਾਂ ਦੇ ਇਨਪੁਟਸ ਦੀ ਸਕਾਰਸਿਟੀ ਹੁੰਦੀ ਹੈ। ਦੈਟ ਇਜ਼ ਵਾਈ ਕਹਿੰਦੇ ਜਿਹੜੀ ਆਪਣੀ ਪ੍ਰੋਡਕਸ਼ਨ ਉਹ ਘਟ ਜਾਂਦੀ ਹੈ ਕਿਉਂਕਿ ਕਾਸਟ ਜ਼ਿਆਦਾ ਹੁੰਦੀ ਆ। अनुकूल आकार का ਵਧਣਾ ਪ੍ਰੋਪਰ ਕਹਿੰਦੇ ਜਿੱਦਾਂ ਦੇ ਇਨਪੁਟਸ ਯੂਜ਼ ਕਰ ਰਹੇ ਆ ਆਊਟਪੁੱਟ ਦਾ ਉਹਨਾਂ ਨਾ ਹੋਣਾ। ਸਥਿਰ ਸਾਧਨਾਂ ਦਾ ਅਲਪ ਪ੍ਰਯੋਗ, ਜਿਹੜੇ ਫਿਕਸਡ ਫੈਕਟਰਸ ਨੇ ਉਹਨਾਂ ਦਾ ਕਹਿੰਦੇ ਅਲਪ ਪ੍ਰਯੋਗ ਹੁੰਦਾ, ਆਪਾਂ ਉਹਨਾਂ ਦੀ ਜ਼ਿਆਦਾ ਯੂਟਿਲਾਈਜੇਸ਼ਨ ਕਰਦੇ ਆ ਜਿਹਦੇ ਕਰਕੇ ਕਹਿੰਦੇ ਜਿਹੜਾ ਆਪਣਾ ਪ੍ਰੋਡਕਸ਼ਨ ਆਪਣੀ ਕੀ ਸਟਾਰਟ ਹੋ ਜਾਂਦੀ ਹੈ, ਕੱਟਣੀ ਸਟਾਰਟ ਹੋ ਜਾਂਦੀ ਆ। ਕਹਿੰਦੇ ਕੰਡੀਸ਼ਨਸ ਆਫ ਦਾ ਐਪਲੀਕੇਬਿਲਿਟੀ ਮਹੱਤਵ ਕਹਿੰਦੇ ਇਹਦਾ ਕੀ ਹੈ, ਕੰਡੀਸ਼ਨਸ ਕੀ ਨੇ, ਕਾਰਨ ਕੀ ਨੇ। ਉਤਪਾਦਨ ਦੇ ਘਟਦੇ ਵੱਧਦੇ ਨਿਯਮ ਦੇ ਲਾਗੂ ਹੋਣ ਦੇ ਕਾਰਨ ਕਿਉਂ ਲਾਗੂ ਹੁੰਦਾ ਹੈ ਉਤਪਾਦਨ ਦੇ ਸਥਿਰ ਸਾਧਨ, ਜਿਵੇਂ ਕਿ ਤੁਸੀਂ ਦੇਖ ਲਿਆ ਸਾਧਨਾਂ ਦੀ ਵੰਡ ਤੇ ਉਸ ਤੋਂ ਬਾਅਦ ਘਟਦੇ ਵੱਧਦੇ ਨਿਯਮ ਦਾ ਮਹੱਤਵ ਕੀ ਮਹੱਤਵ ਹੈ। ਤਾਂ ਫਰਸਟ ਰੀਜ਼ਨਸ ਕੀ ਸੀਗਾ, ਕਹਿੰਦੇ ਇੰਡੀਵਿਜੂਅਲਿਟੀ ਆਫ ਫੈਕਟਰਸ। ਕਹਿੰਦੇ ਜਿਹੜੇ ਉਤਪਾਦਨ ਦੇ ਸਾਧਨ ਨੇ ਉਹਨਾਂ ਦੀ ਇੰਡੀਵਿਜੂਅਲਿਟੀ ਹੁੰਦੀ ਆ। ਜਿਵੇਂ ਕਿ 10 ਏਕੜ ਲੈਂਡ ਸੀਗੀ, 10 ਏਕੜ ਲੈਂਡ ਦੀ ਆਪਾਂ ਪ੍ਰੋਪਰ ਯੂਟਿਲਾਈਜੇਸ਼ਨ ਨਹੀਂ ਕਰਦੇ ਸੀ, ਉੱਤੇ ਲੇਬਰ ਘੱਟ ਸੀਗੀ। ਜਿਵੇਂ ਜਿਵੇਂ ਆਪਾਂ ਲੇਬਰ ਨੂੰ ਵਧਾਇਆ, ਪਹਿਲਾਂ ਆਪਣੀ ਪ੍ਰੋਪਰ ਯੂਟਿਲਾਈਜੇਸ਼ਨ 10 ਏਕੜ ਲੈਂਡ ਦੀ ਹੋਈ ਤਾਂ ਆਪਣੀ ਪ੍ਰੋਡਕਸ਼ਨ ਇਨਕਰੀਜ਼ ਹੋਈ। ਉਸ ਤੋਂ ਬਾਅਦ ਕਹਿੰਦੇ ਜਿਵੇਂ ਜਿਵੇਂ ਓਵਰਡੋਜ਼ ਆਪਾਂ ਲੇਬਰ ਦਾ ਲੈਣ ਲੱਗ ਗਏ ਤਾਂ ओवर यूटिलाइजेशन होने लगी लैंड की, तो अपनी जी प्रोडक्शन हौली हौली डिक्रीज होने लगी। इस तरह कहते आप फिक्स फैक्टर्स के नाल जो आप कोई वेरिएबल फैक्टर्स पहला इंक्रीज करांगे तो प्रोडक्शन इंक्रीज होएगी, बाद में घटनी स्टार्ट हो जाएगी। चेंज इन द फैक्टर रेशियो, कहते फैक्टर्स की रेशियो चेंज होंदी है जो आप फिक्स फैक्टर्स के नाल वेरिएबल्स फैक्टर चेंज करते हैं। कहते उत्थों तक अपनी टीपी इंक्रीज होंदी है जितों तक कहते बेस्ट कॉम्बिनेशंस आप यूज नहीं कर लेंदे, जिवें कि फिक्स रिसोर्सेज के लिए जिन्ना आप वेरिएबल्स फैक्टर नु चूज प्रॉपर नहीं करते। इंपरफेक्ट सब्सटीट्यूशंस, कई बार कहते सब्सटीट्यूशंस ने जिहड़े वो इंपरफेक्ट होंदे ने, ठीक है। तो उस तो बाद है घटदे वधदे नियम के महत्व, कहते इस नियम की की इंपॉर्टेंस है। ये नियम है कहते ये सर्वव्यापी है, ये सारी जगह पे लागू होता है, ठीक है, चाहे अपना अपना सारे गुड्स की कंजम्पशन के विच, ठीक है, जिथे भी फर्म्स से प्रोड्यूसर्स ने। एंड नैक्सट इज द रिकार्डो दा लिकान सिद्धांत भी कहते इस सिद्धांत पे डिपेंड, माल्थस दा जनसंख्या सिद्धांत भी इस सिद्धांत पे डिपेंड करता है। जनसंख्या दा आवास प्रवास, कहते जनसंख्या जिवें कि कितनी पॉपुलेशन इंक्रीज हुई है या डिक्रीज हुई है उसके विच भी ये अपना प्रोडक्शन फंक्शन है, ये महत्व है क्योंकि जनसंख्या के इंक्रीज होने के नाल गुड्स ज़्यादा चाहिए ने, तो प्रोडक्शंस कहते किस ते फॉर्म पे डिपेंड करती है। तो ये सानू दसदा है कि कितनी डिमांड है ते कितनी प्रोडक्शन इंक्रीज होवे। सीमांत उत्पादन का आधार जीवन सत्तर ते प्रभाव पैंदा है। खोजन के लिए भी कहते सिद्धांत दा सानू जिहड़ा है प्रेरणा दिंदा है। घटदे वधदे प्रतिफल के नियम के लागू होने के कारण कहते जिहड़ा लॉ ऑफ वेरिएबल प्रोपोर्शन है, जो अपनी जी टीपी है पहला इंक्रीज होती है, बाद डिक्रीज अपनी डिक्रीजिंग रेट इंक्रीजिंग फिर डिक्रीज होना स्टार्ट हो जाती है। कहते ये क्यों, फर्स्टली कहते ये खेती ਵੱਖ-ਵੱਖ ਖੇਤਰਾਂ ਦੇ ਵਿੱਚ ਲਾਗੂ ਹੁੰਦਾ ਹੈ, ਮੋਸਟਲੀ ਕਹਿੰਦੇ ਇਹ ਖੇਤੀ ਤੇ ਲਾਗੂ ਹੁੰਦਾ ਹੈ। ਖੇਤੀ ਤੇ ਲਾਗੂ ਕਿਉਂ ਹੁੰਦਾ ਹੈ ਕਿਉਂਕਿ ਕਹਿੰਦੇ ਐਗਰੀਕਲਚਰ ਸੈਕਟਰਸ ਦੇ ਵਿੱਚ ਕਹਿੰਦੇ ਜਿਹੜਾ ਆਪਣਾ ਲੈਂਡ ਹੈ ਫਿਕਸ ਫੈਕਟਰ ਹੁੰਦਾ। ਪਹਿਲਾਂ ਤਾਂ ਕਹਿੰਦੇ ਜਿਹੜਾ ਮੇਨ ਹੈ ਜਿਵੇਂ ਕਿ ਆਪਣੀ ਡਿਸਗਾਈਜ਼ ਅਨਇੰਪਲੋਇਮੈਂਟ ਦਾ ਇਨਕਰੀਜ਼ ਹੋਣਾ, ਜਿਵੇਂ ਕਿ ਉੱਥੇ ਲੋੜ ਤੋਂ ਵੱਧ ਜਿਹੜੇ ਮਜ਼ਦੂਰ ਲੱਗੇ ਹੁੰਦੇ ਨੇ ਉਹਨਾਂ ਤੇ ਕਾਸਟ ਤਾਂ ਜ਼ਿਆਦਾ ਆਉਂਦੀ ਹੈ ਲੇਕਿਨ ਪਰ ਪ੍ਰੋਡਕਸ਼ਨ ਉਨੀ ਨਹੀਂ ਹੋ ਪਾ ਰਹੀ। ਪਹਿਲਾਂ ਤਾਂ ਕਹਿੰਦੇ ਜਿਹੜੇ ਫਿਕਸ ਫੈਕਟਰਸ ਹੁੰਦੇ ਨੇ ਜਿਵੇਂ ਕਿ ਟੈਕਨੀਕਲ ਲੈਂਡ ਆ ਉਹ ਤੇ ਆਪਾਂ
ਨੰਬਰ ਆਫ ਯੂਨਿਟਸ ਮੀਨਸ ਲੇਬਰ ਵਧਾਵਾਂਗੇ ਤਾਂ ਆਪਣੀ ਪ੍ਰੋਡਕਸ਼ਨ ਇਨਕਰੀਜ਼ ਹੋਏਗੀ ਲੇਕਿਨ ਬਾਅਦ ਦੇ ਵਿੱਚ ਆਪਣੀ ਪ੍ਰੋਡਕਸ਼ਨ ਡਿਕਰੀਜ਼ ਹੋਣੀ ਸਟਾਰਟ ਹੋ ਜਾਂਦੀ ਹੈ ਕਿਉਂਕਿ ਆਪਣੀ ਕਿਤੇ ਨਾ ਕਿਤੇ ਜਿਹੜੀ ਫਰਟੀਲਿਟੀ ਹੈ ਲੈਂਡ ਦੀ ਇਨਕਰੀਜ਼ ਹੁੰਦੀ ਆਪਾਂ ਉਹਨਾਂ ਨੂੰ ਪ੍ਰੋਪਰ ਯੂਜ਼ ਕਰਦੇ ਹਾਂ ਲੇਬਰ ਸਾਰੀ ਲੈਂਡ ਤੇ ਕੰਮ ਕਰਦੀ ਆ ਤੇ ਉਸ ਤੋਂ ਬਾਅਦ ਜਦੋਂ ਜਿੱਥੇ ਤੱਕ ਉਹਦੀ ਫਰਟੀਲਿਟੀ ਕਹਿੰਦੇ ਪ੍ਰੋਪਰ ਇਨਕਰੀਜ਼ ਨਹੀਂ ਹੁੰਦੀ ਮਤਲਬ ਯੂਜ਼ ਨਹੀਂ ਕਰਦੇ ਆਪਾਂ ਤਾਂ ਉੱਥੋਂ ਤੱਕ ਕੀ ਹੈ ਪ੍ਰੋਡਕਸ਼ਨ ਆਪਣੀ ਇਨਕਰੀਜ਼ ਹੋਏਗੀ ਉਸ ਤੋਂ ਬਾਅਦ ਜਿੱਥੇ ਤੱਕ ਪ੍ਰੋਪਰ ਯੂਟਿਲਾਈਜੇਸ਼ਨ ਆਫ ਫਿਕਸ ਫੈਕਟਰ ਹੋਗੀ ਉੱਥੇ ਆਪਣੀ ਜਿਹੜੀ ਪ੍ਰੋਡਕਸ਼ਨ ਆਪਣੀ ਕੱਟਣੀ ਸਟਾਰਟ ਹੋ ਜਾਏਗੀ ਕਹਿੰਦੇ ਇੰਡਸਟਰੀਜ਼ ਦੇ ਵਿੱਚ ਵੀ ਇਹ ਲਾ ਹੈ ਜਿਹੜਾ ਅਪਲਾਈ ਹੁੰਦਾ ਹੈ ਲੇਕਿਨ ਐਗਰੀਕਲਚਰ ਸੈਕਟਰਸ ਦੇ ਵਿੱਚ ਜ਼ਿਆਦਾ ਹੁੰਦਾ ਹੈ ਕਿਉਂਕਿ ਕਹਿੰਦੇ ਉਦਯੋਗਾਂ ਦੇ ਵਿੱਚ ਵੀ ਜਦੋਂ ਆਪਾਂ ਲੋੜ ਤੋਂ ਜ਼ਿਆਦਾ ਕਿੱਤੀ ਨੂੰ ਯੂਜ਼ ਕਰਦੇ ਆ ਤਾਂ ਕਿਤੇ ਨਾ ਕਿਤੇ ਜਿਹੜੀ ਆਪਣੀ ਪ੍ਰੋਡਕਸ਼ਨ ਹੋ ਕੀ ਹੋਣੀ ਸਟਾਰਟ ਹੋ ਜਾਂਦੀ ਆ ਘਟਣੀ ਸਟਾਰਟ ਹੋ ਜਾਂਦੀ ਹੈ ਕਹਿੰਦੇ ਉੱਥੇ ਵੀ ਜਿਹੜਾ ਇਹ ਲਾਅ ਇਹ ਅਪਲਾਈ ਹੁੰਦਾ ਹੈ ਕਹਿੰਦੇ ਰਿਟਰਨ ਟੂ ਅ ਫੈਕਟਰ ਦੇ ਵਿੱਚ 3 ਲਾਅ ਅਪਲਾਈ ਹੁੰਦੇ ਨੇ ਇਨਕਰੀਜ਼ਿੰਗ ਰਿਟਰਨ ਟੂ ਅ ਫੈਕਟਰ ਡਿਕਰੀਜ਼ਿੰਗ ਰਿਟਰਨ ਟੂ ਅ ਫੈਕਟਰ ਐਂਡ ਕਾਂਸਟੈਂਟ ਰਿਟਰਨ ਟੂ ਅ ਫੈਕਟਰ ਜੋ ਇਸ ਲੈਕਚਰ ਦੇ ਵਿੱਚ ਕਰਾਂਗੇ ਤਾਂ ਉਸ ਤੋਂ ਬਾਅਦ ਪਹਿਲਾਂ ਤੁਸੀਂ ਇਸ ਦੇ ਵਿੱਚ ਦੇਖੋ ਕਿ ਕਹਿੰਦੇ ਇੱਕ ਫਰਮ ਤੇ ਇੱਕ ਪ੍ਰੋਡਿਊਸਰਸ ਨੂੰ ਕਹਿੰਦੇ ਕਿੱਥੇ ਤੱਕ ਸਟੇਜ ਆਫ ਫਰਮ ਇਕੁਇਲਿਬ੍ਰੀਅਮ ਕਿੱਥੇ ਤੱਕ ਹੋਏਗੀ ਮੀਨਸ ਇੱਕ ਪ੍ਰੋਡਿਊਸਰ ਤੇ ਇੱਕ ਫਰਮ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਦੇ ਵਿੱਚ ਕਿੱਥੇ ਹੋਏਗੀ ਕਿੱਥੋਂ ਤੱਕ ਉਹ ਆਪਣੀ ਪ੍ਰੋਡਕਸ਼ਨ ਆ ਉਹਨੂੰ ਵਿਦ ਦਾ ਹੈਲਪ ਆਫ ਵੇਰੀਏਬਲ ਫੈਕਟਰ ਇਨਕਰੀਜ਼ ਕਰ ਸਕਦੇ ਨੇ ਜਦੋਂ ਵਨ ਵੇਰੀਏਬਲ ਦੇ ਵਿੱਚ ਚੇਂਜ ਕਰਕੇ ਆਪਣੀ ਪ੍ਰੋਡਕਸ਼ਨ ਨੂੰ ਕਿੱਥੇ ਤੱਕ ਇਨਕਰੀਜ਼ ਕਰ ਸਕਦੇ ਨੇ ਤਾਂ ਤੁਸੀਂ ਇਸ ਵਿੱਚ ਦੇਖ ਸਕਦੇ ਹੋ ਕਿ ਫਰਸਟ ਸਟੇਜ ਤੇ ਵੀ ਜਿਹੜਾ ਪ੍ਰੋਡਿਊਸਰਸ ਹੈ ਉਹ ਆਪਣੀ ਪ੍ਰੋਡਕਸ਼ਨ ਨੂੰ ਸਟਾਪ ਨਹੀਂ ਕਰੇਗਾ ਮੀਨਸ ਨੰਬਰ ਆਫ ਜਿਹੜੀ ਲੇਬਰ ਹੈ ਉਹਦੀ ਜਿਹੜੀ ਵਰਤੋਂ ਹੈ ਜ਼ਿਆਦਾ ਯੂਨਿਟਸ ਨੂੰ ਲੈਣਾ ਬੰਦ ਨਹੀਂ ਕਰੇਗਾ ਕਿਉਂਕਿ ਫਰਸਟ ਸਟੇਜ ਦੇ ਵਿੱਚ ਜਿਹੜੀ ਉਹਦੀ ਟੀਪੀ ਹੈ ਉਹ ਇਨਕਰੀਜ਼ਿੰਗ ਰੇਟ ਦੇ ਨਾਲ ਇਨਕਰੀਜ਼ ਹੋ ਰਹੀ ਹੈ ਮੀਨਸ ਉਹਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਇਨਕਰੀਜ਼ ਹੋ ਰਹੀ ਹੈ ਤਦ ਕੀ ਹੈ ਫਰਸਟ ਸਟੇਜ ਤੇ ਉਹ ਆਪਣੀ ਜਿਹੜੀ ਪ੍ਰੋਡਕਸ਼ਨ ਉਹਨੂੰ ਕੈਰੀ ਔਨ ਰੱਖੇਗਾ ਇੱਥੇ ਐਮਪੀ ਵੀ ਪੋਜ਼ਿਟਿਵ ਹੈ ਫਰਸਟ ਸਟੇਜ ਇਜ਼ ਦਾ ਜਿੱਥੇ O ਤੋਂ Q ਤੱਕ ਆਪਣੀ ਜਿਹੜੀ ਟੋਟਲ ਪ੍ਰੋਡਕਸ਼ਨ ਇਨਕਰੀਜ਼ ਹੋ ਰਹੀ ਹੈ ਐਂਡ ਐਮਪੀ O ਤੋਂ P ਤੱਕ ਜਿੱਥੇ ਪੋਜ਼ਿਟਿਵ ਹੈ ਐਂਡ ਜਿਹੜੀ ਸੈਕੰਡ ਸਟੇਜ ਹੈ Q ਤੋਂ M ਤੱਕ ਉੱਥੇ ਵੀ ਕਹਿੰਦੇ ਆਪਣੀ ਪ੍ਰੋਡਕਸ਼ਨ ਇਨਕਰੀਜ਼ ਕਰੇਗਾ ਵਿਦ ਦਾ ਹੈਲਪ ਆਫ ਵੇਰੀਏਬਲਸ ਫੈਕਟਰਸ ਲੇਬਰ ਨੂੰ ਜ਼ਿਆਦਾ ਯੂਜ਼ ਕਰਕੇ ਫੇਜ਼ 2 ਦੇ ਵਿੱਚ ਠੀਕ ਹੈ ਲੇਕਿਨ ਉੱਥੇ ਐਮਪੀ ਉਹਦੀ ਡਿਕਰੀਜ਼ ਹੋਏਗੀ ਲੇਕਿਨ ਟੀਪੀ ਉੱਥੇ ਫਿਰ ਵੀ ਉਹਦੀ ਕੀ ਹੋ ਰਹੀ ਹੈ ਇਨਕਰੀਜ਼ ਹੋ ਰਹੀ ਹੈ ਐਂਡ ਉਸ ਤੋਂ ਬਾਅਦ ਜਿੱਥੇ ਟੀਪੀ ਮੈਕਸਿਮਮ ਹੈ ਮੀਨਸ 5th ਲੇਬਰ ਜਿੱਥੇ ਯੂਜ਼ ਕਰ ਰਹੇ ਸੈਕੰਡ ਸਟੇਜ ਤੱਕ ਕਹਿੰਦੇ 5th ਲੇਬਰ ਤੱਕ ਆਪਣੀ ਜਿਹੜੀ ਪ੍ਰੋਡਕਸ਼ਨ ਹੈ ਉਹਨੂੰ ਇਨਕਰੀਜ਼ ਕਰਨ ਦੇ ਲਈ ਲੇਬਰ ਦਾ ਯੂਜ਼ 5th ਲੇਬਰ ਦਾ ਕਰੇਗਾ ਕਹਿੰਦੇ ਜਿੱਥੇ ਟੀਪੀ ਮੈਕਸਿਮਮ ਹੈ ਤੇ ਐਮਪੀ 0 ਹੈ ਉੱਥੋਂ ਤੱਕ ਕਹਿੰਦੇ ਲੇਬਰ ਨੂੰ ਇਨਕਰੀਜ਼ ਕਰਕੇ ਆਪਣੀ ਜਿਹੜੀ ਪ੍ਰੋਡਕਸ਼ਨ ਹੈ ਉਹਨੂੰ ਫਰਮ ਜਾਂ ਪ੍ਰੋਡਿਊਸਰ ਇਨਕਰੀਜ਼ ਕਰ ਸਕਦਾ ਹੈ ਤੇ ਥਰਡ ਫੇਜ਼ ਦੇ ਵਿੱਚ ਥਰਡ ਸਟੇਜ ਦੇ ਵਿੱਚ ਕਹਿੰਦੇ ਆਪਣਾ ਪ੍ਰੋਡਿਊਸਰਸ ਤੇ ਫਰਮ ਨਹੀਂ ਜਾਏਗੀ ਕਿਉਂਕਿ ਅਗਰ ਉਹ 5th ਤੋਂ ਬਾਅਦ 6 ਐਂਡ 7 ਲੇਬਰ ਨੂੰ ਯੂਜ਼ ਕਰਦਾ ਤਾਂ ਉੱਥੋਂ ਸਾਡੀ ਟੋਟਲ ਪ੍ਰੋਡਕਸ਼ਨ ਹੈ ਜਿਹੜੀ ਉਹ ਡਿਕਰੀਜ਼ ਹੋਣਾ ਸਟਾਰਟ ਹੋ ਜਾਏਗੀ ਕਿਉਂਕਿ ਫਿਕਸਡ ਫੈਕਟਰਸ ਦੀ ਜਿਹੜੀ ਹੈ ਲਿਮਿਟ ਪ੍ਰੋਡਕਸ਼ਨ ਦੀ ਕੈਪੈਸਿਟੀ ਉਹ ਘੱਟ ਹੋਏਗੀ ਲੇਕਿਨ ਵੇਰੀਏਬਲਸ ਫੈਕਟਰ ਉਸ ਤੇ ਆਪਾਂ ਜ਼ਿਆਦਾ ਲਗਾਵਾਂਗੇ ਜਿਵੇਂ ਕਿ 2 ਏਕੜ ਲੈਂਡ ਤੇ ਆਪਾਂ 10 ਲੇਬਰ ਲਗਾਵਾਂਗੇ ਤਾਂ ਫਿਰ ਆਪਣੀ ਲੇਬਰ ਦੀ ਕਾਸਟ ਹੀ ਇਨਕਰੀਜ਼ ਹੋਏਗੀ ਫਰਟੀਲਿਟੀ ਉਨੀ ਹੀ ਰਹੇਗੀ ਫਰਟੀਲਿਟੀ ਪ੍ਰੋਡਕਸ਼ਨ ਇਨਕਰੀਜ਼ ਨਹੀਂ ਹੋਏਗੀ ਕਿਉਂਕਿ ਫਰਟੀਲਿਟੀ ਆਪਾਂ ਨੇ ਪੂਰੀ ਯੂਜ਼ ਕਰ ਚੁੱਕੇ ਹਾਂ ਆਪਾਂ ਤਦ ਕਹਿੰਦੇ ਟੀਪੀ ਡਿਕਰੀਜ਼ ਹੋਏਗੀ ਤਾਂ ਜਿਹਦੇ ਥਰੂ ਆਪਣੀ ਕਾਸਟ ਵਧੇਗੀ ਤੇ ਆਪਣੇ ਜਿਹੜਾ ਕੰਜ਼ਿਊਮ ਪ੍ਰੋਡਿਊਸਰ ਹੈ ਤੇ ਫਰਮ ਹੈ ਉਹਨੂੰ ਲਾਸ ਹੋਣਾ ਸਟਾਰਟ ਹੋ ਜਾਏਗਾ ਠੀਕ ਹੈ ਮੀਨਸ ਉਹਦੀ ਕਾਸਟ ਜ਼ਿਆਦਾ ਤੇ ਰੈਵਨਿਊ ਘੱਟ ਹੋਏਗਾ ਤਦ ਕਹਿੰਦੇ ਆਪਾਂ ਫਰਸਟ ਸਟੇਜ ਦੇ ਵਿੱਚ ਆਪਣਾ ਜੋ ਵੀ ਪ੍ਰੋਡਿਊਸਰ ਤੇ ਫਰਮ ਹੈ ਉਹ ਪ੍ਰੋਡਕਸ਼ਨ ਨੂੰ ਕੈਰੀ ਔਨ ਕਰੇਗਾ ਨੰਬਰ ਆਫ ਲੇਬਰ ਦੀ ਕੁਆਂਟੀਟੀਜ਼ ਨੂੰ ਇਨਕਰੀਜ਼ ਕਰੇਗਾ ਸੈਕੰਡ ਸਟੇਜ ਤੱਕ ਜਿੱਥੇ ਤੱਕ ਟੀਪੀ ਆਪਣੀ ਮੈਕਸਿਮਮ ਨਹੀਂ ਹੋ ਜਾਂਦੀ ਤੇ ਐਮਪੀ ਆਪਣੀ ਜਿਵੇਂ ਕਿ ਸੈਕੰਡ ਡਾਇਗਰਾਮ ਦੇ ਵਿੱਚ ਐਮਪੀ ਜਿੱਥੇ 0 ਹੈ ਤੇ ਟੀਪੀ ਮੈਕਸਿਮਮ ਹੈ ਉੱਥੇ ਤੱਕ ਇੱਕ ਪ੍ਰੋਡਿਊਸਰ ਤੇ ਫਰਮ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨਗੇ ਉਸ ਤੋਂ ਬਾਅਦ ਕਹਿੰਦੇ ਜਿੱਥੇ ਟੀਪੀ ਡਿਕਰੀਜ਼ ਹੋ ਰਹੀ ਹੈ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਨਹੀਂ ਕਰਨਗੇ ਵਿਦ ਦਾ ਹੈਲਪ ਆਫ ਵੇਰੀਏਬਲਸ ਫੈਕਟਰਸ ਕਿਉਂਕਿ ਉੱਥੇ ਓਵਰ ਯੂਟਿਲਾਈਜੇਸ਼ਨ ਆਫ ਫਿਕਸ ਫੈਕਟਰ ਹੋਏਗੀ ਤੇ ਆਪਣੀ ਜਿਹੜੀ ਹੈ ਕਾਸਟ ਵਧੇਗੀ ਤੇ ਪ੍ਰੋਡਕਸ਼ਨ ਘਟੇਗੀ ਤਾਂ ਇਹਦੇ ਕਈ ਜਿਹੜੇ ਰੀਜ਼ਨਸ ਨੇ ਉਹ ਅਪਲਾਈ ਹੁੰਦੇ ਤਾਂ ਖੇਤੀ ਤੇ ਮੋਸਟਲੀ ਇਹ ਐਗਰੀਕਲਚਰ ਸੈਕਟਰ ਦੇ ਵਿੱਚ ਅਪਲਾਈ ਹੁੰਦਾ ਹੈ ਤੇ ਅੱਜ ਆਪਾਂ ਨੇ ਇਸ ਲੈਕਚਰ ਦੇ ਵਿੱਚ ਕੀ ਕੀਤਾ ਹੈ ਸਭ ਤੋਂ ਪਹਿਲਾਂ ਆਪਾਂ ਨੇ ਦੇਖਿਆ ਹੈ ਕਿ ਸ਼ਾਰਟ ਰਨ ਤੇ ਲੌਂਗ ਰਨ ਦੇ ਵਿੱਚ ਪ੍ਰੋਡਕਸ਼ਨ ਫੰਕਸ਼ਨ ਕਿਸ ਚੀਜ਼ ਤੇ ਡਿਪੈਂਡ ਕਰਦਾ ਹੈ ਵੇਰੀਏਬਲਸ ਫੈਕਟਰ ਤੇ ਫਿਕਸ ਫੈਕਟਰਸ ਦੇ ਬਾਰੇ ਪੜਿਆ ਹੈ ਸ਼ਾਰਟ ਰਨ ਦੇ ਵਿੱਚ ਆਪਾਂ ਵਿਦ ਹੈਲਪ ਆਫ ਵੇਰੀਏਬਲਸ ਫੈਕਟਰਸ ਦੇ ਥਰੂ ਆਪਣੀ ਪ੍ਰੋਡਕਸ਼ਨ ਇਨਕਰੀਜ਼ ਕਰ ਸਕਦੇ ਹਾਂ ਜਿਵੇਂ ਕਿ ਆਪਾਂ ਨੇ ਦੇਖਿਆ ਹੈ ਓਨਲੀ ਵਨ ਫੈਕਟਰਸ ਦੇ ਵਿੱਚ ਚੇਂਜ ਦੇ ਨਾਲ ਆਪਾਂ ਆਪਣੀ ਪ੍ਰੋਡਕਸ਼ਨ ਇਨਕਰੀਜ਼ ਕਰ ਰਹੇ ਹਾਂ ਐਂਡ ਸੈਕੰਡਲੀ ਰਿਟਰਨ ਟੂ ਅ ਸਕੇਲ ਲੌਂਗ ਰਨ ਦੇ ਵਿੱਚ ਸਾਰੇ ਫੈਕਟਰਸ ਨੂੰ ਆਪਾਂ ਇਨਕਰੀਜ਼ ਕਰਕੇ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦੇ ਹਾਂ ਉਸ ਤੋਂ ਇਲਾਵਾ ਆਪਾਂ ਨੇ ਟੋਟਲ ਪ੍ਰੋਡਕਸ਼ਨਸ ਮਾਰਜਨਲ ਪ੍ਰੋਡਕਸ਼ਨਸ ਤੇ ਐਵਰੇਜ ਪ੍ਰੋਡਕਸ਼ਨਸ ਦੇਖਿਆ ਸੀਗਾ ਉਹਨਾਂ ਦਾ ਰਿਲੇਸ਼ਨਸ ਦੇਖਿਆ ਸੀਗਾ ਤੇ ਇੱਥੇ ਆਪਣਾ ਅੱਜ ਦਾ ਟੌਪਿਕ ਖਤਮ ਹੁੰਦਾ ਹੈ ਧੰਨਵਾਦ